ਬੇਮੁਖ ਵੀ ਲਿਆ ਗਿਆ। ਸੋ ਭਾਈ ਗੁਰਦਾਸ ਜੀ ਨੇ ਪ੍ਰਿਥੀ ਚੰਦ ਨੂੰ ਗੁਰੂ ਘਰ ਨਾਲ ਧਰੋਹ ਕਰਦਿਆਂ ਵੇਖ ਕੇ ਇਹ ਵਾਰ ਉਹਨਾਂ ਦੀਆਂ ਚਾਲਾਂ ਨੂੰ ਪ੍ਰਗਟ ਕਰਨ ਲਈ ਉਚਾਰੀ ਹੈ। ਇਸ ਵਿੱਚ ਪ੍ਰਿਥੀ ਚੰਦ ਲਈ ਮੀਣਾ ਸ਼ਬਦ ਵਰਤਿਆ ਹੈ। ਮੀਣਾ ਮਤਲਬ ਪ੍ਰਿਥੀ ਚੰਦ। ਇੱਕ ਹੋਰ ਪੱਖ ਦੇਖੋ, ਕਈ ਵਾਰੀ ਇੱਕ ਵਾਹਿਗੁਰੂ ਦੀ ਖੇਡ ਸਮਝ ਨਹੀਂ ਆ ਸਕਦੀ। ਕਿਵੇਂ ਸਕਾ ਭਰਾ ਸੀ ਅਸੀਂ ਇਹਨੂੰ ਨਹੀਂ ਸਮਝ ਆਈ ਕਿ ਮੇਰਾ ਭਰਾ ਵਾਹਿਗੁਰੂ ਆ। ਜਦ ਮੇਰਾ ਭਰਾ ਕਰਤਾ ਮੈਂ ਉਹਨੂੰ ਮਾਰ ਲਾਂਗਾ, ਤਾਂ ਚੱਲ ਜੇ ਮਾਰਨਾ ਹੀ ਆ ਕੋਈ ਹੋਰ ਨੁਕਸਾਨ ਤਾਂ ਕਰ ਲੈ, ਕੋਈ ਗੱਦੀ ਖੋਹਣ ਦਾ ਕੋਈ ਉਪਰਾਲਾ ਕਰ ਲਾ, ਤੂੰ ਮਾਰਨ ਦਾ ਹੀ ਉਪਰਾਲਾ ਕਰ ਲਿਆ। ਉਹ ਸਰਕਾਰ ਨਾਲ RSS ਦੀ ਤਰ੍ਹਾਂ ਸਰਕਾਰ ਨਾਲ ਸਿੱਧਾ ਹੋ ਗਿਆ ਤੇ RSS ਸਾਨੂੰ ਮਾਰਨਾ ਚਾਹੁੰਦੀ ਹੈ। ਉਹ ਤਾਂ ਚਾਹੁੰਦੀ ਆ ਕੋਈ ਸਿੱਖ ਮਿਲੇ ਸਾਡੇ ਨਾਲ ਦੋਸਤੀ ਪਾਏ ਤੇ ਅਸੀਂ ਉਹਦੇ ਥਰੂ ਹੀ ਸਰਦਾਰ ਮਾਰ ਦਈਏ। ਉਹ ਤਾਂ ਚਾਹੁੰਦੇ ਆ ਮਾਰਨੇ ਸਰਦਾਰ ਕੋਲੋਂ ਆ ਤੇ ਸਰਦਾਰ ਖਰੀਦ ਲਓ, 2-3 ਲੱਖ ਕਰੋੜ ਰੁਪਈਆ ਦੇ ਦਿਓ। ਹਾਂ, ਵੇਦਾਂਤੀ ਨੂੰ ਦਿੱਤਾ ਹੀ ਸੀ, ਆ ਹੁਣ ਜਥੇਦਾਰਾਂ ਨੂੰ ਦਿੱਤਾ ਹੀ ਆ। ਸਾਰੇ ਹੁਕਮਨਾਮੇ ਉਹਨਾਂ ਦੇ ਨਾਂ ਤੇ ਹੀ ਹੁੰਦੇ ਆ। ਸਰਦਾਰ ਖਰੀਦ ਕੇ ਸਰਦਾਰ ਕੋਲੋਂ ਕੰਮ ਕਰਾਉਣਾ, ਐਸੋ ਜਿਹਾ ਨਕੰਮਾ ਸਰਦਾਰ ਮਿਲ ਜਾਏ, ਬਸ ਉੱਲੂ ਦਾ ਪੱਠਾ ਕੋਈ ਮਿਲ ਜਾਏ ਜਿਹੜਾ ਪੈਸੇ ਲੈ ਕੇ ਸਰਦਾਰਾਂ ਦੇ ਬਰਖਲਾਫ ਬੋਲੇ, ਉਹ ਬੰਦਾ ਚਾਹੀਦਾ, ਉਹ ਬੰਦਾ। ਸੋ ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ ਕਿ ਇੰਨੇ ਤਕੜੇ ਮਨਮੁਖ ਤੇ ਏਡਾ ਵਿਰੋਧੀ ਸੀ ਕਿ ਉਹਨੂੰ ਗੁਰੂ ਪਾਤਸ਼ਾਹ ਵਿੱਚ ਕੁਛ ਨਜ਼ਰ ਨਹੀਂ ਆਇਆ। ਮੇਰਾ ਸਕਾ ਭਰਾ ਹੈ ਕੌਣ? ਦੁਨੀਆ ਮੱਥਾ ਟੇਕਦੀ ਆ, ਬਾਣੀ ਇੰਨੀ ਲਿਖ ਦਿੱਤੀ, ਪ੍ਰਕਾਸ਼ ਕਰ ਦਿੱਤਾ, ਤੇ ਤੂੰ ਸੁਲ੍ਹੀ ਸੈਂਟਰ ਗੌਰਮੈਂਟ ਨਾਲ ਮਿਲ ਕੇ ਮੁਸਲਮਾਨਾਂ ਨਾਲ ਮਿਲ ਕੇ ਸੁਲ੍ਹੀ ਖਾਂ ਨੂੰ ਬੁਲਾ ਲਿਆ ਕਿ ਮੇਰੇ ਭਰਾ ਨੂੰ ਮਾਰ ਦਿਓ, ਕਤਲ ਕਰ ਦਿਓ। ਮੀਣਾ ਇਹੋ ਜਿਹੇ ਬੰਦੇ ਨੂੰ ਗੁਰੂ ਘਰ ਵਿੱਚ ਤਾਂ ਗੱਦੀ ਪਿਆਰ ਦੀ ਆ, ਪੁੱਤਰ ਨੂੰ ਵੀ ਮਿਲੀ ਆ। ਮੈਂ ਇਹ ਨਹੀਂ ਕਹਿੰਦਾ, ਗੱਦੀ ਪੁੱਤਰ ਨੂੰ ਵੀ ਮਿਲੀ ਆ, ਪਰ ਪੁੱਤਰਾਂ ਨੇ ਜੋ ਕਹਿਰ ਕਮਾਇਆ ਨਾ ਉਹ ਤੁਸੀਂ ਵਾਰ ਵਿੱਚ ਦੇਖ ਆਏ। ਦੇਖੋ ਨਾ, ਤੀਸਰੇ ਪਾਤਸ਼ਾਹ ਦੇ ਢਿੱਡ 'ਚ ਲੱਤ ਮਾਰਤੀ, ਸਾਰੀ ਜ਼ਿੰਦਗੀ ਸੇਵਾ ਨਹੀਂ ਕੀਤੀ, ਚਬਾਰਾ ਪਾ ਕੇ ਪੈ ਗਿਆ ਤੇ ਕਹਿੰਦਾ ਸ਼੍ਰੀ ਚੰਦ। ਅੱਜ ਵੀ ਸ਼੍ਰੀ ਚੰਦ ਦੀ ਪੂਜਾ ਕਰੀ ਜਾਂਦੇ, ਉਹ ਵੀ ਉੱਲੂ ਦੇ ਪੱਠੇ ਆ ਜਿਹੜੇ ਕਰੀ ਜਾਂਦੇ ਆ। ਚਬਾਰਾ ਪਾ ਕੇ ਕਹਿੰਦਾ ਗੁਰੂ ਨਾਨਕ ਦਾ ਪੁੱਤਰ ਮੈਂ ਹੀ ਹਾਂ। ਫਿਰ ਚਬਾਰਾ ਪਾਉਣ ਦੀ ਕੀ ਲੋੜ ਸੀ? ਸਾਰੀ ਉਮਰ ਤਾਂ ਪੁੱਤਰੀ ਕੌਲ ਨਾ ਪਾ ਲਿਓ, ਬਾਣੀ ਕਹਿ ਰਹੀ ਆ। ਮਤਲਬ ਵਾਹਿਗੁਰੂ ਦੀ ਖੇਡ ਨੂੰ ਵਾਹਿਗੁਰੂ ਨੇ ਕੀ ਖੇਡ ਰਚਾਈ, ਜਾਂ ਕਹਿ ਲਓ ਸਾਨੂੰ ਸਮਝਾਉਣ ਦੀ ਕੋਸ਼ਿਸ਼। ਤੁਹਾਡੇ ਤੇ ਵੀ ਅਗਰ ਇਹੋ ਜਿਹੀ ਭੀੜ ਬਣ ਜਾਏ ਤੇ ਬਣਨੀ ਆ, ਆਪਣੇ ਤੇ ਬਣੀ ਆ ਭੀੜ ਆਈ ਆ, ਫਿਰ ਸਾਨੂੰ ਵਾਹਿਗੁਰੂ ਬਚਾ ਹੀ ਰਿਹਾ ਨਾ। ਉਹਨੂੰ ਮਰ ਖੱਪ ਜਾਣਾ ਸੀ ਤਾਂ ਟੱਬਰ ਹੀ ਕਿਹਾ ਮਾਰ ਦਿਓ, ਫਿਰ ਮਰਿਆ ਨਹੀਂ, ਟੱਬਰ ਵੀ ਨਹੀਂ ਮਰਿਆ, ਬਚ ਵੀ ਗਏ ਆ। ਵਾਹਿਗੁਰੂ ਸੇਵਾ ਵੀ ਲਈ ਜਾਂਦਾ। ਮੈਂ ਸਮਝਦਾ ਜੋ ਸੇਵਾ ਇਹ ਲਈ ਜਾਂਦਾ ਇਹ ਕੰਮ ਆਉਣੀ ਆ, ਇਹ ਕੰਮ ਆਉਣੀ ਅਗਲੀ ਦੁਨੀਆ ਨੂੰ। ਹਾਂਜੀ, ਨਾ ਕੋਈ ਅਗਲੀ ਦੁਨੀਆ ਨੂੰ ਜਾਣਦਾ, ਨਾ ਅਗਲੀ ਦੁਨੀਆ ਦੀ ਕੋਈ ਗੱਲ ਕਰਦਾ, ਨਾ ਸਿਮਰਨ ਦੀ ਨਾ ਸੁਰਤੀ ਦੀ ਗੱਲ ਕੋਈ ਨਹੀਂ ਕਰਦਾ, ਕੋਈ ਨਹੀਂ ਕਰਦਾ। ਮੈਂ 2 ਕਿਤਾਬਾਂ ਛਾਪੀਆਂ, ਇੱਕ ਲਿਵ ਲਾਏ ਕੀ ਹੁੰਦਾ, ਸ਼ਬਦ ਸੁਰਤ ਲਿਵ ਲਾਏ। ਇੱਕ ਮੈਂ ਛਾਪਿਆ ਵੀ ਸੰਗਤ ਦੀ ਮਹਾਨਤਾ ਤੇ ਨਾਮ ਦੀ ਮਹਾਨਤਾ। ਉਹ ਬਹੁਤ ਜ਼ਰੂਰੀ, ਦੋਵੇਂ ਕਿਤਾਬਾਂ ਬਹੁਤ ਜ਼ਰੂਰੀ ਆ, ਬਹੁਤ ਜ਼ਰੂਰੀ ਆ। ਤੁਹਾਨੂੰ ਪਤਾ ਤਾਂ ਲੱਗੇ ਸੰਗਤ ਵਿੱਚ ਕੌਣ ਹੁੰਦਾ ਤੇ ਕੀ ਹੁੰਦਾ। ਵਾਹਿਗੁਰੂ ਕਿਰਪਾ ਕਰੇ, ਜੇ ਸੁਰਤੀ ਦਾ ਨਹੀਂ ਮਾਰਗ ਪਤਾ ਤੇ ਤੁਹਾਡਾ ਸੰਗਤ ਵਿੱਚ ਆਇਆ ਵਿਅਰਥ, ਕੋਈ ਫਾਇਦਾ ਨਹੀਂ। ਵਾਹਿਗੁਰੂ ਸੱਚੇ ਪਾਤਸ਼ਾਹੀ ਬਖਸ਼ਿਸ਼ ਕਰੇ। ਸੋ ਕਈ ਵਾਰੀ ਮਨ 'ਚ ਆਉਂਦਾ ਹੈ ਵੀ ਚਲੋ ਭਰਾ ਨਾਲ ਭਰਾ ਲੜ ਪੈਂਦਾ, ਸਾਡੀ ਵੀ ਤੂੰ ਮੈਂ ਹੋ ਜਾਂਦੀ ਸੀ, ਫਿਰ ਉਸੇ ਤਰ੍ਹਾਂ ਬੋਲ ਪਈਦਾ ਸੀ। ਪਰ ਕਦੀ ਇਹ ਮਨ 'ਚ ਇਹ ਤਾਂ ਨਹੀਂ ਆਇਆ ਕਿ ਭਰਾ ਨੂੰ ਮਰਵਾ ਦਿਆਂ। ਇਹ ਤਾਂ ਪੱਖ ਕਦੀ ਨਹੀਂ ਆਇਆ, ਇਹ ਤਾਂ ਅੱਜ ਵੀ ਕਦੀ ਨਹੀਂ ਆਇਆ। ਤੁਹਾਡੇ ਮਨ 'ਚ ਆਇਆ ਕਿ ਮੈਂ ਆਪਣੇ ਸਕੇ ਭਰਾ ਨੂੰ ਮਰਵਾ ਦਿਆਂ? ਤੁਹਾਡੇ ਮਨ 'ਚ ਆਇਆ ਕਦੀ? ਸੋ ਇਹ ਸਾਨੂੰ ਸਮਝਾਉਣ ਦੀ ਹੈ ਕਿ ਜਿਹੜੇ ਬੰਦੇ ਰੱਬ ਨਾਲ ਜੁੜੇ ਉਹਨਾਂ ਤੇ ਤਕਲੀਫ ਆਉਣੀ ਆ। ਜੇ ਇਹੋ ਜਿਹੀ ਤਕਲੀਫ ਆ ਜਾਏ ਕਿ ਜਿਹਦੇ 'ਚ ਅਸੀਂ ਕੁਛ ਕਰ ਨਹੀਂ ਸਕਦੇ, ਜਿਵੇਂ 84 ਵਿੱਚ ਸਾਨੂੰ ਮਾਰਿਆ, ਸਾਨੂੰ ਕੀ ਮਾਰਿਆ? ਸਾਡੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾੜਤਾ, ਉਹ ਸਾਨੂੰ ਕੀ ਸਾੜਿਆ? ਉਹਨਾਂ ਤਾਂ ਗੁਰਦੁਆਰੇ ਹੀ ਸਾੜਤੇ। ਉਦੋਂ ਦੱਸਿਆ ਅਸੀਂ ਕੀ ਕਰ ਸਕਦੇ ਸੀ? ਅਰੇ ਸਾਨੂੰ ਤਾਂ ਬਾਹਰ ਨਿਕਲਦੇ ਨੂੰ ਗੋਲੀ ਮਾਰਦੇ ਸੀ, ਅਸੀਂ ਕੀ ਕਰ ਸਕਦੇ ਸੀ? ਉਦੋਂ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਉਦੋਂ ਅਰਦਾਸ ਕਰੋ। ਜੇ ਇਹੋ ਜਿਹੀ ਭੀੜ ਆ ਜਾਏ ਕਿ ਸਰਕਾਰ ਹੀ ਤੁਹਾਡੇ ਬਰਖਲਾਫ ਹੋ ਜਾਏ, ਸਰਕਾਰ ਹੀ ਤੁਹਾਨੂੰ ਮਾਰਨਾ ਚਾਹੇ, ਉਦੋਂ ਰੱਬ ਅੱਗੇ ਅਰਦਾਸ ਕਰੋ। ਦੇਖੋ ਨਾ ਕਿੰਨੀਆਂ ਭੀੜਾਂ ਸਾੜਤੀਆਂ 84 ਵਿੱਚ, ਕਿੰਨੇ ਗੁਰਦੁਆਰੇ ਸਾੜਤੇ। 36 ਗੁਰਦੁਆਰੇ ਤੇ ਐਟ ਏ ਟਾਈਮ ਅਟੈਕ ਹੋਇਆ ਸੀ। ਆਪਾਂ ਕਹਿੰਦੇ ਭਿੰਡਰਾਂ ਵਾਲੇ ਨੂੰ ਮਾਰਨਾ ਸੀ, ਕਹਿੰਦੇ ਨਾ, ਤੇ ਭਿੰਡਰਾਂ ਵਾਲੇ ਨੂੰ ਮਾਰਨਾ ਸੀ। ਭਿੰਡਰਾਂ ਵਾਲਾ ਤਾਂ ਅੰਮ੍ਰਿਤਸਰ ਸੀ,
ਫਿਰ ਬਾਕੀ 36 ਗੁਰਦੁਆਰਿਆਂ 'ਚ ਕੌਣ ਸੀ? ਹਿੰਦੂ ਕੀ ਕਹਿੰਦਾ ਹੈ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਖਤਮ ਹੋ ਜਾਣ ਨਾ ਤੇ ਸਿੱਖੀ ਖਤਮ ਹੋ ਜਾਏਗੀ। ਮੈਂ ਤੁਹਾਨੂੰ ਦੀ ਇੱਕ ਐਗਜ਼ਾਮਪਲ ਦਿੰਦਾ, ਪਿਆਰ ਨਾਲ ਸੁਣੋ, ਇਹਨਾਂ ਤੋਂ ਬਚ ਕੇ ਰਿਹੋ। ਕਿਤੇ ਮੇਰੀ ਗੱਲ ਨੂੰ ਮੈਂ ਤਦੇ ਹੀ ਕਿਹਾ ਕਿਤੇ ਲਿਖਤ ਕੰਮ ਆਏਗੀ। ਮੇਰੇ ਭਰਾ ਨੂੰ ਕਥਾ ਕਰਦੇ ਨੂੰ ਫੜ ਲਿਆ, ਉਹ ਬੈਂਕ 'ਚ ਮੈਨੇਜਰ ਸੀ। ਹੁਣ ਉਹਦੇ ਮਗਰ ਕਮੇਟੀ ਗਈ, ਉਹਨੇ ਕਮੇਟੀ ਨੂੰ ਕਿਹਾ ਵੀ ਅੱਜ ਤਾਂ ਮੇਰੀ ਬੈਂਕ ਦੀ ਹਾਜ਼ਰੀ ਲੱਗੀ ਹੋਈ ਆ, ਬੈਂਕ ਵੀ ਹਿੰਦੂਆਂ ਦਾ ਸੀ, ਪੰਜਾਬ ਨੈਸ਼ਨਲ ਬੈਂਕ। ਜੇ ਮੈਨੂੰ ਅੱਜ ਇਹਨਾਂ ਨਾਮ ਮੈਨੂੰ ਛਡਾਉਣਾ ਹੈ ਤੇ ਅੱਜ ਹੀ ਛਡਾਓ, ਨਹੀਂ ਤੇ ਕੱਲ ਮੈਨੂੰ ਤੁਹਾਡੀ ਲੋੜ ਨਹੀਂ ਹੈਗੀ। ਨਾ ਕਿਉਂ? ਜੇ ਮੈਂ ਕੱਲ ਬੈਂਕ ਨਹੀਂ ਜਾਂਦਾ ਮੈਂ ਡਿਸਮਿਸ ਹੋਣਾ। ਕਿਉਂ? ਬਗੈਰ ਦੱਸੇ ਤਾਂ ਗੱਲ ਹੀ ਨਹੀਂ। ਫਿਰ ਬੈਂਕ 'ਚੋਂ ਹੀ ਮੈਨੂੰ ਫੜਿਆ, ਤਾਂ ਅੱਜ ਦੀ ਤਾਂ ਮੇਰੀ ਹਾਜ਼ਰੀ ਲੱਗੀ ਹੋਈ ਆ। ਜੇ ਕੱਲ ਮੈਂ ਜਾ ਕੇ ਹਾਜ਼ਰੀ ਨਹੀਂ ਲਾਉਂਦਾ, ਉਹ ਗੱਲ ਪੁਲਿਸ 'ਚ ਆ ਜਾਣੀ, ਅਖਬਾਰ 'ਚ ਆ ਜਾਣੀ ਆ, ਪ੍ਰੈਸ 'ਚ ਆ ਜਾਣੀ ਆ ਕਿ ਉਹਨੂੰ ਫੜ ਲਿਆ ਬੈਂਕ 'ਚੋਂ ਤੇ ਉਹ ਅੱਤਵਾਦੀ ਸੀ। ਤੇ ਜੇ ਮੈਨੂੰ ਛਡਾਉਣਾ ਤੇ ਅੱਜ ਹੀ ਛਡਵਾਓ। ਉਹ ਗੱਲ ਨੂੰ ਸਮਝ ਗਏ ਵੀ ਗੱਲ ਠੀਕ ਹੈ ਤੇ ਨੌਕਰੀ ਜਾਂਦੀ ਹੈ। ਫਿਰ ਸਾਡੇ ਗੁਰਦੁਆਰੇ ਤੇ ਕਥਾ ਕਰਦਾ, ਤੂੰ ਕਥਾ ਕਰਦਾ ਤੇ ਪੈਸੇ ਵੀ ਨਹੀਂ ਲੈਂਦਾ, ਨਿਸ਼ਕਾਮ ਸੇਵਕ ਹੈ ਤੇ ਗੱਲ ਠੀਕ ਹੈ। ਉਹਨਾਂ ਜ਼ੋਰ ਪੂਰਾ ਲਾਇਆ, ਉਹ ਵੱਡੇ ਅਫਸਰ ਕੋਲ ਚਲੇ ਗਏ। ਹਿੰਦੂਆਂ ਨੇ ਫੜਿਆ ਸੀ, RSS ਨੇ ਕਹਿ ਕੇ ਫੜਾਇਆ ਸੀ। ਸੋ ਉਹਨੂੰ ਕਿਹਾ ਵੀ ਇਹਦਾ ਕਸੂਰ ਦੱਸੋ ਤੁਸੀਂ। ਕਹਿੰਦਾ ਇਹ ਅੱਤਵਾਦੀ ਆ। ਕਹਿੰਦਾ ਅੱਤਵਾਦੀ ਆ? ਜਿੱਦਾਂ ਸਾਡੇ ਕੋਲ ਬੈਂਕ ਮੈਨੇਜਰ ਆ, ਇੱਕ ਗੱਲ। ਦੂਜਾ, ਰੋਜ਼ ਸਾਡੇ ਕੋਲ ਕਥਾ ਕਰਦਾ ਆ। ਹਾਂ ਕਥਾ ਕਰਦਾ। ਫਿਰ ਕਥਾ ਗੁਰੂ ਗ੍ਰੰਥ ਸਾਹਿਬ ਜੀ 'ਚੋਂ ਕਰਦਾ। ਹਾਂ। ਕਹਿੰਦਾ ਗੁਰੂ ਗ੍ਰੰਥ ਸਾਹਿਬ ਤੁਹਾਡਾ ਅੱਤਵਾਦੀ ਦਾ ਘਰ ਹੀ ਆ, ਇੱਥੋਂ ਹੀ ਅੱਤਵਾਦ ਸ਼ੁਰੂ ਹੋਇਆ ਸਾਰਾ। ਇਹ ਉਸ ਹਿੰਦੂ ਅਫਸਰ ਦੀ ਗੱਲ ਸੀ, ਗੁਰੂ ਗ੍ਰੰਥ ਸਾਹਿਬ ਤੁਹਾਡਾ ਅੱਤਵਾਦ ਦਾ ਘਰ ਆ, ਅੱਤਵਾਦ ਇਹਨੂੰ ਤਾਂ ਖਤਮ ਕਰਨਾ। ਤੇ ਇਹ ਅੱਤਵਾਦ ਦੀ ਕਥਾ ਕਰਦਾ। ਉਹ ਗੁਰੂ ਗ੍ਰੰਥ ਸਾਹਿਬ ਜਿਹਨੂੰ ਅੱਤਵਾਦ ਕਹਿੰਦਾ, ਅੱਤਵਾਦ ਦਾ ਘਰ। ਤੇ ਅੱਜ ਸਾਰਾ ਜ਼ੋਰ ਲੱਗਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਖਤਮ ਹੋ ਜਾਣ ਤੇ ਨਾਲ ਦਸਮ ਗ੍ਰੰਥ ਦਾ ਪ੍ਰਕਾਸ਼ ਹੋ ਜਾਏ। ਉਹਨਾਂ ਦੇ ਮਨ 'ਚ ਹੈ ਵੀ 90% ਅਸੀਂ ਸਿੱਖਾਂ ਨੂੰ ਪਤਤ ਕਰ ਲਿਆ, ਸ਼ਰਾਬੀ ਬਣਾਤੇ ਆ, ਕਰੈਕਟਰਲੈਸ ਬਣਾਤੇ ਆ, ਸ਼ਰਾਬਾਂ ਪੀਂਦੇ ਆ, ਤਿੰਨੇ ਕਰਾਤਾਂ ਕਰਵਾਤੀਆਂ। 10% ਉਹਨਾਂ ਦੇ ਮਨ 'ਚ ਇਹ ਆ ਕਿ 10% ਸਿੱਖ ਰਹਿ ਗਿਆ, ਉਹ ਆਪਾਂ ਹੌਲੀ ਹੌਲੀ ਮਾਰ ਲੈਣਾ। ਜਿਸ ਦਿਨ ਆਪਾਂ ਮਾਰ ਲਿਆ, ਦਸਮ ਗ੍ਰੰਥ ਦਾ ਪ੍ਰਕਾਸ਼ ਕਰ ਦੇਣਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਚੁੱਕ ਦੇਣਾ ਉੱਥੋਂ। ਉਹਨਾਂ ਦੀ ਭਾਵਨਾ ਤੇ ਇਹ ਆ। ਉਹਨਾਂ ਨੂੰ ਇਹ ਨਹੀਂ ਪਤਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਵਾਹਿਗੁਰੂ ਮੱਥਾ ਟੇਕਦਾ, ਨਹੀਂ ਪਤਾ। ਇਹ ਵਾਹਿਗੁਰੂ ਸਾਡਾ ਚੁੱਪ ਚਪੀਤਾ ਵਾਹਿਗੁਰੂ, ਸਹਿਜ ਵਿੱਚ ਵਾਹਿਗੁਰੂ ਦੇਖਦਾ ਰਹਿੰਦਾ। ਉਹ ਸਮਝਦੇ ਕਿਤਾਬ ਆ ਵੀ ਚੁੱਕ ਕੇ ਲਾਇਬ੍ਰੇਰੀ 'ਚ ਰੱਖ ਦਿਆਂਗੇ। ਸਿੱਖਾਂ ਦੀ ਇੱਕ ਧਾਰਮਿਕ ਕਿਤਾਬ ਆ, ਜਿਵੇਂ ਗੀਤਾ ਆ, ਜਿਵੇਂ ਰਮਾਇਣ ਆ, ਜਿਵੇਂ ਮਹਾਭਾਰਤ ਆ। ਉਹ ਇੱਦਾਂ ਹੀ ਸਮਝਦੇ ਆ। ਛੋਟਾ ਸਰੂਪ ਕਰਕੇ ਰੁਮਾਲੇ 'ਚ ਲਪੇਟ ਕੇ ਤੇ ਲਾਇਬ੍ਰੇਰੀ 'ਚ ਰੱਖ ਦਿਆਂਗੇ ਤੇ ਦਸਮ ਗ੍ਰੰਥ ਦਾ ਪ੍ਰਕਾਸ਼ ਹੋ ਜਾਏ। ਸਿੱਖਾਂ ਜਿਹੜੇ ਸ਼ਰਾਬੀ ਆ, ਕਬਾਬੀ ਆ, ਅਯਾਸ਼ ਆ, ਉਹ ਤਾਂ ਉਹਨਾਂ ਨੇ ਇਤਰਾਜ਼ ਹੀ ਨਹੀਂ ਕਰਨਾ। ਉਹਨਾਂ ਦੀ ਦੱਸੋ ਗੱਲਾਂ ਉਹਨਾਂ ਨੂੰ ਵਧੀਆ। ਕਿਉਂ? ਕੋਕ ਸ਼ਾਸਤਰ ਆਓ, ਨਿਰੋਲ ਕੋਕ ਸ਼ਾਸਤਰ ਆਓ। ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂ, ਤੁਸੀਂ ਹੈਰਾਨ ਹੋ ਜਾਓ। ਹਾਂ, ਉੱਥੇ ਗੱਲਾਂ ਕਈ ਲਿਖੀਆਂ। ਰਾਜਾ ਜੰਗਲ 'ਚ ਗਿਆ, ਉਹ ਉੱਥੇ ਸ਼ਕੁੰਤਲਾ ਨਾਂ ਦੀ ਇੱਕ ਬਹੁਤ ਸੋਹਣੀ ਜਨਾਨੀ ਸੀ। ਉਹ ਰਾਜੇ ਨੂੰ ਦੇਖ ਕੇ ਮੌਤ ਹੋ ਗਈ, ਰਾਜਾ ਉਹਨੂੰ ਦੇਖ ਕੇ ਮੌਤ ਹੋ ਗਿਆ। 2 ਦਿਨ ਉਹਦੇ ਕੋਲ ਰਿਹਾ। ਉਹਨੇ ਲਿਖਿਆ ਕਿੰਨੇ ਆਸਨ 'ਚ ਉਹਨੇ ਭੋਗ ਕੀਤਾ ਉਹਦੇ ਨਾਲ। ਉਹ ਵੀ ਐਨ ਤਸੱਲੀ ਆਖੇ, ਜਨਾਨੀ ਦੀ ਵੀ ਤਸੱਲੀ ਹੋ ਗਈ ਤੇ ਰਾਜੇ ਦੀ ਵੀ ਐਨ ਤਸੱਲੀ ਹੋ ਗਈ, ਤਾਂ ਗਿਆ। ਇਹੋ ਹੀ ਤੇ ਗੱਲਾਂ ਜਿਹੜੇ ਅਯਾਸ਼ ਬੰਦੇ ਆ, ਉਹ ਤਾਂ ਗੱਲਾਂ ਨੂੰ ਬੜੇ ਰਸ ਨਾਲ ਸੁਣਨਗੇ, ਬਹੁਤ ਰਸ ਨਾਲ ਸੁਣਨਗੇ। ਉਹ ਤਾਂ ਸੁਣਨਗੇ ਭਾਈ, ਸੁਣਨਗੇ। ਤਾਂ ਤਰ੍ਹਾਂ ਦੇ ਤਰ੍ਹਾਂ ਲਿਖਿਆ ਪਿਆ। ਹਾਂ, ਨੌਕਰ ਨਾਲ ਜਨਾਨੀ ਦਾ ਸੰਬੰਧ ਸੀ। ਉਹ ਮਾਲਕ ਬਾਹਰ ਗਿਆ ਤਾਂ ਉਹਨੇ ਨੌਕਰ ਨੂੰ ਬੁਲਾ ਲਿਆ। ਉਹ ਨੌਕਰ ਨੂੰ ਬੁਲਾ ਲਿਆ ਤੇ ਉਹ ਅੰਦਰ ਵੜਿਆ ਹੋਇਆ ਸੀ, ਛੇੜਖਾਨੀ ਕਰ ਰਿਹਾ ਸੀ। तो मालक आ गया तो मालकन ने देखा तो मालक आ गया, जुत्ती लई ला तो नौकर नूं मारदी गई। हरामजादिया तेरी जुरत किवें पई, लुधिया पट्ठिया तेरी जुरत किवें पई। वो गालां कढ़दी गई। तो मालक ने कहा चल छड़ दे जान दे रहन दे, कोई गल नहीं नौकर आ, चलो आपां इहनूं कढ़ देंगे। कहंदी ठीक। मालक चला गया, नौकर नूं कहंदी आ जा। ये गल्लां किहड़ियां सवादलियां तुहाडे लई। काम पूरा कोक शास्त्र आ भाई, पूरा कोक शास्त्र। ये तो 2 गल्लां मैं तुहानूं तां कहीआं कि मैं कह सकिया, कि तुहानूं दस सकिया। बाकी तो सारा ना इहदा अश्लील पूरा गंद भरिया पिया, कोई पल्ले देना दे कख नहीं। सो ये एक पक्ष आ समझण दा, तुसीं भी ध्यान नाल समझो। तो जिवें ਪ੍ਰਿਥੀ ਚੰਦ ਨੂੰ ਆਪਣੇ ਸਕੇ ਭਰਾ ਬਾਰੇ ਪਤਾ नहीं लगा है वाहिगुरू नहीं पता लगा ना वाहिगुरू उन्हें मरवाउण की कोशिश की। इस तरह हिंदुओं को पता नहीं लगा कि असली इंसानियत का घर श्री गुरु ग्रंथ साहिब जी।
ਰੱਬ ਮੱਥਾ ਟੇਕਦਾ। ਇਸੇ ਕਰਕੇ ਮੈਂ ਕਿਤਾਬ ਲਿਖੀ ਸੰਗਤ ਕੀ ਹੁੰਦੀ ਆ। ਇੱਕੋ ਇੱਕ ਵਾਹਿ ਸੰਗਤ ਆ ਜਿੱਥੇ ਚਾਰ ਵਾਹਿਗੁਰੂ। ਤੁਹਾਡੇ ਕੋਲ ਤਾਂ ਸੰਗਤ ਹੀ ਹੈ ਨਹੀਂ, ਮੰਦਿਰ ਵਿੱਚ ਤਾਂ ਵਾਹਿਗੁਰੂ ਆਉਂਦਾ ਹੀ ਨਹੀਂ। ਹਾਂ, ਇਹਨੂੰ ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਹਿੰਦੂ ਪੂਜੇ ਦੋਹਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ, ਜਾਂ ਦੇਹਰਾ ਨਾ ਮਸੀਤ। ਮੈਂ ਕਿਹਨੂੰ ਸਿਮਰਿਆ? ਜਿਹੜਾ ਕਦੀ ਮੰਦਿਰ 'ਚ ਨਹੀਂ ਗਿਆ, ਕਦੀ ਮਸੀਤ 'ਚ ਨਹੀਂ ਗਿਆ। ਮੈਂ ਉਸ ਵਾਹਿਗੁਰੂ ਨੂੰ ਸਿਮਰਿਆ। ਫਿਰ ਸਾਡੇ ਦਾ ਚਾਰ ਵਾਹਿਗੁਰੂ ਅਜੇ ਹਿੰਦੂਆਂ ਨੂੰ ਪਤਾ ਨਹੀਂ, ਉਹ ਕਹਿੰਦੇ ਖਤਮ ਹੀ ਕਰਦੀ ਹੈ ਆਪਾਂ। ਇਹ ਵੀ ਇੱਕ ਵਾਹਿਗੁਰੂ ਦੀ ਫਿਰ ਪ੍ਰਿਥੀ ਚੰਦ ਵਾਂਗੂ ਇਹਨੂੰ ਆਪਾਂ ਭਾਣਾ ਕਹਿੰਦੇ ਹਾਂ। ਵਾਹਿਗੁਰੂ ਇਹ ਵੀ ਤਾਂ ਭਾਣਾ ਤੂੰ ਵਰਤਾ ਰਿਹਾ। ਜਦ ਕਹਿ ਦੇ ਤੇਰੇ ਬਗੈਰ ਪੱਤਾ ਹਿੱਲ ਰਿਹਾ, ਤੁਸੀਂ ਕਹਿ ਦਿਓ ਗੁਰੂ ਤੋਂ ਬਗੈਰ। ਮੈਂ ਤੁਹਾਨੂੰ ਕਿਹਾ 40 ਸਾਲ ਬਾਅਦ ਸਮਝ ਆਈ ਮਨ ਮੱਕੇ 'ਚ ਵਾਹਿਗੁਰੂ ਹੈ। ਫਿਰ ਹਿੰਦੂਆਂ ਵਿੱਚ ਵਾਹਿਗੁਰੂ ਨਹੀਂ ਹੈਗਾ, ਵਾਹਿਗੁਰੂ ਹੈਗਾ। ਤੇ ਵਾਹਿਗੁਰੂ ਹੀ ਇਹ ਕੰਮ ਕਰਵਾ ਰਿਹਾ। ਜਿੰਨਾ ਜ਼ਿਆਦਾ ਵਿਰੋਧ ਹੋਏਗਾ ਉਨੀ ਕਿਸੇ ਵੇਲੇ ਤਾਕਤ ਫੜ ਜਾਣਗੇ। ਇਹ ਕੁਦਰਤੀ ਗੱਲ ਹੈ। ਜਿੰਨਾ ਡਾਊਨਫਾਲ ਆਏਗਾ ਉਨਾ ਹੀ ਅਸੀਂ ਆਪੋ ਜਾਵਾਂਗੇ। ਇੱਕ ਟਾਈਮ ਆਏਗਾ, ਪਰ ਪਹਿਲਾਂ ਡਾਊਨਫਾਲ ਹੁੰਦਾ ਜਾਏਗਾ। ਜਿਵੇਂ ਅਸੀਂ 90% ਪਤਤ ਹੋ ਗਏ, 90% ਸ਼ਰਾਬੀ ਹੋ ਗਏ, 90% ਅਯਾਸ਼ ਹੋ ਗਏ, 90% ਤਿੰਨੇ ਕੁਰੈਤਾਂ ਕਰਨ ਲੱਗ ਪਏ। ਹੌਲੀ ਹੌਲੀ ਸਮਾਂ ਆਏਗਾ, ਸਮਾਂ ਆਏਗਾ, ਸਮਾਂ ਆਏਗਾ। ਮੈਨੂੰ ਯਾਦ ਆਇਆ ਮੇਰੇ ਸਾਰੇ ਕਲਾਸ ਫੈਲੋ ਇੰਗਲੈਂਡ ਚਲੇ ਗਏ ਸੀ। ਤੁਸੀਂ ਦੇਖੋਗੇ ਪਡੋਰੀ ਪਿੰਡ ਸਾਰਾ ਇੰਗਲੈਂਡ ਹੈ। ਮੈਂ ਨਕੋਦਰ ਦਾ ਪੜ੍ਹਿਆ ਹੋਇਆ। ਸਾਰਾ ਖੁਰਸ਼ੈਦਪੁਰ ਸਾਰਾ ਇੰਗਲੈਂਡ ਗਿਆ ਹੋਇਆ, ਨਕੋਦਰ ਸਾਰਾ ਇੰਗਲੈਂਡ ਗਿਆ ਹੋਇਆ। ਠੀਕ ਹੈ, ਉਹ ਕੋਨੇ ਮੋਨੇ ਹੋ ਕੇ ਗਏ ਸਾਰੇ। ਠੀਕ ਹੈ, ਉਹਨਾਂ ਨੂੰ ਹੌਲੀ ਹੌਲੀ ਸਮਝ ਆਈ ਅਸੀਂ ਤਾਂ ਖਤਮ ਹੋ ਗਏ। ਉਹਨਾਂ ਆਪਣੀ ਅਗਲੀ ਪੀੜ੍ਹੀ, ਤੀਜੀ ਪੀੜ੍ਹੀ ਸਰਦਾਰ ਬਣਾਈ, ਗੁਰਦੁਆਰੇ ਜਾਂਦੇ ਆ, ਅੰਮ੍ਰਿਤਧਾਰੀ ਬਣਾਏ। ਹੁਣ ਪੰਜਾਬ ਨਾਲੋਂ ਸਿੱਖੀ ਜ਼ਿਆਦਾ ਬਾਹਰ ਆ। ਅਸੀਂ ਵੀ, ਸਾਨੂੰ ਅਜੇ ਸਮਝ ਨਹੀਂ। ਅਸੀਂ ਨੇੜੇ ਆ ਨਾ ਬਹੁਤ, ਤੁਸੀਂ ਦੂਰ ਹੋ ਗਏ, ਤੁਹਾਨੂੰ ਗੱਲ ਸਮਝ ਆ ਗਈ। ਅਸੀਂ ਨੇੜੇ ਆ, ਅਸੀਂ ਅਜੇ ਬਹੁਤ ਦੂਰ ਆ। ਦੀਵੇ ਥੱਲੇ ਅੰਧੇਰਾ ਆ, ਸਾਨੂੰ ਅਜੇ ਸਮਝ ਨਹੀਂ ਆਈ। ਸੋ ਇਹ ਕਈ ਗੱਲਾਂ ਸਮਝ ਰਹੀਆਂ ਕਿ ਮੈਂ ਕਈ ਵਾਰੀ ਮੈਂ ਕਿਹਾ ਤੁਹਾਨੂੰ, ਭਰਾ ਨੂੰ ਮਨਾਉਣ ਲਈ ਸੈਂਟਰ ਨੂੰ ਸਮਝੌਤਾ ਕਰ ਰਿਹਾ ਤੇ ਸੁਲਹੀ ਖਾਂ ਆ ਗਿਆ ਉੱਥੇ। ਇਹ ਸਾਰੀ ਵਾਰ ਤੁਸੀਂ ਧਿਆਨ ਨਾਲ ਸੁਣੋ, ਉਹ ਪ੍ਰਿਥੀ ਚੰਦ ਬਾਰੇ ਹੀ ਲਿਖੀ ਹੈ। ਇੰਨਾ ਗੰਦਾ ਹੋ ਗਿਆ, ਤੇਰੇ ਇੰਨੇ ਖਿਆਲ ਗੰਦੇ ਹੋ ਗਏ ਕਿ ਤੂੰ ਭਰਾ ਨੂੰ ਹੀ ਮਰਾਉਣ ਲੱਗ ਪਿਆ ਹੈ। ਔਰ ਭਰਾ ਨੂੰ ਮਰਾਉਣਾ ਤਾਂ ਕੀ ਸੀ? ਤੂੰ ਸੁਲਹੀ ਖਾਂ ਨੂੰ ਫੌਜ ਲੈ ਕੇ ਚੜਾਤੀ। ਉਦੋਂ ਆਪਣੇ ਕੋਲ ਫੌਜ ਹੈ ਨਹੀਂ ਸੀ। ਮੰਨ ਲਓ ਜੇ ਸੁਲਹੀ ਖਾਂ ਅਟੈਕ ਕਰ ਦਿੰਦਾ, ਪਾਤਸ਼ਾਹ ਦੀ ਸ਼ਹੀਦੀ ਹੋ ਜਾਣੀ ਸੀ। ਪਰ ਗੁਰੂ ਸਾਹਿਬ ਨੇ ਸਾਨੂੰ ਤਰੀਕਾ ਦੱਸਿਆ ਕਿ ਮੈਨੂੰ ਆਏ ਦੋ ਬੰਦੇ ਕਿ ਭਾਈ ਕੁਛ ਕਰੀਏ। ਗੁਰੂ ਸਾਹਿਬ ਜੀ ਕੁਛ ਕਰੋ, ਕੋਈ ਲਿਖ ਕੇ ਭੇਜੋ, ਕੋਈ ਸਮਝੌਤਾ ਕਰ ਲਓ, ਕੋਈ ਕਰੋ ਕੁਛ। ਮੈਂ ਸਭ ਕੁਝ ਛੋੜ ਪ੍ਰਭ ਤੋਂ ਹੀ ਪਿਆਰ। ਇਹ ਸਾਨੂੰ ਦੱਸਿਆ। ਉਹ ਮੇਰੇ ਵਾਹਿਗੁਰੂ ਨੂੰ ਤਾਂ ਕੋਈ ਲੋੜ ਨਹੀਂ ਸੀ। ਇਹ ਸਾਨੂੰ ਦੱਸਿਆ ਤੁਹਾਡੇ ਤੇ ਇਹੋ ਜਿਹੀ ਆਫਤ ਆ ਜਾਏ, ਕਿਸੇ ਵੇਲੇ ਸਰਕਾਰੀ ਅਟੈਕ ਹੋ ਜਾਏ, ਤਾਂ ਵਾਹਿਗੁਰੂ ਨੂੰ ਯਾਦ ਕਰੋ। ਸ਼ਹੀਦੀ ਹੋ ਗਈ ਤਾਂ ਵੀ ਕੋਈ ਗੱਲ ਨਹੀਂ, ਵਾਹਿਗੁਰੂ ਨੇ ਬਚਾ ਲਿਆ ਤੇ ਤਾਂ ਵੀ ਕੋਈ ਗੱਲ। ਇਹ ਸਾਡੇ ਲਈ ਲਿਖਿਆ। ਮੈਂ ਸਭ ਕੁਝ ਛੋੜ ਪ੍ਰਭ ਤੋਂ ਹੀ ਪਿਆਰ। ਚਲੋ ਇਹ ਸਾਰੀ ਵਾਰ ਧਿਆਨ ਨਾਲ ਸੁਣੋ। ਮੀਣਾ ਤੋ ਤੀਰਥ ਮੰਝ ਨਿਵਾਸ ਹੈ, ਬਗਲਾ ਅਪਤੀਣਾ। ਅਪਤੀਣਾ ਸੋ ਭਾਈ ਬਗਲਾ ਤੀਰਥਾਂ ਤੇ ਰਹਿੰਦਾ ਪਰ ਤੀਰਥਾਂ ਤੇ ਵਿਸ਼ਵਾਸ ਨਹੀਂ ਕਰਦਾ। ਪੰਡਤ ਤੀਰਥਾਂ ਤੇ ਰਹਿੰਦਾ ਪਰ ਉਹਨੂੰ ਤੀਰਥਾਂ ਤੇ ਕੋਈ ਵਿਸ਼ਵਾਸ ਨਹੀਂ। ਭਾਈ ਗੁਰਦੁਆਰੇ ਰਹਿੰਦਾ ਪਰ ਉਹਨੂੰ ਗੁਰਦੁਆਰੇ ਤੇ ਕੋਈ ਵਿਸ਼ਵਾਸ ਨਹੀਂ। ਗੁਰੂ ਗ੍ਰੰਥ ਸਾਹਿਬ ਤੇ ਕੋਈ ਵਿਸ਼ਵਾਸ ਨਹੀਂ। ਗੋਲਕ ਖਾ ਜਾਂਦਾ। ਮੈਂ ਅੱਗੇ ਵੀ ਤੁਹਾਨੂੰ ਲਿਖਿਆ, ਸਭ ਨਾਲੋਂ ਜ਼ਿਆਦਾ ਸਾਡੇ ਹਿੰਦੁਸਤਾਨ ਵਿੱਚ ਤ੍ਰਿਪਤੀ ਮੰਦਿਰ ਹੈ ਨਾ, ਸਾਊਥ ਵਿੱਚ, ਮਦਰਾਸ ਵਿੱਚ, ਉਹਨੂੰ ਬਹੁਤ ਆਮਦਨ, ਮਤਲਬ ਉੱਥੇ ਕਰੋੜਾਂ ਰੁਪਏ ਰੋਜ਼ ਦੀ ਆਮਦਨ। ਜੇ ਤੁਹਾਨੂੰ ਦੱਸਾਂ, ਉੱਥੇ ਇੱਕ ਬਾਲ ਮੁੰਨ ਦਿੰਦੇ, ਉਹ ਵੀ ਵੇਚਦੇ ਆ, ਉੱਥੋਂ ਵੀ ਆਮਦਨ ਬਿਲਕੁਲ ਘੋਣ ਮੋਨ ਕਰ ਦਿੰਦੇ ਉੱਥੇ। ਚਲੋ ਸਾਡੀ ਤੇ ਉਹਨਾਂ ਦੀ ਗੱਲ ਹੋਈ। ਉਹ ਕਹਿੰਦੇ ਤੁਹਾਡੇ ਗੁਰਦੁਆਰੇ ਬੜੀ ਆਮਦਨ ਆ। ਕਹਿੰਦੇ ਹਾਂ, ਸੰਗਤ ਤਾਂ ਸਾਡੇ ਵੀ ਬਹੁਤ ਆ। ਉਹ ਕਹਿੰਦੇ ਤੁਸੀਂ ਕੀ ਕਰਦੇ ਹੋ? ਸਿੱਖਾਂ ਨੇ ਉਹਨਾਂ ਨੂੰ ਪੁੱਛਿਆ, ਤ੍ਰਿਪਤੀ ਵਾਲਿਆਂ ਨੂੰ। ਕਹਿੰਦਾ ਅਸੀਂ ਏਦਾਂ ਦਾਇਰਾ, ਗੋਲ ਦਾਇਰਾ ਮਾਰ ਦਿੰਦੇ ਹਾਂ। ਸੋ ਗੋਲ ਦਾਇਰਾ ਮਾਰ ਦਿੰਦੇ ਹਾਂ ਤੇ ਫਿਰ ਮਾਇਆ ਜਿੰਨੀ ਇਕੱਠੀ ਰੋਜ਼ ਹੁੰਦੀ ਉਹ ਤਾਂ ਨੂੰ ਸਿੱਟ ਦਿੰਦੇ ਹਾਂ। ਜਿਹੜੀ ਤਾਂ ਗੋਲ ਦਾਇਰੇ 'ਚ ਆ ਗਈ ਉਹ ਮੰਦਿਰ ਦੀ, ਜਿਹੜੀ ਗੋਲ ਦਾਇਰੇ ਤੋਂ ਬਾਹਰ ਹੋਈ ਉਹ ਸਾਡੀ। ਅੱਛਾ ਠੀਕ ਆ, ਗੱਲ ਤਾਂ ਠੀਕ ਆ ਬਈ। ਤੇ ਜਿਹੜੀ ਗੋਲ ਦਾਇਰੇ 'ਚ ਆ ਗਈ ਉਹ ਮੰਦਿਰ ਦੀ, ਤੇ ਜਿਹੜੀ ਗੋਲ ਦਾਇਰੇ ਤੋਂ ਬਾਹਰ ਹੋ ਗਈ ਰੋਜ਼ ਏਦਾਂ ਹੀ ਸੁੱਟ ਦਿੰਦੇ ਹਾਂ। ਕਹਿੰਦਾ ਠੀਕ ਹੈ। ਉਹ ਸਿੱਖਾਂ ਨੂੰ ਪੁੱਛਦੇ ਤੁਸੀਂ ਕਰਦੇ? ਤੁਹਾਡੇ ਕੋਲ ਤਾਂ ਮਾਇਆ ਬਹੁਤ ਆ। ਕਹਿੰਦਾ ਹਾਂ, ਅਸੀਂ ਵੀ ਇੱਦਾਂ ਹੀ ਕਰਦੇ ਹਾਂ। ਰੋਜ਼ ਦੀ ਮਾਇਆ ਇਕੱਠੀ ਕਰ ਲੈਂਦੇ ਹਾਂ, ਇਕੱਠੀ ਕਰਕੇ ਉਹ ਤਾਂ ਸੁੱਟ ਦਿੰਦੇ ਰੱਬ ਵੱਲ। ਹਾਂ, ਜਿਹੜੀ ਤਾਂ ਰੱਬ ਨੇ ਚੁੱਕ ਲਈ, ਜਿਹੜੀ ਥੱਲੇ ਆ ਗਈ ਸਾਡੀ, ਬਸ ਉਹ ਤਾਂ ਸੁੱਟਦੀ। ਰੱਬਾ ਜਿਹੜੀ ਤੇਰੀ ਆ ਤੂੰ ਲੈ ਲਾ, ਬਾਕੀ ਸਾਡੀ। ਬਸ ਅਸੀਂ ਇਹ ਕਰਦੇ ਹਾਂ। ਸੋ ਜਿੰਨਾ ਨੇੜੇ ਆ ਉਨਾ ਅਸੀਂ ਦੂਰ ਹਾਂ। ਜਿੰਨਾ ਨੇੜੇ, ਮੈਂ ਤੁਹਾਨੂੰ ਇੱਕ ਆਰਟੀਕਲ ਪੜ੍ਹ ਕੇ ਸੁਣਾਉਣਾ, ਮੈਂ ਹੁਣੇ ਸੁਣਾਵਾਂਗਾ ਤੁਹਾਨੂੰ ਕਿ ਆਪਾਂ ਕੀ ਕਰ ਸਕਦੇ।
मैं आर्टिकल लिखिਆ, मैं तुहानूं पढ़ के सुणाउणा कि आपां की नहीं कर सकते, की नहीं कर सकते। ਉਹਦੇ 'ਚ मैं 3-4 ਗੱਲਾਂ ਹੁਣੇ ਤੁਹਾਡੇ ਨਾਲ ਸਾਂਝੀਆਂ ਕਰਦਾ ਵੀ ਇੰਨੀ ਮਾਇਆ ਆਪਾਂ ਨੂੰ ਆ ਰਹੀ ਹੈ। ਹੁਣ ਤੁਸੀਂ ਜਵਾਬ ਦੇਣਾ ਮੈਨੂੰ। ਮੇਰਾ ਨੰਬਰ ਪਹਿਲਾਂ ਨੋਟ ਕਰੋ 9915097565। ਤੁਸੀਂ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ ਤੇ ਮੈਨੂੰ ਟੈਲੀਫੋਨ ਕਰੋ। ਇਹ ਮੀਣੇ ਸਾਰੇ, ਮੈਂ ਇਹਨਾਂ ਨੂੰ ਮੀਣੇ ਕਹਿੰਦਾ ਕਿ ਅਸੀਂ ਆਪਣਾ ਇੱਕ ਟੈਲੀਕਾਮ ਨਹੀਂ ਬਣਾ ਸਕਦੇ। ਜਿਵੇਂ 에ਅਰਟੈਲ ਹੈ, ਵੋਡਾਫੋਨ ਹੈ, ਕਿ ਸਾਡੇ ਕੋਲ ਅਸੀਂ ਕਿੰਨੇ ਬੰਦੇ ਸਾਨੂੰ ਚਾਹੀਦੇ ਹੈ ਤੇ ਸਿੱਖ ਭਰਤੀ ਕਰੀਏ, ਅੰਮ੍ਰਿਤਧਾਰੀ ਭਰਤੀ ਕਰੀਏ। ਬੰਦਾ ਕਈ ਵਾਰੀ ਆਪਣੀ ਲੋੜ ਨੂੰ ਹੀ ਅੰਮ੍ਰਿਤਧਾਰੀ ਬਣ ਜਾਂਦਾ ਨਾ। ਕੀ ਅਸੀਂ ਇੱਕ ਖਾਲਸਾ ਟੈਲੀਕਾਮ ਨਹੀਂ ਬਣਾ ਸਕਦੇ? ਮੈਨੂੰ ਦੱਸੋ, ਜੇ ਦੱਸੋ ਮੈਨੂੰ ਟੈਲੀਫੋਨ ਤਾਂ ਨੰਬਰ ਦਿੱਤਾ ਹੈ ਕਿ ਤੁਸੀਂ ਮੈਨੂੰ ਫੋਨ ਕਰਕੇ ਦੱਸੋ ਨਹੀਂ ਬਣਾ ਸਕਦੇ। ਕਿੰਨੇ ਬੰਦੇ ਉਹਦੇ 'ਚ ਭਰਤੀ ਹੋਣਗੇ ਤੁਸੀਂ ਮੈਨੂੰ ਦੱਸੋ। ਇਹਨਾਂ ਸਾਰੀ ਉਮਰ ਕੀਤਾ। ਮੈਂ ਨਨਕਾਣਾ ਸਾਹਿਬ ਦੀ ਸੇਵਾ ਦਾ ਵੀ ਇੱਕ ਲਿਖਿਆ ਬਈ ਤੁਸੀਂ ਨਨਕਾਣਾ ਸਾਹਿਬ ਦੀ ਰੋਜ਼ ਸੇਵਾ ਮੰਗਦੇ ਆ। ਵਾਹਿਗੁਰੂ ਜੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਜਿਹੜੇ ਪੰਥ ਨੂੰ ਵਿਛੋੜੇ ਗਏ ਉਹਨਾਂ ਦੀ ਸੇਵਾ ਸੰਭਾਲ ਦਾ ਮੌਕਾ ਸਾਨੂੰ ਦਿਓ। ਠੀਕ ਹੈ, ਵੀ ਤੁਸੀਂ ਇਹ ਸੇਵਾ ਸੰਭਾਲ ਕਰੀ ਜਾਂਦੇ ਹੋ, ਤੁਸੀਂ ਕੀ ਕਰ ਰਹੇ? ਫਿਰ ਮੈਂ ਲਿਖਿਆ ਨਨਕਾਣਾ ਸਾਹਿਬ ਦੀ ਸੇਵਾ ਦਿਓ। ਅਸੀਂ ਅਜੇ ਕੁੜੀਆਂ ਦੀ ਇੱਜ਼ਤ ਨਹੀਂ ਚੰਗੀ ਤਰ੍ਹਾਂ ਲੁੱਟੀ, ਡਿਕਲੇਅਰ ਹੋ ਕੇ ਨਹੀਂ ਲੁੱਟੀ। ਅਸੀਂ ਅਜੇ ਗੁੰਡੇ ਨਹੀਂ ਪਾਲੇ, ਅਸੀਂ ਸਿੱਖਾਂ ਨੂੰ ਮਾਰਿਆ ਨਹੀਂ, ਭੱਠਾਂ ਵਿੱਚ ਝੋਖਿਆ ਨਹੀਂ, ਜੰਡਾਂ ਨਾਲ ਸਾੜਿਆ ਨਹੀਂ। ਵਾਹਿਗੁਰੂ ਸਰਕਾਰ ਨਾਲ ਪੂਰੀ ਤਰ੍ਹਾਂ ਸਾਡੀ ਮੁਲਾਕਾਤ ਤਾਂ ਹੈਗੀ ਆ, ਪਰ ਹੋਰ ਚੰਗੀ ਤਰ੍ਹਾਂ ਰੱਖਾਂਗੇ। ਉਹਨਾਂ ਕੋਲੋਂ ਗੁੰਡੇ ਲਾਂਗੇ, ਸਾਰੀਆਂ ਸਿੱਖ ਕੁੜੀਆਂ ਦੀ ਇੱਜ਼ਤ ਲੁੱਟਾਂਗੇ। ਨਨਕਾਣਾ ਸਾਹਿਬ ਦੀ ਸੇਵਾ ਬਖਸ਼ੋ ਜੀ। ਅਸੀਂ ਤੁਹਾਨੂੰ ਨਰੈਣ ਦਾਸ ਦਾ ਰਿਕਾਰਡ ਤੋੜ ਕੇ ਦਿਖਾਵਾਂਗੇ। ਸਾਰੀ ਮਾਇਆ ਮਿਸਯੂਜ਼ ਕਰਾਂਗੇ, ਅਸਲਾ ਲਿਆਵਾਂਗੇ। ਵਾਹਿਗੁਰੂ ਕਿਸੇ ਨੂੰ ਖੰਘਣ ਨਹੀਂ ਦਿਆਂਗੇ। ਸਾਨੂੰ ਸੇਵਾ ਤਾਂ ਬਖਸ਼ੋ ਤੁਸੀਂ, ਨਨਕਾਣਾ ਸਾਹਿਬ ਦੀ ਸਾਨੂੰ ਸੇਵਾ ਬਖਸ਼ੋ ਜੀ। ਵੀ ਤੁਹਾਨੂੰ ਜਦ ਕਰਨਾ ਹੀ ਕੁਛ ਨਹੀਂ ਆਉਂਦਾ, ਤੁਸੀਂ ਇੱਕ ਬਿਜਲੀ ਨਹੀਂ ਪੈਦਾ ਕਰ ਸਕੇ ਤਾਂ ਤੁਸੀਂ ਹੋਰ ਕੀ ਕਰਨਾ ਹੈ? 47 ਦਾ ਦੇਸ਼ ਆਜ਼ਾਦ ਆ, ਤੁਸੀਂ ਇੱਕ ਬਿਜਲੀ ਨਹੀਂ ਪੈਦਾ ਕਰ ਸਕੇ, ਹੋਰ ਕੀ ਕਰਨਾ ਭਾਈ? ਹੁਣ ਧਿਆਨ ਨਾਲ ਸੁਣੋ, ਮੈਂ ਲਿਖਿਆ ਉਹਦੇ ਵਿੱਚ ਲਿਖਿਆ ਜੇ ਤੁਸੀਂ ਸਾਨੂੰ ਵੋਟਾਂ ਪਾਉਂਦੇ ਹੋ, ਵੋਟਾਂ ਦਾ ਵੀ ਕੰਮ ਹਟਾ ਦੇਣਾ। ਵੋਟ ਕਿਉਂ ਪਾਉਂਦੇ ਆ? ਸਾਰਾ ਗੰਦਾ ਕੰਮ ਹੀ ਵੋਟਾਂ ਦਾ। ਗੁਰਦੁਆਰੇ ਲਈ ਵੋਟ, ਗੁਰਦੁਆਰਾ ਐਕਟ ਕਿਹਨੇ ਬਣਾਇਆ? ਸਾਨੂੰ ਪਾੜਨ ਲਈ, ਖਤਮ ਕਰਨ ਲਈ। ਕਿਉਂ? ਕਿ ਗੁਰਦੁਆਰੇ ਦੀ ਸ਼ਰਾਬ ਚਾਹੀਦੀ ਹੈ। ਤੁਹਾਡੇ ਨਹੀਂ ਸਾਰੇ ਜੋ ਜਾਣਦਾ ਗੰਦਾ ਕਲੀਨ ਸ਼ੇਵ ਬੰਦਾ ਪ੍ਰਧਾਨ, ਉਹਨੂੰ ਇਹ ਪਤਾ ਹੀ ਨਹੀਂ ਕਿ ਕਲੀਨ ਸ਼ੇਵ ਕੁਰੈਤ ਆ। ਕਲੀਨ ਸ਼ੇਵ ਸਿੱਖ ਹੀ ਨਹੀਂ ਹੁੰਦਾ, ਨਹੀਂ ਸਮਝ। ਕੁਰੈਤ ਕਰਨ ਵਾਲਾ ਵੀ ਸਿੱਖ ਹੁੰਦਾ। ਫਿਰ ਬਾਬਾ ਨਾਨਕ ਵੀ ਕਲੀਨ ਸ਼ੇਵ ਕੱਲ ਤੁਸੀਂ ਕਰ ਦੇਣਾ, ਤੁਸੀਂ ਆਪਣੇ ਗੁਰਦੁਆਰੇ ਫੋਟੋ ਲਾ ਦੇਣੀ, ਬਾਬੇ ਨਾਨਕ ਨੂੰ ਕਲੀਨ ਸ਼ੇਵ ਦਿਖਾਉਣ ਲੱਗ ਪੈਣਾ। ਗੱਲ ਸਮਝਣ ਦੀ। ਹੁਣ ਤੁਸੀਂ ਮੈਨੂੰ ਪਹਿਲਾ ਪੁਆਇੰਟ ਕਿ ਅਸੀਂ ਉਹ ਖਾਲਸਾ ਟੈਲੀਕਾਮ ਬਣਾ ਸਕਦੇ ਹਾਂ ਕਿ ਨਹੀਂ? ਬਣਾ ਸਕਦੇ ਹਾਂ। ਹਾਂ, ਆਪਣੀ ਐਕਸਚੇਂਜ ਲਾ ਸਕਦੇ ਹਾਂ ਕਿ ਨਹੀਂ? ਲਾ ਸਕਦੇ ਹਾਂ। ਟੈਲੀਫੋਨ ਮੈਂ ਨੰਬਰ ਦੇ ਦਿੱਤਾ ਨਾ, ਮੈਨੂੰ ਫੋਨ ਕਰਨਾ। ਅਸੀਂ ਆਪਣੀ ਸ਼ਿਪਿੰਗ ਕੰਪਨੀ ਬਣਾ ਸਕਦੇ ਹਾਂ ਕਿ ਨਹੀਂ? ਇਹ ਮਹੀਨਾ 2-2 3-3 ਲਾ ਦਿੰਦੇ ਆ। ਹਫ਼ਤੇ ਵਿੱਚ ਕੈਨੇਡਾ, ਅਮਰੀਕਾ ਜਹਾਜ਼ ਪਹੁੰਚਿਆ ਹੋਵੇ, ਇੰਗਲੈਂਡ ਪਹੁੰਚਿਆ ਹੋਵੇ, ਕਿਉਂ ਨਹੀਂ ਜਾਂਦਾ? ਅਗਲੇ ਨੂੰ ਪਤਾ ਲੱਗੇ ਸਰਵਿਸ ਐਡੀ ਵਧੀਆ, ਸਰਵਿਸ ਐਡੀ ਵਧੀਆ ਸਰਵਿਸ। ਕਾਰਗੋ ਵੀ ਬਣਾਓ ਤੇ ਲਾਈਨਰ ਵੀ ਬਣਾਓ, ਸਵਾਰੀਆਂ ਵਾਲਾ ਵੀ ਬਣਾਓ ਤੇ ਭਾਰ ਢੋਣ ਵਾਲਾ ਵੀ ਬਣਾਓ। ਸ਼ਿਪਿੰਗ ਕੰਪਨੀ ਆਪਣੀ ਹੋਵੇ। ਆ ਤੁਸੀਂ 100 ਤੇ 25 ਕਿਲੋ ਸੋਨਾ ਬੰਗਲਾ ਸਾਹਿਬ ਲਾਉਣ ਲੱਗੇ ਹੋ, ਇਹਦੇ ਕਿੰਨੇ ਜਹਾਜ਼ ਖਰੀਦੇ ਜਾ ਸਕਦੇ ਆ? ਸੋਨਾ ਲਾਉਣ ਨਾਲ ਤਾਂ ਵਾਹਿਗੁਰੂ ਖੁਸ਼ ਨਹੀਂ ਹੁੰਦਾ। ਇਹ ਲੱਖ ਰੁਪਏ ਦੇ ਰੁਮਾਲੇ ਨਾਲ ਤਾਂ ਵਾਹਿਗੁਰੂ ਖੁਸ਼ ਨਹੀਂ ਹੁੰਦਾ। ਸਾਦੇ ਰੁਮਾਲੇ ਨਾਲ ਪਿਆਰ ਚਾਹੁੰਦਾ, ਪਿਆਰ ਚਾਹੁੰਦਾ। ਉਹਨੂੰ ਮਾਇਆ ਦੀ ਤਾਂ ਭੁੱਖ ਨਹੀਂ ਹੈਗੀ। ਨਹੀਂ, ਕੀ ਅਸੀਂ ਆਪਣਾ ਖਾਲਸਾ 에ਅਰਵੇਜ਼ ਨਹੀਂ ਬਣਾ ਸਕਦੇ? ਸਿੱਖਾਂ ਦੀ ਪੂਰੀ ਸਹੂਲਤ। ਇੱਥੋਂ ਜਹਾਜ਼ ਉੱਡਿਆ ਇੰਗਲੈਂਡ 5 ਘੰਟਿਆਂ 'ਚ, ਇੱਥੋਂ ਜਹਾਜ਼ ਉੱਡਿਆ 20 ਘੰਟਿਆਂ 'ਚ ਵੈਨਕੂਵਰ ਕੈਨੇਡਾ, ਇੱਥੋਂ ਜਹਾਜ਼ ਉੱਡਿਆ 20 ਘੰਟਿਆਂ 'ਚ ਕੈਲੀਫੋਰਨੀਆ। ਨਹੀਂ ਉੱਡ ਸਕਦਾ, ਉਹ ਨਹੀਂ ਪੈਸੇ ਹੈਗੇ। ਸਿੱਖਾਂ ਕੋਲੋਂ ਲੈ ਜਾ ਸਕਦੇ ਆ। ਟੈਂਡਰ ਕੱਢ ਦਿਓ, ਇਸ਼ੂ ਨੋਟ ਕਰ ਦਿਓ, ਇੰਨੀ ਮਾਇਆ ਦਿਓ। ਅਸੀਂ ਖਾਲਸਾ 에ਅਰਵੇਜ਼ ਬਣਾਉਣੀ ਹੈ, ਖਾਲਸਾ ਸ਼ਿਪਿੰਗ ਕੰਪਨੀ ਬਣਾਉਣੀ ਹੈ, ਖਾਲਸਾ ਟੈਲੀਕਾਮ ਬਣਾਉਣਾ। ਕੀ ਸਾਡੇ ਪੰਜਾਬ ਵਿੱਚ ਇੰਡਸਟਰੀ ਨਹੀਂ ਲੱਗ ਸਕਦੀ? ਉਹ BSA ਵਾਲੇ ਨੂੰ ਕਹੀਏ ਤਾਂ ਇੰਡਸਟਰੀ ਲੱਗ ਜਾਏ। ਹਾਂ, ਇੰਡਸਟਰੀ ਨਹੀਂ ਲੱਗ ਸਕਦੀ। ਦੱਸੋ ਨਾ ਮੈਨੂੰ ਕਿਹੜਾ ਕੰਮ ਨਹੀਂ ਹੋ ਸਕਦਾ? ਮਰਸਡੀਜ਼ ਨਹੀਂ ਲੱਗ ਸਕਦੀ, BMW ਨਹੀਂ ਲੱਗ ਸਕਦੀ, ਜਾਂ ਜਾਪਾਨ ਨਾਲ ਕੋਲੈਬੋਰੇਸ਼ਨ ਨਹੀਂ ਹੋ ਸਕਦੀ। ਤੁਸੀਂ ਮੈਨੂੰ ਦੱਸੋ ਨਾ ਕੀ ਨਹੀਂ ਹੋ ਸਕਦਾ ਪੰਜਾਬ ਵਿੱਚ? ਕਿ ਬਿਜਲੀ, ਉਹ ਡੈਮ, ਮੈਂ ਇੱਥੇ ਗਿਆ ਕਾਰਵਾਰ, ਇੱਕ ਦਰਿਆ ਆ, 7 ਡੈਮ ਉਹਦੇ ਤੇ, ਇੱਕ ਦਰਿਆ ਤੇ। ਅਸੀਂ ਇੱਕ ਡੈਮ ਬਣਾ ਕੇ ਹੀ ਚੁੱਪ ਹੋ ਗਏ। ਪਾਣੀ ਦਾ ਫਲੋ ਹੀ ਚਾਹੀਦਾ।
ਤੇ 7 ਡੈਮ ਤੁਸੀਂ ਬਣਾ ਦਿਓ ਦਰਿਆ ਤੇ। ਨਹੀਂ, ਅਕਲ ਬਿਜਲੀ ਦੇਣੀ ਨਹੀਂ ਸਿੱਖ ਨੂੰ। ਗੁਆਂਢੀਆਂ ਦੀ ਕੰਧ ਢਹਿ ਜਾਏ ਭਾਵੇਂ ਆਪ ਥੱਲੇ ਆ ਜਾਏ, ਦਿਸ ਇਜ਼ ਦਾ ਹਿੰਦੂ ਫਿਲਾਸਫੀ। ਪੰਜਾਬ ਨੂੰ ਬਿਜਲੀ ਦੇਤੀ ਹੈ, ਬਹੁਤ ਤਰੱਕੀ ਕਰ ਜਾਣਗੇ। ਬਿਜਲੀ ਨਹੀਂ ਦੇਣੀ। ਸਟੇਟ ਨੂੰ ਘਟਾਤਾ। ਅਸੀਂ ਸ਼੍ਰੀਨਗਰ ਤੋਂ ਲੈ ਕੇ ਦਿੱਲੀ ਤੱਕ ਰਾਜ ਮਿਲਦਾ ਸੀ, ਅੱਜ ਸਟੇਟ ਦੇਖੋ, ਵਿੱਚੋਂ ਹਰਿਆਣਾ ਕੱਟ, ਹਿਮਾਚਲ ਕੱਟ, ਚੰਡੀਗੜ੍ਹ ਕੱਟ, ਐਡੀ ਕੋਈ ਪੰਜਾਬੀ ਜੀ ਦੇਤੀ, ਐਡੀ ਕੋਈ ਪੰਜਾਬੀ। ਪੰਜਾਬ ਕਿਆ ਆ? 5 ਆਬ ਕਿੱਥੇ? 5 ਆਬ 2 ਰਹਿ ਗਏ, 3 ਤਾਂ ਖੋਲ ਹੈ। ਅਜੇ ਪਾਣੀਆਂ ਤੇ ਉਹ ਰਾਇਲਟੀ ਮੰਗਣ ਡਿਆ ਹਰਿਆਣਾ। ਦਰਿਆ ਸਾਡੇ, ਰਾਇਲਟੀ ਹਰਿਆਣਾ ਮੰਗ। ਕੌਣ ਕਹਿ ਰਿਹਾ ਇਹਨਾਂ ਨੂੰ? ਉਹ ਤੁਹਾਨੂੰ ਅਕਲ ਹੀ ਨਹੀਂ ਆਉਣੀ ਸਾਰੀ ਉਮਰ। ਤੁਹਾਨੂੰ ਇੱਕ ਦਿਨ ਖਤਮ ਕਰਨਾ ਚਾਹੁੰਦੇ ਆ ਤੁਹਾਡੀ, ਕਿਉਂਕਿ ਤੁਹਾਡੇ 'ਚ ਏਕਤਾ ਨਹੀਂ। ਜਿਹੜਾ ਬੰਦਾ ਏਕਤਾ ਦੀ ਗੱਲ ਕਰਦਾ ਉਹਨੂੰ ਕਰੋੜ 2 ਕਰੋੜ ਰੁਪਈਆ ਦੇ ਕੇ ਖਰੀਦ ਲੈਂਦੇ ਆ। ਤੂੰ ਨਹੀਂ ਏਕਤਾ ਦੀ ਗੱਲ ਕਰ ਰਿਹਾ, ਆ ਜਾ ਇੱਧਰ ਆ ਜਾ। ਉਹ ਵੀ ਉਹਨਾਂ ਦੀ ਗੱਲ ਕਰਦਾ ਫਿਰ। ਹਾਂਜੀ, ਮੈਂ ਹੁਣ ਤੁਹਾਨੂੰ ਗੱਲ ਕਰੀ ਜਾਣਾ। ਅਜੇ ਮੈਂ 2-3 ਪੁਆਇੰਟ ਦੱਸੇ ਆ। ਮੈਂ ਉਹਦੇ ਵਿੱਚ 30-35 ਕੀ ਆਪਣੇ ਸਕੂਲ ਹੋਣ, ਆਪਣੇ ਕਾਲਜ ਹੋਣ, ਬੱਚੇ ਉੱਥੇ ਹੀ ਪੜ੍ਹਨ, ਕੁੜੀਆਂ ਮੁੰਡੇ ਉੱਥੇ ਹੀ ਪੜ੍ਹਨ, ਸਾਰੇ ਸਿੰਘ ਸਰਦਾਰ ਹੋਣ। ਵਿਆਹਾਂ ਦੀ ਪ੍ਰੋਬਲਮ ਆਉਂਦੀ ਆਵੇ ਹੀ ਨਾ, ਆਵੇ ਹੀ ਨਾ। ਕੋਈ ਕੁੜੀ ਅਨਪੜ੍ਹ ਨਾ। ਏਅਰ ਹੋਸਟਸ ਕੌਣ ਹੋਏਗੀ? ਏਅਰ ਹੋਸਟ ਕੌਣ ਹੋਏਗਾ? ਤੁਹਾਡੇ ਬੱਚੇ। ਇੰਡਸਟਰੀ 'ਚ ਕੰਮ ਕੌਣ ਕਰਨਗੇ? ਤੁਹਾਡੇ ਬੱਚੇ। ਟੈਲੀਕਾਮ 'ਚ ਕੌਣ ਕੰਮ ਕਰੂ? ਤੁਹਾਡੇ ਬੱਚੇ। ਸ਼ਿਪਿੰਗ ਕੰਪਨੀ 'ਚ ਕੌਣ ਕੰਮ ਕਰੂ? ਤੁਹਾਡੇ ਬੱਚੇ। ਸਾਰੀ ਇੰਡਸਟਰੀਅਲ ਸਟੇਟ ਹੋ ਜਾਏ, ਕੌਣ ਕੰਮ ਕਰੂਗਾ? ਤੁਹਾਡੇ ਬੱਚੇ। ਮੈਨੂੰ ਦੱਸੋ ਨਾ, ਤੁਸੀਂ ਕੀ ਨਹੀਂ ਹੋ ਸਕਦਾ? ਕੀ ਨਹੀਂ ਹੋ ਸਕਦਾ? ਸਰੋਂ ਦਾ ਤੇਲ ਨਹੀਂ ਪਿਓਰ ਮਿਲਦਾ। ਇੱਕ ਮਿੱਲ ਲੱਗੀ ਹੋਵੇ ਚੰਗੀ ਤਕੜੀ। ਸਾਬਣ ਨਹੀਂ ਚੰਗਾ ਮਿਲਦਾ, ਇੱਕ ਮਿੱਲ ਲੱਗੀ ਹੋਵੇ ਚੰਗੀ ਤਕੜੀ। ਆਪਣੇ ਸਾਬਣ ਬਣਾਏ ਜਾਣ, ਆਪਣੇ ਹੀ ਟਾਇਲਟ ਸੋਪ ਬਣਾਏ ਜਾਣ, ਆਪਣੇ ਹੀ ਬਾਰ ਸੋਪ ਬਣਾਏ ਜਾਣ, ਆਪਣਾ ਹੀ ਸਭ ਕੁਛ ਹੋਵੇ। ਉੱਥੇ ਕੰਮ ਕੌਣ ਕਰੂਗਾ? ਆਪਾਂ। ਪੰਜਾਬ ਸੁਨਹਿਰੀ ਯੁੱਗ ਨਾ ਆਜੂ, ਔਰ 1 ਸਾਲ 'ਚ ਸਾਰਾ ਕੰਮ ਹੋ ਸਕਦਾ। ਸ਼ਿਪਿੰਗ ਕੰਪਨੀ ਨੂੰ ਕੀ ਔਖਾ ਹੈ? ਸ਼ਿਪ ਹੀ ਖਰੀਦਣੇ। ਏਅਰਵੇਜ਼ ਬਣਾਉਣ ਦਾ ਕੀ ਔਖਾ ਹੈ? ਜਹਾਜ਼ ਹੀ ਖਰੀਦਣੇ ਆ। ਕੀ ਕਰਨੇ? ਟੈਲੀਕਾਮ ਲਈ 24 ਆਵਰ ਲਾਈਟ ਦਿਓ ਤਾਂ ਕਿ ਅਸੀਂ ਤਰੱਕੀ ਕਰ ਸਕੀਏ। ਪਾਕਿਸਤਾਨ ਐਟੋਮਿਕ ਪਲਾਂਟ ਲੱਗਾ ਹੋਇਆ, ਸਾਡੇ ਕਿਉਂ ਨਹੀਂ ਲੱਗ ਸਕਦਾ? ਅਸੀਂ ਸੋਚਦੇ ਹਾਂ ਉਹ ਨਹੀਂ ਜੀ, ਨਹੀਂ ਉਹ ਬੜਾ ਖਤਰਾ ਹੈ ਜੀ ਉਹਦੇ ਵਿੱਚ। ਜੀ ਕੀ ਖਤਰਾ? ਜਦੋਂ ਰੱਬ ਨੇ ਮਾਰਨਾ ਉਦੋਂ ਸਾਰੇ ਐਟੋਮਿਕ ਪਲਾਂਟ ਉਹਨਾਂ ਦਾ ਫਟ ਗਿਆ ਤੇ ਸਾਰਾ ਪਾਕਿਸਤਾਨ ਖਤਮ ਹੋ ਗਿਆ। ਜੇ ਉਹ ਨਹੀਂ ਖਤਮ ਹੋਏ ਤੇ ਆਪਾਂ ਕਿਵੇਂ ਖਤਮ ਹੋ ਜਾਵਾਂਗੇ? ਇਹ ਇੱਕ ਸਾਨੂੰ ਅਕਲ ਨਹੀਂ ਹੁੰਦੀ, ਕਿਉਂਕਿ ਅਸੀਂ ਰੱਬ 'ਤੇ ਯਕੀਨ ਨਹੀਂ ਕਰਦੇ। ਸਾਡੇ ਕੋਲ ਐਟੋਮਿਕ ਪਲਾਂਟ ਲੱਗਾ, ਉਹਨੂੰ ਲੱਗਾ ਹੋਣਾ ਚਾਹੀਦਾ ਸੀ ਕਿ ਪੰਜਾਬ 'ਚ ਨਹੀਂ ਲਾਉਣਾ। ਰਾਜਸਥਾਨ ਲੱਗਾ ਹੋਇਆ, ਮਦਰਾਸ ਲੱਗਾ ਹੋਇਆ, ਕਈਆਂ ਦੇ ਐਟੋਮਿਕ ਪਲਾਂਟ ਲੱਗੇ ਹੋਏ ਨੇ। ਬੰਬੇ ਲੱਗੇ ਹੋਏ ਆ, ਉਹ ਭਾਵਾ ਐਟੋਮਿਕ ਪਲਾਂਟ ਹੀ ਆ। ਬੰਬੇ ਕਦੀ ਲਾਈਟ ਗਈ ਨਹੀਂ। ਇੰਗਲੈਂਡ ਲੱਗ ਸਕਦਾ, ਸਾਡੇ ਨਹੀਂ ਲੱਗ ਸਕਦਾ। ਅਕਲ ਦੇਖੋ ਨਾ ਇਹਨਾਂ ਦੀ। ਉਹ ਨਹੀਂ ਜੀ ਨਹੀਂ, ਐਟੋਮਿਕ ਪਲਾਂਟ ਖਤਰਨਾਕ ਆ। ਕੀ ਖਤਰਨਾਕ ਹੈ? ਜੇ ਪਾਕਿਸਤਾਨ ਅਟੈਕ ਕਰੂਗਾ ਆਪ ਵੀ ਤਾਂ ਨਾਲ ਹੀ ਮਰੂਗਾ। ਜਦੋਂ ਅਟੈਕ ਹੋਣਾ ਉਹਦੇ ਰੱਬ ਨੇ ਅਟੈਕ ਕਰਨਾ, ਬੰਦਾ ਅਟੈਕ ਨਹੀਂ ਕਰਦਾ। ਰੱਬ ਨੇ ਦੁਨੀਆ ਮਾਰਨੀ ਹੈ, ਬੰਦਾ ਮਾਰ ਨਹੀਂ ਸਕਦਾ। ਰੱਬ ਨੇ ਭਾਣਾ ਵਰਤਾਉਣਾ, ਬੰਦਾ ਵਰਤਾ ਨਹੀਂ ਸਕਦਾ। ਇਹ ਸਾਨੂੰ ਜਿੰਨੇ ਸਾਹ ਤੁਹਾਨੂੰ ਰੱਬ ਨੇ ਦਿੱਤੇ ਆ, ਨਾ ਇੱਕ ਸਾਹ ਘਟਣਾ, ਨਾ ਇੱਕ ਸਾਹ ਵਧਣਾ। ਨਾਲੇ ਜਿੱਥੇ ਮਰਨਾ ਉੱਥੇ ਹੀ ਮਰਨਾ, ਉੱਥੇ ਹੀ ਮਰਨਾ। ਮੈਨੂੰ 2 ਵਾਰੀ 3 ਵਾਰੀ ਅਟੈਕ ਹੋ ਗਿਆ ਮਾਰਨ ਦਾ, ਫਿਰ ਮੈਂ ਮਰ ਗਿਆ। ਮਰਨਾ ਸੀ ਤੇ ਮਰਨਾ ਸੀ, ਮੈਨੂੰ ਇਹ ਗੱਲ ਦਾ ਪਤਾ। ਜਿੰਨੇ ਮੇਰੇ ਕੋਲ ਸਵਾਸ ਨੇ ਉਨੇ ਹੀ ਸਵਾਸ ਨੇ। ਮੈਨੂੰ ਬੰਦਾ ਨਹੀਂ ਮਾਰ ਸਕਦਾ। ਜਦੋਂ ਮਾਰੂਗਾ ਮੈਨੂੰ ਗੁਰੂ ਨਾਨਕ ਮਾਰੂਗਾ। ਆਪਾਂ ਡਰਦੇ ਹੀ ਨਹੀਂ ਕਿਸੇ ਕੋਲ। ਬੜੀਆਂ ਧਮਕੀਆਂ ਆਉਂਦੀਆਂ। ਹੁਣ ਵੀ ਮੈਨੂੰ ਅੱਜ ਹੀ ਫੋਨ ਆਇਆ, ਦਿੱਲੀ ਨਾ ਆਉਣਾ। ਮੈਂ ਕੀ ਹੋ ਜਾਏਗਾ? ਨਹੀਂ ਤੁਹਾਨੂੰ ਮਾਰਨਗੇ। ਮਾਰਨਗੇ ਵੀ ਸਾਨੂੰ ਉਹ ਗੁਰੂ ਧਰੋਈ ਪ੍ਰਿਥੀ ਚੰਦ ਸਮਝਦੇ ਆ ਨਾ। ਸਾਨੂੰ ਉਹ ਗੁਰੂ ਧਰੋਈ ਸਮਝਦੇ ਆ। ਉਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਸਾਡਾ ਗੁਰੂ ਨਾਲ ਬਹੁਤ ਪਿਆਰ ਆ। ਗੁਰੂ ਦੇ ਅਸੀਂ ਬਹੁਤ ਅਦਬ ਸਤਿਕਾਰ ਵਿੱਚ ਹਾਂ। ਹਰ ਕੰਮ ਗੁਰੂ ਨੂੰ ਪੁੱਛ ਕੇ ਕਰਦੇ ਹਾਂ। ਗੁਰੂ ਤੋਂ ਬਗੈਰ ਤਾਂ ਕਰਦੇ ਹੀ ਨਹੀਂ। ਗੁਰੂ ਤੋਂ ਬਗੈਰ ਤਾਂ ਕਰਦੇ ਹੀ ਨਹੀਂ, ਕੰਮ ਹੀ ਨਹੀਂ ਕਰਦੇ। ਪਰ ਐਡਾ ਵੱਡਾ ਕੰਮ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਆਪ ਪੜ੍ਹਿਆ, ਫਿਰ ਦੂਜੀ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਸਟੀਕ ਲਿਖਿਆ, ਤੀਜੀ ਵਾਰੀ ਹੁਣ ਰਿਕਾਰਡਿੰਗ ਹੋ ਰਹੀ ਆ। ਤੁਸੀਂ ਸਮਝੇ ਛੋਟਾ 1 ਦਿਨ ਦਾ ਕੰਮ, ਸਾਲਾਂ ਦੇ ਸਾਲ ਲੱਗ ਜਾਣੇ। ਲਿਖਣ ਲੱਗਿਆ ਵੀ ਸਾਲਾਂ ਦੇ ਸਾਲ ਲੱਗ ਗਏ, ਪੜ੍ਹਨ ਲੱਗਿਆ ਵੀ ਸਾਲਾਂ ਦੇ ਸਾਲ ਲੱਗ ਗਏ, ਰਿਕਾਰਡਿੰਗ ਲਈ ਵੀ ਸਾਲਾਂ ਦੇ ਸਾਲ ਲੱਗ ਜਾਣੇ। ਸਾਲ ਤਾਂ ਹੋ ਹੀ ਚੱਲਿਆ ਮੈਨੂੰ। ਰਿਕਾਰਡਿੰਗ ਕਰਨੀ ਸੌਖੀ ਆ? ਬਹੁਤ ਔਖੀ ਆ। ਇੱਕ ਸ਼ਬਦ ਦੀ ਰਿਕਾਰਡਿੰਗ ਕਰਨੀ ਆ, ਫਿਰ ਜਿੱਥੇ ਖਾਸ ਪੁਆਇੰਟ ਆਉਂਦਾ ਉੱਥੇ ਉਹਨੂੰ ਬੜਾ ਸੰਖੇਪ, ਉਹਦਾ ਵਿਸਥਾਰ ਵੀ ਕਰਨੇ, ਪਿਆਰ ਨਾਲ ਸਮਝਾਉਣਾ ਕੀ ਹੈ। ਹੁਣ ਇੱਥੇ ਮੀਣੇ ਦੀ ਗੱਲ ਆਈ ਆ ਤਾਂ ਮੀਣੇ ਤੋਂ ਕਿੰਨੀਆਂ ਗੱਲਾਂ ਆ ਗਈਆਂ, ਕਿੰਨੀ ਕਥਾ, ਕਿੱਧਰ ਦੀ ਕਿੱਧਰ ਕਥਾ ਚੱਲੀ। ਭਰਾ ਬਣ ਕੇ ਵਾਹਿਗੁਰੂ ਨੂੰ ਮਾਰਨ ਲੱਗੇ। ਮੀਣਾ ਅੰਦਰੋਂ ਹੋਰ ਬਾਹਰੋਂ ਹੋਰ ਮੀਣਾ। ਸੋ ਭਾਈ ਬੜੀਆਂ ਗੱਲਾਂ, ਬਹੁਤ ਗੱਲਾਂ।
ਅਸੀਂ ਪਰ ਠੀਕ ਰਾਜ ਕਰ ਹੀ ਨਹੀਂ ਸਕੇ। ਹਮੇਸ਼ਾ ਸੈਂਟਰ ਨਾਲ ਅੱਗੇ ਤੁਹਾਡੇ ਹੱਥ ਵੀ ਰਾਜ ਆਏ, ਸੈਂਟਰ ਨਾਲੋਂ ਤੋੜਨੀ ਨਹੀਂ, ਭਾਵੇਂ ਕੋਈ ਹੋਣ। ਸੈਂਟਰ ਨਾਲ ਟੁੱਟ ਗਈ ਤੁਹਾਨੂੰ ਮਦਦ ਨਹੀਂ ਮਿਲਣੀ। ਤੁਸੀਂ ਕਮ ਸੇ ਕਮ ਸੈਂਟਰ ਨਾਲ ਬਣੀ ਹੁੰਦੀ, ਕਮ ਸੇ ਕਮ ਇੱਕ ਐਟੋਮਿਕ ਪਲਾਂਟ ਹਰਿਆਣਾ ਗ੍ਰਾਂਟ ਕਰਾ ਗਿਆ, ਅਸੀਂ ਨਹੀਂ ਗ੍ਰਾਂਟ ਕਰਾ ਸਕਦੇ ਸੀ। ਮਨਮੋਹਨ ਸਿੰਘ 'ਚ ਕੀ ਹੈ, ਬਸ ਦੁਨੀਆ ਮੰਦੀ ਉਹ ਸਭ ਤੋਂ ਸਿਆਣਾ ਬੰਦਾ ਆ, ਸਭ ਤੋਂ ਲਾਇਕ ਬੰਦੇ ਹਨ, ਵੈਲ ਐਜੂਕੇਟਡ ਇਨ ਦੀ ਵਰਡ ਆ, ਅਤੇ ਅਸੀਂ ਉਹਦੇ ਨਾਲ ਜਾ ਕੇ ਇੱਕ ਐਟੋਮਿਕ ਪਲਾਂਟ ਨਹੀਂ ਗ੍ਰਾਂਟ ਕਰਾ ਸਕਦੇ। ਨਹੀਂ ਅਸੀਂ ਇਹਨਾਂ ਕੋਲੋਂ ਨਹੀਂ ਕਰਾਉਣਾ, ਤੇ ਹਿੰਦੂਆਂ ਨੇ ਕਰਨਾ ਨਹੀਂ। ਸਾਡੀ ਸਾਂਝ ਦੇਖ ਲਓ। ਵਾਹਿਗੁਰੂ ਉਹ ਸੱਚੇ ਪਾਤਸ਼ਾਹ ਸਿੱਖਾਂ ਨੂੰ ਅਕਲ ਦੇਈ, ਸਿੱਖਾਂ ਨੂੰ ਅਕਲ ਦੇਈ। ਕਈ ਵਾਰੀ ਅਸੀਂ ਕਹਿੰਦੇ ਹਾਂ ਕਾਂਗਰਸ ਬਹੁਤ ਗੰਦੀ ਆ, ਅਕਾਲੀ ਚੰਗੇ ਆ। ਜਿਨ੍ਹਾਂ ਨੇ ਕਾਂਗਰਸ ਨੇ ਤਾਂ ਸਾਡਾ ਇੱਕ ਬੰਦਾ ਹੀ ਮਾਰਿਆ ਨਾ, ਤੁਸੀਂ ਤਾਂ ਸਿੱਖੀ ਮਾਰਤੀ। ਸਿੱਖੀ ਖਤਮ ਕਰਨੀ ਠੀਕ ਸੀ ਕਿ ਇੱਕ ਬੰਦਾ ਮਾਰਨਾ ਸੀ? ਫਿਰ ਬੰਦਾ ਕਾਂਗਰਸ ਨੇ ਮਾਰਿਆ, ਫਿਰ ਕੈਪਟਨ ਵੀ ਗੰਦਾ ਹੈ। ਕੈਪਟਨ ਇਹਨਾਂ ਨਾਲੋਂ 1000 ਗੁਣਾ ਚੰਗਾ, ਭਾਵੇਂ ਉਹਦੇ ਵਿੱਚ ਵੀ ਐਬ ਹੈਗੇ ਆ, ਪਰ ਇਹਨਾਂ ਨਾਲ ਤਾਂ 1000 ਗੁਣਾ ਚੰਗਾ। ਉਹਨੇ ਕੋਈ ਸਿੱਖ ਤਾਂ ਨਹੀਂ ਮਾਰਿਆ, ਤੁਸੀਂ ਤਾਂ ਸਿੱਖ ਹੋ ਕੇ ਸਿੱਖ ਮਾਰ ਦਿੰਦੇ ਹੋ। ਉਹਨੇ ਕੋਈ ਸਿੱਖ ਤਾਂ ਨਹੀਂ ਮਾਰਿਆ। ਠੀਕ ਹੈ, ਡਿਵੈਲਪਮੈਂਟ ਨਹੀਂ ਉਹਨੇ ਕੀਤੀ, ਨਹੀਂ ਕੀਤੀ, ਨਹੀਂ ਕਰ ਸਕਿਆ, ਕੋਈ ਕਾਰਨ ਹੋਣਾ, ਕਈ ਗੱਲਾਂ ਹੋ ਜਾਂਦੀਆਂ, ਪਰ ਇਹਨਾਂ ਨਾਲੋਂ ਤਾਂ 1000 ਗੁਣਾ ਚੰਗਾ। ਬੇਅੰਤ ਸਿੰਘ ਖਰਾਬ ਸੀ ਕਿ ਕਾਂਗਰਸ ਸਾਰੀ ਖਰਾਬ ਆ? ਅਕਾਲੀ ਤਾਂ ਸਾਰੇ ਹੀ ਖਰਾਬ ਆ, 1 to all ਖਰਾਬ ਆ। ਉਹਨੂੰ ਕੀ ਕਰਾਂਗੇ? ਜਿਨ੍ਹਾਂ ਨੇ ਸਿੱਖੀ ਨੂੰ ਮਾਰਨ ਦੀ ਸੋਚ ਲਈ ਆ ਉਹ ਸਾਰੇ ਹੀ ਖਰਾਬ ਆ। ਤੇ ਇੱਕ ਬੇਅੰਤ ਸਿੰਘ ਗੰਦਾ ਸੀ, ਬਾਕੀ ਸਾਰੇ ਕਾਂਗਰਸੀ ਅਜੇ ਵੀ ਹੱਕ 'ਚ ਆ। ਉਹਨਾਂ ਨੇ ਸਗੋਂ ਦੇਖੋ ਬੇਅੰਤ ਸਿੰਘ ਨੇ ਸਿੱਖਾਂ ਨੂੰ ਮਾਰਿਆ ਤੇ ਕਾਂਗਰਸੀ ਨਹੀਂ ਕਿਹਾ ਕਾਤਲੇ ਪੰਜਾਬ, ਉਹ ਵੀ ਤਾਂ ਬੰਦਾ ਇੱਥੇ ਹੀ ਆ, ਉਹਨੂੰ ਕਾਤਲੇ ਪੰਜਾਬ ਕਿਹਾ, ਉਹ ਵੀ ਕਾਂਗਰਸੀ ਆ ਬਰਾੜ। ਸੂਈ ਪੱਖ ਦੇਖਣਾ। ਅੱਜ ਸੋਨੀਆ ਗਾਂਧੀ ਆ ਜਿਹਨੇ ਸਰਦਾਰਾਂ ਦਾ ਨਾਂ ਹੀ ਉੱਚਾ ਕਰ ਦਿੱਤਾ। ਤੁਸੀਂ ਸਮਝਦੇ ਬੀਜੇਪੀ ਹੁੰਦੀ ਤੇ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਬਣ ਜਾਂਦਾ, ਮਨਟੇਕ ਸਿੰਘ ਚੇਅਰਮੈਨ ਬਣ ਜਾਂਦਾ ਪਲੈਨਿੰਗ ਕਮਿਸ਼ਨ ਦਾ, 4-5 ਤਾਂ ਗਵਰਨਰ ਹੀ ਸਰਦਾਰ ਲੱਗੇ ਹੋਏ ਆ, ਲੱਗ ਜਾਂਦੇ ਕਿੰਨੇ ਅਹੁਦਿਆਂ ਤੇ ਸਰਦਾਰ ਅੱਗੇ ਬੈਠੇ ਆ, ਹਾਈ ਕਮਾਂਡ ਦੇ ਅਹੁਦਿਆਂ 'ਚ ਸਰਦਾਰ ਬੈਠੇ ਆ। ਇਹ ਸੋਨੀਆ ਗਾਂਧੀ ਦੀ ਅੰਦਰ ਈਰਖਾ ਨਹੀਂ, ਗੋਰੀ ਹੈਗੀ ਆ, ਗੋਰਿਆਂ ਅੰਦਰ ਈਰਖਾ ਘੱਟ ਹੁੰਦੀ ਆ। ਉਹਨੇ ਕਿਹਾ ਜਿਹੜਾ ਬੰਦਾ ਠੀਕ ਟਾਈਮ ਤੇ ਆਉਂਦਾ ਠੀਕ ਆ, ਲਾ ਦਿਓ। ਲਾਤਾ ਕਿ ਨਾ ਲਾਤਾ? ਸੋਨੀਆ ਗਾਂਧੀ ਨੇ ਸਿੱਖਾਂ ਦਾ ਨਾਂ ਦੁਨੀਆ 'ਚ, ਸਾਨੂੰ ਸਿੱਖਾਂ ਨੂੰ ਜਾਣਦਾ ਕੋਈ ਨਹੀਂ ਸੀ। ਮਨਮੋਹਨ ਸਿੰਘ ਦੇ ਪ੍ਰਾਈਮ ਮਿਨਿਸਟਰ ਬਣਨ ਨਾਲ ਸਿੱਖਾਂ ਨੂੰ ਪਤਾ ਲੱਗਾ ਸਿੱਖ ਤਾਂ ਬਹੁਤ ਲਾਇਕ ਬੰਦੇ ਵੀ ਆ। ਬਲੈਕ ਡੌਗ ਸੱਦੇ ਸੀ ਇੰਗਲੈਂਡ 'ਚ, ਜਦੋਂ ਮੇਰੇ ਸਾਥੀ ਉੱਥੇ ਗਏ ਆ ਤਾਂ ਉਹ ਸਾਨੂੰ ਕਈ ਵਾਰੀ, ਮੈਨੂੰ ਉਦੋਂ ਫੋਨ ਨਹੀਂ ਸੀ ਹੁੰਦਾ, ਚਿੱਠੀ ਪਾਉਂਦੇ, ਉਹ ਸਾਨੂੰ ਕਾਲੇ ਕੁੱਤੇ ਸੱਦੇ ਆਏ। ਹਾਂ, ਉੱਥੇ ਤੁਹਾਨੂੰ ਪਤਾ ਹੋਟਲਾਂ ਵਿੱਚ ਲਿਖਿਆ ਸੀ ਬਲੈਕ ਡੌਗਸ ਆਰ ਨਾਟ ਅਲਾਊਡ। ਤਾਂ ਤਾਜ ਬਣਿਆ ਸੀ ਇਹ ਟਾਟੇ ਦਾ, ਇਹਨੇ ਲਿਖਤਾ ਸੀ ਉੱਥੇ ਗੋਰੇ ਨਹੀਂ ਅਲਾਊਡ, ਚਿੱਟੇ ਕੁੱਤੇ ਅਲਾਊਡ ਨਹੀਂ। ਮਹਾਰਾਜ ਉਹ ਵੀ ਹਿੰਮਤ ਰੱਖਦਾ ਸੀ, ਮੈਂ ਕਹਿੰਦਾ ਬਹੁਤ ਵੱਡੀ ਹਿੰਮਤ ਸੀ। ਆਮ ਲਿਖਿਆ ਹੁੰਦਾ ਸੀ ਹੋਟਲਾਂ ਤੇ ਬਲੈਕ ਡੌਗਸ ਆਰ ਨਾਟ ਅਲਾਊਡ। ਤੁਸੀਂ ਪੜ੍ਹੋਗਾ। ਇਹ ਤਾਂ ਹੁਣ ਥੋੜਾ ਜਿਹਾ ਫਰਕ ਪਿਆ ਕਿ ਅੱਜ ਨੀਗਰੋ ਕੈਨੇਡੀ ਨੂੰ ਮਾਰਿਆ ਹੀ ਇਸੇ ਕਰਕੇ ਸੀ, ਉਹ ਥੋੜਾ ਜਿਹਾ ਕਾਲਿਆਂ ਦੇ ਹੱਕ ਹੀ ਸੀ, ਨੀਗਰੋ ਦੇ ਹੱਕ ਹੀ ਸੀ। ਅੱਜ ਨੀਗਰੋ ਉਹਨਾਂ ਦਾ ਪ੍ਰੈਜ਼ੀਡੈਂਟ ਆ। ਸਮਾਂ ਬਦਲ ਗਿਆ, ਸਮਾਂ ਬਦਲ ਗਿਆ। ਇਹਨੂੰ ਕਹਿੰਦੇ ਸਮੇਂ ਦਾ ਬਦਲਾਓ। ਤੁਸੀਂ ਆਪ ਜਾਣਦੇ ਹੋ ਅਮਰੀਕਾ ਵਿੱਚ ਹਬਸ਼ੀਆਂ ਨੂੰ ਨਫ਼ਰਤ ਕੀਤੀ ਜਾਂਦੀ ਸੀ, ਕਾਲਿਆਂ ਨੂੰ ਨਫ਼ਰਤ ਕੀਤੀ ਹੈ। ਅੱਜ ਗੋਰੀਆਂ ਉਹਨਾਂ ਨਾਲ ਵਿਆਹੀਆਂ ਹੋਈਆਂ, ਅੱਜ ਅੱਧੀਆਂ ਗੋਰੀਆਂ ਤਾਂ ਕਾਲਿਆਂ ਨੂੰ ਲਾਈਕ ਕਰਦੀਆਂ। ਸਮਾਂ, ਅੱਧੀਆਂ ਗੋਰੀਆਂ ਤਾਂ ਕਾਲਿਆਂ ਨਾਲ ਵਿਆਹ ਕਰਦੀਆਂ। ਕਿੰਨਾ ਨੀਗਰੋ ਇੰਗਲੈਂਡ 'ਚ ਹੈ, ਕਿੰਨਾ ਨੀਗਰੋ ਅਮਰੀਕਾ 'ਚ ਹੈ। ਸਮਾਂ ਹੌਲੀ ਹੌਲੀ, ਵਾਹਿਗੁਰੂ ਵੀ ਇਹੋ ਕਹਿੰਦਾ ਏਕ ਪਿਤਾ ਏਕ ਸਕੇ ਬਾਰਕ। ਗੱਲ ਤਾਂ ਸਮਝਦੀ ਆ। ਬਸ ਅੱਗੇ ਤੋਂ ਇੱਕ ਗੱਲ ਤੁਸੀਂ ਵੀ ਨੋਟ ਕਰੋ, ਗੁਰੂ ਸਾਹਿਬ ਨੂੰ ਕਦੀ ਸਿੱਖਾਂ ਦਾ ਗੁਰੂ ਨਹੀਂ ਕਹਿਣਾ, ਨਹੀਂ, ਇਹ ਤਾਂ ਡੱਬੀ 'ਚ ਬੰਦ ਕਰਨ ਵਾਲੀ ਗੱਲ ਹੋਈ। ਦ ਗੁਰੂ ਆਫ ਹਿਊਮੈਨਿਟੀ, ਰੱਬ ਨੂੰ ਮਿਲਾਉਣ ਵਾਲਾ ਵਿਚੋਲਾ, ਗੁਰੂ ਆਫ ਹਿਊਮੈਨਿਟੀ ਹੂ ਕੈਨ ਟੀਚ ਦੀ ਹਿਊਮੈਨਿਟੀ। ਬਸ ਇੱਕ ਪੁਆਇੰਟ ਇਹ ਵੀ ਯਾਦ ਰੱਖੋ। ਹੋਰ ਅਗਲਾ ਪੁਆਇੰਟ ਮੈਂ ਬੜੇ ਪੁਆਇੰਟ ਮੈਂ ਉਹ ਜਿਹੜਾ ਛਾਪਿਆ ਤੁਹਾਡੇ ਸਾਹਮਣੇ ਅੱਗੇ ਪੇਸ਼ ਕਰਾਂਗਾ। ਮੈਂ ਕਿੰਨਾ ਕੁਛ ਲਿਖਿਆ ਉਹਦੇ ਵਿੱਚ, ਤੁਸੀਂ ਮੈਨੂੰ ਦੱਸਣਾ ਅਸੀਂ ਕੀ ਨਹੀਂ ਕਰ ਸਕਦੇ। ਮੈਂ ਕਿਹਾ ਅਸੀਂ ਇੱਕ ਪਰਿਵਾਰ ਨੂੰ 1 ਲੱਖ ਰੁਪਈਆ ਆਮਦਨ ਦਿਆਂਗੇ, ਨੌਕਰੀਆਂ ਦਿਆਂਗੇ। ਇਹਨਾਂ ਕੋਲ ਨੌਕਰੀਆਂ, ਅਨਐਮਪਲਾਇਮੈਂਟ ਇੰਨੀ ਆ, ਕਿਉਂ? ਅਕਲ ਨਹੀਂ। ਆਪਣੇ ਬੈਂਕ ਹੋਣ, ਮੈਂ ਭੁੱਲ ਗਿਆ, 2 ਬੈਂਕ ਹੋਣ, ਤੁਹਾਡਾ ਆਪਣਾ ਬੈਂਕ, ਮੇਰਾ ਬੈਂਕ, ਵਾਹਿਗੁਰੂ ਦਾ ਬੈਂਕ ਨਾ ਰੱਖੋ, ਬੈਂਕ ਆਫ ਗॉड।
ਰੱਖੋ, ਤੁਹਾਡਾ ਆਪਣਾ ਬੈਂਕ ਨਾ ਰੱਖੋ, ਨਾਲੇ ਉਹਨਾਂ ਨੂੰ ਸੇਵਾ ਦੇ ਕੇ ਦਿਖਾਓ ਕਿ ਤੁਸੀਂ ਕਿਵੇਂ ਸੇਵਾ ਕਰਦੇ ਹੋ। ਆਉਂਦੇ ਨੂੰ ਚਾਹ ਪੁੱਛਾਓ, ਕਿਵੇਂ ਆਏ ਹੋ, ਬੈਠੋ। ਉਹ ਮੈਨੂੰ ਇੱਕ ਹੋਰ ਬੈਂਕ, ਕਈ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਨਾ, ਮੈਨੂੰ ਇੱਕ ਗੱਲ ਯਾਦ ਆ ਗਈ। ਥੋੜ੍ਹੀ ਜਿਹੀ ਪੈਨ ਸਟ੍ਰਾਈਕ ਚੱਲ ਰਹੀ ਸੀ ਮੇਰੇ ਭਰਾ ਦੇ ਬੈਂਕ 'ਚ, PNB 'ਚ। ਇੱਕ ਸਰਦਾਰ ਆ ਗਿਆ, ਮੈਨੂੰ ਬਹੁਤ ਜ਼ਰੂਰੀ ਕੰਮ ਆ, ਤੇ ਇਹ ਇੱਕ ਚੈੱਕ ਮੇਰਾ ਕੈਸ਼ ਕਰ ਦਿਓ। ਉਹ ਚੁੱਪ। ਇੱਕ ਚੈੱਕ ਕੈਸ਼ ਕਰ ਦਿਓ। ਉਹ ਚੁੱਪ। ਇੱਕ ਚੈੱਕ ਕੈਸ਼ ਕਰ ਦਿਓ। ਉਹ ਕਲਰਕ ਨੇ ਮਾਰਿਆ ਥੱਪੜ ਤੇ ਪੱਗ ਲਾ ਦਿੱਤੀ ਉਹਦੀ। ਉਹ ਮੇਰੇ ਭਰਾ ਕੋਲ ਆ ਗਿਆ ਚੁੱਪ ਕਰਕੇ, ਮੈਨੇਜਰ ਸੀ। ਕੀ ਕਹਿੰਦਾ ਕਿ ਮੈਂ ਇੰਗਲੈਂਡ ਗਿਆ ਸੀ, ਤੁਸੀਂ ਇੱਕ ਫ਼ਰਕ ਦੇਖੋ। ਤੇ ਮੈਂ ਉੱਥੇ, ਮੈਨੂੰ ਇੰਗਲਿਸ਼ ਨਹੀਂ ਸੀ ਬਹੁਤੀ ਆਉਂਦੀ। ਗੋਰੀ ਨੇ ਜਾਣ ਲਿਆ, ਉਹਨੇ ਮੈਨੂੰ ਪੁੱਛਿਆ ਤੇ ਮੈਂ ਚੈੱਕ ਦੇਤਾ। ਉਹਨੇ ਮੈਨੂੰ ਕਿਹਾ ਡੋਂਟ ਵਰੀ, ਇੰਨੀ ਕੋਈ ਇੰਗਲਿਸ਼ ਮੈਨੂੰ ਵੀ ਆਉਂਦੀ ਸੀ। ਉਹਨੇ ਅੱਗੋਂ ਚੈੱਕ ਦੇਤਾ ਵੀ ਉਹ ਅਨਪੜ੍ਹ ਬੰਦਾ ਆਇਆ, ਇਹਦਾ ਚੈੱਕ ਕੈਸ਼ ਕਰ ਦਿਓ। ਤੇ ਜਦੋਂ ਚੈੱਕ ਦੇ ਕੇ ਆਈ ਤੇ ਮੈਨੂੰ ਕਹਿੰਦੀ ਪਲੀਜ਼ ਵੇਟ, ਸੌਰੀ ਲਿਟਲ ਡਿਲੇ, ਸੌਰੀ। 3 ਵਾਰੀ ਤਾਂ ਮੈਨੂੰ ਉਹ ਸੌਰੀ ਕਹਿ ਗਈ। 5 ਮਿੰਟਾਂ 'ਚ ਮੇਰਾ ਕੈਸ਼ ਦੇ ਗਈ। 5 ਮਿੰਟਾਂ ਵਿੱਚ 3 ਵਾਰੀ ਮੈਨੂੰ ਸੌਰੀ ਫॉर ਡਿਲੇ ਕਹਿ ਗਈ। ਸੌਰੀ ਫॉर ਡਿਲੇ 3 ਵਾਰੀ। ਤੇ ਮੈਨੂੰ ਬੈਠੇ ਬਿਠਾਏ ਨੂੰ ਕੈਸ਼ ਦੇ ਗਈ ਉਹ। ਤੇ ਇੱਥੇ ਮੈਂ ਰਿਕੁਐਸਟ ਕਰੀ ਜਾਣਾ, ਹੱਥ ਜੋੜੀ ਜਾਣਾ, ਉਹਨੇ ਥੱਪੜ ਮਾਰ ਕੇ ਮੇਰੀ ਪੱਗ ਹੀ ਲਾਤੀ ਆ। ਬਿਹੇਵੀਅਰ ਦੇਖਿਆ, ਸਿੱਖਾਂ ਦਾ ਬਿਹੇਵੀਅਰ ਇਹੋ ਜਿਹਾ ਹੁੰਦਾ। ਸਿੱਖ ਪੱਗ ਵਾਲਾ ਤਾਂ ਨਹੀਂ ਹੁੰਦਾ, ਦਾੜੀ ਵਾਲਾ ਸਿੱਖ ਤਾਂ ਨਹੀਂ ਹੁੰਦਾ। ਕੇਸ ਧਰੇ ਪਹੁਲ ਬਿਨਾ ਭੇਖੀ ਮੂੜਾ ਸਿੱਖ। ਅੰਮ੍ਰਿਤ ਨਹੀਂ ਛਕਿਆ, ਪੱਗ ਬੰਨੀ ਆ, ਕੇਸ ਰੱਖੇ ਹੋਏ ਆ, ਉਹ ਤਾਂ ਭੇਖੀ ਆ, ਪਖੰਡੀ ਆ। ਪਖੰਡੀ ਨਹੀਂ ਤਾਂ ਪੱਗ ਲਾ ਦਿੱਤੀ। ਵਿਚਾਰਾ ਕਹਿ ਰਿਹਾ ਮੈਨੂੰ ਬਹੁਤ ਜ਼ਰੂਰੀ ਆ, ਇੱਕ ਚੈੱਕ ਹੀ ਕੈਸ਼ ਕਰਨਾ, ਕਰਦੇ। ਕੀ ਹੋਇਆ? ਉਹ ਕੰਮ ਕਰਨਾ ਹੀ ਨਹੀਂ ਚਾਹੁੰਦੇ, ਕੰਮ ਕਰਨਾ ਨਹੀਂ ਚਾਹੁੰਦੇ। ਮੇਰਾ ਮਤਲਬ ਹੈ ਸਮਾਂ ਵਾਹਿਗੁਰੂ ਬਦਲੇਗਾ, ਸਮਾਂ ਤਾਂ ਆ ਰਿਹਾ, ਬਦਲੇਗਾ। ਹਾਂਜੀ, ਹੁਣ ਇੱਕ ਗੱਲ ਹੋਰ ਦੱਸੋ, ਸਮੇਂ ਦੀ ਗੱਲ ਆ ਰਹੀ ਨਾ, ਹੁਣ ਸਮਾਂ ਹੀ ਆ ਰਿਹਾ। 5100 ਸਾਲ ਪਹਿਲਾਂ ਲਿਖਿਆ ਯੂਰਪ ਨਹੀਂ ਰਹਿਣਾ 2012 'ਚ, ਅਮਰੀਕਾ ਨੂੰ ਵੀ ਬਹੁਤ ਨੁਕਸਾਨ ਹੋ ਜਾਣਾ, 90% ਦੁਨੀਆ ਕਹਿੰਦਾ ਮਰ ਜਾਣੀ, ਕਲਯੁਗ ਖਤਮ ਹੋ ਜਾਣਾ। ਉਹਨਾਂ ਨੂੰ ਦੱਸੋ, ਉਹਨਾਂ ਨੇ ਝੂਠ ਹੀ ਮਾਰਤਾ 5100 ਸਾਲ ਪਹਿਲਾਂ। 5100 ਸਾਲ ਪਹਿਲਾਂ ਉਹ ਝੂਠ ਆ ਸਾਰਾ। ਤੁਸੀਂ ਸਾਰੇ ਕਲਯੁਗੀ ਹੋ ਗਏ, ਮਹਾ ਹਰਾਮਖੋਰ ਹੋ ਗਈ ਦੁਨੀਆ, ਮਹਾ ਵੱਡੀ ਦੇਸ਼ ਵੇਚਤਾ, ਧੀ ਭੈਣ ਮਾਂ ਵੇਚ ਦਿੱਤੀ। ਤੇ ਅਜੇ ਉਹ ਰੱਬ ਜੇ ਹੁਣ ਬਦਲੂਗਾ ਤੇ ਹੁਣ ਦੁੱਖ ਕਿਉਂ ਲੱਗਦਾ? ਰੱਬ ਹੁਣ ਬਦਲਣ ਤੇ ਆਇਆ ਹੋਇਆ। ਉਹਨੇ ਕਿਹਾ ਯੂਰਪ, ਆਈਸਲੈਂਡ ਚੋਂ ਲਾਵਾ ਨਿਕਲਿਆ ਨਾ, ਤੇ ਜੇ ਇੱਕ ਵਾਰੀ ਉਹਨੇ ਟ੍ਰੇਲਰ ਦਿਖਾਤਾ ਤੁਹਾਨੂੰ, ਮੈਂ ਇੱਦਾਂ ਤੁਹਾਨੂੰ ਮਾਰਨ ਲੱਗਾ, ਤੇ ਜੇ ਉਹ ਲਾਵਾ ਜ਼ਿਆਦਾ ਨਿਕਲ ਜਾਂਦਾ। ਆਈਸਲੈਂਡ ਮੈਂ ਤੁਹਾਨੂੰ ਅੱਗੇ ਵੀ ਦੱਸਿਆ, ਸਾਨੂੰ ਛੋਟੇ ਹੁੰਦਿਆਂ ਪੜ੍ਹਾਉਣਾ ਗਲੇਸ਼ੀਅਰ। ਉਹ ਮਾਸਟਰ ਜੀ ਗਲੇਸ਼ੀਅਰ ਕੀ ਹੁੰਦਾ? ਸਾਨੂੰ ਸਮਝ ਆਉਂਦੇ ਨਹੀਂ ਸੀ, ਪਿੰਡਾਂ ਦੇ ਅਨਪੜ੍ਹ ਬੰਦੇ ਭਾਈ, ਇੰਗਲਿਸ਼ ਦਾ ਅੱਖਰ ਨਹੀਂ ਸੀ ਆਉਂਦਾ। ਉਹਨੇ ਕਹਿਣਾ ਬਰਫ਼ ਦਾ ਸਮੁੰਦਰ। ਮਾਸਟਰ ਜੀ ਜੇ ਉਹ ਪਿਘਲ ਜਾਏ, ਕਹਿੰਦਾ ਜੇ ਗਲੇਸ਼ੀਅਰ ਪਿਘਲ ਜਾਏ ਤਾਂ ਦੁਨੀਆ ਰਹਿੰਦੀ ਨਹੀਂ। ਫਿਰ ਇੱਕ ਸਮੁੰਦਰ ਹੋਰ ਬਣਦਾ, ਆਲਰੇਡੀ 75% ਹੈ, ਹੁਣ ਤਾਂ 76% ਹੈ, 24% ਧਰਤੀ ਹੈ। ਤੇ ਜੇ 76% ਸਾਰਾ ਉਹ ਬਰਫ਼ ਪਿਘਲ ਜਾਏ ਤੇ ਧਰਤੀ ਤਾਂ ਰਹਿਣੀ ਹੀ ਨਹੀਂ। ਉਹ ਸਮਾਂ ਆ ਗਿਆ। ਤੁਹਾਨੂੰ ਆਈਸਲੈਂਡ ਵਿੱਚੋਂ ਲਾਵਾ ਫੁੱਟਦਾ ਦਿਖਾਤਾ, ਬਾਲਕੋਨ ਫੁੱਟਦਾ ਦਿਖਾਤਾ। ਉਹਨੇ ਸਾਰੀ ਬਰਫ਼ ਪਿਘਲਾ ਦੇਣੀ ਹੈ ਤੇ ਬਰਫ਼ ਨੇ ਪਾਣੀ ਬਣ ਜਾਣਾ, ਪਾਣੀ ਨੇ ਸਮੁੰਦਰ ਬਣ ਜਾਣਾ, ਤੇ ਯੂਰਪ ਰਹਿਣਾ ਨਹੀਂ। ਉਹਨੂੰ ਮਾਰਨਾ ਤਾਂ ਢੰਗ ਆਉਂਦਾ ਹੈ। ਵਾਹਿਗੁਰੂ ਨਾਲ ਬਾਰਿਸ਼ਾਂ ਹੋ ਰਹੀਆਂ, ਬੜੀ ਗਰਮੀ ਸੀ, ਬੜੀ ਗਰਮੀ। ਬਾਰਿਸ਼ਾਂ ਵਿੱਚ ਸੜਕ ਟੁੱਟ ਗਈ ਹੈ, ਲਾਈਨਾਂ ਟੁੱਟ ਗਈਆਂ, ਸਟੇਸ਼ਨਾਂ ਤੇ ਪਾਣੀ ਭਰਿਆ ਪਿਆ। ਉਹਨੂੰ ਮਾਰਨ ਦਾ ਢੰਗ ਤਾਂ ਭਾਈ ਰੱਬ ਨੂੰ ਯਾਦ ਕਰੋ। ਅੱਗੇ ਜੇ ਚੇਤੀਏ ਕਾਇਤ ਮਿਲੇ ਸਜਾਏ, ਰੱਬ ਨੂੰ ਯਾਦ ਕਰੋਗੇ ਬਚ ਜਾਓਗੇ, ਨਹੀਂ ਤੇ ਉਹਨੇ ਮਾਰ ਦੇਣਾ, ਤੁਹਾਨੂੰ ਸਾਰਿਆਂ ਨੂੰ ਮਾਰ ਦੇਣਾ। ਠੀਕ ਹੈ ਵਾਹਿਗੁਰੂ, ਸਾਨੂੰ ਨਹੀਂ ਅਕਲ ਆਈ ਅਜੇ। ਦੇਖੋ ਸਾਡਾ ਕੋਈ ਬੈਂਕ ਹੈਗਾ, ਸਾਡੀ ਕੋਈ TV ਹੈਗੀ ਆ ਜਿੱਥੇ ਅਸੀਂ ਪ੍ਰਚਾਰ ਕਰ ਸਕੀਏ। ਇੱਕ ਪਾਸੇ ਖਬਰਾਂ ਹੋਣ, ਇੱਕ ਪਾਸੇ ਗੁਰੂ ਸਾਹਿਬ ਦਾ ਪ੍ਰਚਾਰ ਹੋਵੇ, ਉਹਦੇ ਇੱਕ ਇੱਕ ਸ਼ਬਦ ਦਾ ਸੀਰੀਅਲ ਬਣਦਾ ਤਾਂ ਸੀਰੀਅਲ ਬਣ ਕੇ ਦਿਖਾਇਆ ਜਾਏ। ਭਾਈ ਗੁਰੂ ਸਾਹਿਬ ਆ ਕਹਿੰਦੇ ਆ। ਮੈਂ ਜਿਵੇਂ ਲਿਖਿਆ ਤੁਹਾਨੂੰ ਬੰਧਨ ਕੀ ਹੁੰਦੇ ਆ, ਤੁਹਾਨੂੰ 100 ਵਿੱਚੋਂ 99.99 ਨੂੰ ਪਤਾ ਨਹੀਂ ਬੰਧਨ ਕੀ ਹੁੰਦੇ ਆ। ਕਿੰਨੇ ਬੰਨਿਆ, ਕਿਹਨੂੰ ਬੰਨਿਆ, ਕਿਵੇਂ ਬੰਨਿਆ, ਕੌਣ ਬੰਨਿਆ ਪਿਆ, ਪਤਾ ਨਹੀਂ। ਕਰਮ ਕੀ ਹੁੰਦੇ ਆ, ਪਤਾ ਨਹੀਂ। ਮਨ ਕੀ ਹੁੰਦਾ, 33 ਕਰੋੜ ਦੇਵਤੇ ਨੂੰ ਮਨ ਦਾ ਨਹੀਂ ਪਤਾ। ਸਨਕਾਦਕ ਨਾਰਦ ਮੁਨਰ ਸੇਖਾ, ਤਿੰਨ ਵੀ ਤਨ ਮੈਂ ਮਨ ਨਹੀਂ ਪੇਖਾ। 33 ਕਰੋੜ ਦੇਵਤੇ, ਬ੍ਰਹਮਾ ਦੇ ਪੁੱਤਰਾਂ ਨੂੰ ਪਤਾ ਨਹੀਂ ਮਨ ਕੀ ਹੁੰਦਾ। ਤਿੰਨ ਵੀ ਤਨ ਮੈਂ ਮਨ ਨਹੀਂ ਦੇਖਾ। ਫਿਰ ਤੇ ਮਨ ਦਾ ਤਾਂ ਆਪਾਂ ਨੂੰ ਪਤਾ ਹੀ ਨਹੀਂ ਮਨ ਕੀ ਹੁੰਦਾ। ਖੇਡ ਹੀ ਸਾਰੀ ਮਨ ਦੀ ਆ, ਸਾਰੀ ਮਨ ਦੀ ਖੇਡ ਆ। ਸੋ ਸੀਰੀਅਲ ਲਈ ਦੱਸਿਆ ਜਾਏ, TV ਆਪਣਾ ਹੋਵੇ, ਸੀਰੀਅਲ ਲਈ ਦੱਸਿਆ ਜਾਏ ਕਿ ਮਨ ਕੀ ਹੁੰਦਾ ਹੈ, ਆਤਮਾ ਕੀ ਹੁੰਦੀ ਹੈ, ਤੂੰ ਜੀਂਦਾ ਕਿਵੇਂ ਹੈ, ਧਰਤੀ ਤੇ ਕੀ ਕਰਨਾ ਹੈ, ਤੂੰ ਜਨਮ ਕਿਵੇਂ ਲੈ ਲਿਆ ਤੇ ਮਰ ਕਿਉਂ ਜਾਣਾ ਹੈ। ਬਸ ਧਰਤੀ ਤੇ ਜਨਮ ਲੈ ਕੇ ਮਰ ਕਿਉਂ ਜਾਣਾ ਹੈ, ਫਿਰ ਕਰਨ ਕੀ ਆਇਆ ਸੀ, ਤੇਰੀ ਮੇਨ ਮਕਸਦ ਕੀ ਸੀ, ਅਚੀਵਮੈਂਟ ਕੀ ਕਰਨੀ ਸੀ।
ਪ੍ਰਾਪਤੀ ਕੀ ਕਰਨੀ ਸੀ, ਕੀ ਕਰਨ ਆਇਆ ਸੀ, ਮਰਦਾ ਕਿਉਂ ਤੇ ਜੰਮਦਾ ਕਿਉਂ, ਇਹੋ ਹੀ ਗੱਲ ਸਮਝਾਈ ਜਾਏ ਸੀਰੀਅਲ ਰਾਹੀਂ। ਸੋਹਣੀ ਜੀ ਪਿਕਚਰ ਬਣਾ ਕੇ, ਜੀਵ ਕੌਣ ਆ ਉਹਦੀ ਕਹਾਣੀ ਬਣਾਈ, ਕਰਨ ਕੀ ਆਇਆ ਸੀ, ਗੁਰੂ ਕੌਣ ਆ ਉਹਦੀ ਕਹਾਣੀ ਬਣਾਈ ਜਾਏ। ਉਹਨੇ ਕਿਵੇਂ ਲਿਖਿਆ, ਬੜੀਆਂ ਗੱਲਾਂ ਕਿਹੜੀਆਂ ਨਹੀਂ ਹੋ ਸਕਦੀਆਂ। ਆਪਣੇ ਟੀਵੀ ਹੋਵੇ ਤੇ ਕਿੰਨੇ ਬੰਦੇ ਚਾਹੀਦੇ ਆ, ਚੈਨਲ ਆਪਣਾ ਹੋਵੇ ਤੇ ਕਿੰਨੇ ਬੰਦੇ ਚਾਹੀਦੇ ਆ, ਨਿਊਜ਼ ਆਪਣੀ ਹੋਵੇ ਤੇ ਕਿੰਨੇ ਬੰਦੇ ਚਾਹੀਦੇ ਆ, ਸੀਰੀਅਲ ਬਣਾਉਣ ਨੂੰ ਕਿੰਨੇ ਬੰਦੇ ਚਾਹੀਦੇ ਆ, ਫਿਲਮ ਇੰਡਸਟਰੀ ਸਾਡੀ ਆਪਣੀ ਹੋਵੇ ਕਿੰਨੇ ਬੰਦੇ ਚਾਹੀਦੇ ਆ, ਇੱਕ ਇੱਕ ਫਿਲਮ ਬਣਾਈ ਜਾਏ ਕਿੰਨੇ ਬੰਦੇ ਚਾਹੀਦੇ ਆ। ਦੱਸੋ ਮੈਨੂੰ ਕੀ ਨਹੀਂ, ਹੁਣ ਤੁਸੀਂ ਮੈਨੂੰ ਦੱਸੋ ਕੀ ਨਹੀਂ ਹੋ ਸਕਦਾ। ਇੱਕ ਸਾਲ ਵਿੱਚ ਜਿੰਨਾ ਮੈਂ ਪੁਆਇੰਟ ਲਿਆ ਨਾ, ਇੱਕ ਸਾਲ ਵਿੱਚ ਸਾਰੇ ਹੋ ਸਕਦੇ। ਫਿਲਮ ਇੰਡਸਟਰੀ ਇੱਕ ਅਖਬਾਰ ਦੇ ਦਿਓ, ਹੁਣੇ 1000 ਬੰਦਾ ਆ ਜਾਣਾ, 1000 ਬੰਦਾ ਹੀ ਚਾਹੀਦਾ। ਫਿਲਮ ਇੰਡਸਟਰੀ ਕੈਮਰੇ ਹੀ ਖਰੀਦਣੇ ਆ, ਐਕਟਿੰਗ ਅੱਜ ਕੱਲ੍ਹ ਸਾਰਿਆਂ ਨੂੰ ਆਉਂਦੀ ਆ, ਕਰਨਾ ਕੀ ਆ ਮੈਨੂੰ ਦੱਸੋ ਨਾ। ਪੰਜਾਬ ਵਿੱਚ ਡਾਇਰੈਕਟਰ ਹੈ ਨਹੀਂ, ਪ੍ਰੋਡਿਊਸਰ ਹੈ ਨਹੀਂ, ਲਾਇਰਕ ਹੈ ਨਹੀਂ, ਉਹ ਕਿਹੜਾ ਬੰਦਾ ਹੈ ਨਹੀਂ ਪੰਜਾਬ ਵਿੱਚ ਜਿਹਨੂੰ ਆਪਾਂ ਲੈ ਕੇ ਵਰਤ ਨਹੀਂ ਸਕਦੇ। ਤੇ ਕੈਮਰਾ ਹੀ ਖਰੀਦਣਾ, ਫਿਲਮ ਇੰਡਸਟਰੀ ਬਣਾਉਣ ਨੂੰ ਜਗ੍ਹਾ ਹੀ ਚ ਜਗ੍ਹਾ ਆਪਣੇ ਕੋਲ ਸਾਰੀ ਆਪਣੀ ਜਗ੍ਹਾ, ਅੰਡਰਗਰਾਊਂਡ ਕਰ ਲਓ ਜਗ੍ਹਾ ਸਾਰੀ। ਇੱਕ ਪੰਜਾਬ ਹੋਰ ਬੰਦਾ ਜੇ ਆਪਾਂ ਅੰਡਰਗਰਾਊਂਡ ਕਰ ਲਈ, ਉਹ ਅਕਲ ਨਹੀਂ ਕਿਸੇ ਨੂੰ। ਆਪਣੀ ਮੈਟਰੋ ਚੱਲਦੀ ਹੋਵੇ, ਸਾਡੀ ਮੈਟਰੋ ਨਹੀਂ ਚੱਲ ਸਕਦੀ, ਪਰ ਉਹ ਪਰਮਿਸ਼ਨ ਨਹੀਂ ਦੇਣੀ। ਸਿੱਖਾਂ ਨੂੰ ਫਾਇਦਾ ਨਹੀਂ ਹੋਣਾ ਚਾਹੀਦਾ। ਇੱਥੇ ਹਵਾਈ ਜਹਾਜ਼ ਨਹੀਂ ਬਣ ਸਕਦਾ। ਜਾਪਾਨ ਨਾਲ ਰਲ ਕੇ ਉਹ ਕਹਿੰਦਾ ਮੈਂ 5000 ਕਿਲੋਮੀਟਰ ਸਪੀਡ ਤੇ ਹਵਾਈ ਜਹਾਜ਼ ਬਣਾ ਸਕਦਾ, 1 ਘੰਟੇ 'ਚ 5000 ਕਿਲੋਮੀਟਰ ਪਹੁੰਚ ਗਿਆ ਨਾ। 2 ਘੰਟਿਆਂ 'ਚ ਇੰਗਲੈਂਡ, 4 ਘੰਟਿਆਂ 'ਚ ਅਮਰੀਕਾ ਪਹੁੰਚ ਗਿਆ ਕਿ ਨਾ ਪਹੁੰਚ ਗਿਆ। ਨਹੀਂ ਬਣ ਸਕਦਾ, ਦੱਤ ਕਹੋ ਨਹੀਂ ਬਣ ਸਕਦਾ। ਇੱਥੇ ਹਵਾਈ ਜਹਾਜ਼ ਨਹੀਂ ਬਣ ਸਕਦਾ। ਅੰਮ੍ਰਿਤਸਰ ਹਵਾਈ ਅੱਡੇ ਦੇ ਕੋਲ ਇੰਡਸਟਰੀ ਲੱਗੀ ਹੋਵੇ ਹਵਾਈ ਜਹਾਜ਼ ਬਣਨ ਦੀ, ਨਹੀਂ ਬਣ ਸਕਦੀ। ਦੂਸਰੇ ਲੜਾਕੇ ਹਵਾਈ ਜਹਾਜ਼ ਨਹੀਂ ਬਣ ਸਕਦੇ। ਸਮੁੰਦਰੀ ਜਹਾਜ਼ ਤਾਂ ਬਣ ਹੀ ਰਹੇ, ਲੜਾਕੇ ਜਹਾਜ਼ ਬਣ ਰਹੇ ਹੁਣ ਤਾਂ। ਉਹ ਵਾਹਿਗੁਰੂ ਦੱਸੋ ਨਾ ਕੀ ਨਹੀਂ ਹੋ ਸਕਦਾ, ਦੱਸੋ ਮੈਨੂੰ ਕੀ ਨਹੀਂ ਹੋ ਸਕਦਾ। ਸੋਨੇ ਵਰਗਾ ਪੰਜਾਬ, ਸੋਨੇ ਵਰਗਾ। ਤੇ ਗੁਰਦੁਆਰੇ ਸੋਨਾ ਲਵਾਉਣ ਦੀ ਲੋੜ ਨਹੀਂ। ਵਨ ਮੋਰ ਥਿੰਗ ਆਈ ਵਾਂਟ ਟੂ ਟੈਲ ਯੂ। ਇੱਕ ਵਾਰੀ ਮੈਂ ਪਾਦਰੀਆਂ ਨੂੰ ਪੜ੍ਹਾਇਆ ਸੀ, ਸਾਨੂੰ ਕਹਿੰਦੇ ਵਿਜ਼ਿਟ ਕਰਨੀ ਲੈ ਚੱਲੋ। ਮੈਂ ਲੈ ਗਿਆ, ਉਹਨਾਂ ਜਾ ਕੇ ਦੇਖਿਆ, ਮੈਨੂੰ ਕਹਿੰਦੇ ਉਹ ਕੀ ਆ। ਮੈਂ ਕਿਹਾ ਸੋਨਾ। ਕਹਿੰਦਾ ਤੁਹਾਡੀ ਹੋਲੀ ਬੁੱਕ 'ਚ ਲਿਖਿਆ ਉੱਥੇ ਸੋਨਾ ਲਾਓ। ਮੈਂ ਕਿਹਾ ਨਹੀਂ। ਫਿਰ ਤੁਸੀਂ ਕਿਉਂ ਲਾਇਆ? ਉਹ ਕਹਿੰਦਾ ਹਿਊਮੈਨਿਟੀ ਦੀ ਸੇਵਾ ਵਾਸਤੇ ਲਾ ਦੇਣਾ ਸੀ। ਹਸਪਤਾਲ ਸਾਡੇ ਆਪਣੇ ਹੋਣ, ਹਸਪਤਾਲਾਂ ਦੀ ਲੋੜ ਹੀ ਨਾ ਪਵੇ, ਪਰ ਫਿਰ ਵੀ ਸਾਡੇ ਹਸਪਤਾਲ ਹੋਣ, ਆਪਣੇ ਹੋਣ, ਸਕੂਲ ਆਪਣੇ, ਕਾਲਜ ਆਪਣੇ, ਹਸਪਤਾਲ ਆਪਣੇ, ਇੰਸਟੀਟਿਊਸ਼ਨ ਆਪਣੀ, ਮੈਡੀਕਲ ਕਾਲਜ ਆਪਣਾ, BDS ਡੈਂਟਲ ਕਾਲਜ ਆਪਣਾ। ਕਿਹੜੀ ਕੋਈ ਗੱਲ ਨਹੀਂ ਹੋ ਸਕਦੀ ਦੱਸੋ? ਮਿਲਣਾ ਆਪਣੀਆਂ, ਇੰਡਸਟਰੀ ਆਪਣੀ। ਕਿਹੜਾ ਬੰਦਾ ਅਨਪਲਾਇਮੈਂਟ ਕਿੱਥੇ ਨਾ ਨਹੀਂ ਰਹਿਣਾ, ਸਾਨੂੰ ਤਾਂ ਬੰਦੇ ਬਾਹਰੋਂ ਲੈਣੇ ਪੈਣੇ। ਅਸੀਂ ਕੰਮ ਸਾਰੇ ਉਲਟ ਕਰਦੇ ਹਾਂ। ਵਾਹਿਗੁਰੂ ਸਾਨੂੰ ਸਮਝਾਵੇ, ਵਾਹਿਗੁਰੂ ਸਾਨੂੰ ਸਮੱਤ ਬਖਸ਼ੀ, ਵਾਹਿਗੁਰੂ। ਅਸੀਂ ਹਰ ਬੰਦਾ ਖਰੀਦਿਆ ਜਾ ਸਕਦਾ, ਕਿਉਂਕਿ ਸਰੀਰ ਮਾਇਆ ਦਾ ਪੁਤਲਾ। ਇੱਕ ਬੰਦਾ ਨਹੀਂ ਖਰੀਦਿਆ ਜਾ ਸਕਦਾ ਜਿਹਨੂੰ ਅੰਦਰਲੀ ਸੋਝੀ ਆ, ਅੰਦਰਲੀ ਸੋਝੀ ਉਹ ਨਹੀਂ ਖਰੀਦਿਆ ਜਾ ਸਕਦਾ। ਜਿਹਨੂੰ ਅੰਦਰਲੀ ਸੋਝੀ ਨਹੀਂ ਉਹ ਖਰੀਦਿਆ ਜਾਏ। ਬਸ ਇੱਕ ਬੰਦਾ ਨਹੀਂ ਖਰੀਦਿਆ ਜਾ ਸਕਦਾ, ਬਾਕੀ ਸਾਰੇ ਖਰੀਦੇ ਜਾ ਸਕਦੇ। 1 to all ਖਰੀਦੇ ਜਾ ਸਕਦੇ, ਇੱਕ ਬੰਦਾ ਨਹੀਂ ਖਰੀਦਿਆ ਜਾ ਸਕਦਾ। ਗੱਲ ਚੱਲੀ ਸੀ ਬਗਲੇ ਤੋਂ। ਸੋ ਬਗਲਾ ਤੀਰਥਾਂ ਤੇ ਰਹਿੰਦਾ, ਪੰਡਤ ਤੀਰਥਾਂ ਤੇ ਰਹਿੰਦਾ, ਭਾਈ ਗੁਰਦੁਆਰੇ ਰਹਿੰਦਾ, ਪਰ ਤੀਰਥਾਂ ਤੇ ਵਿਸ਼ਵਾਸ ਨਹੀਂ ਕਰਦਾ। ਤੇ ਇਹ ਇੱਕ ਪਵਿੱਤਰ ਸਥਾਨ ਹੈ ਨਾ। ਉੱਥੋਂ ਗੋਲਕ ਚੋਂ ਪੈਸੇ ਖਾ ਲੈਣੇ। ਹਰਿਮੰਦਰ ਸਾਹਿਬ ਅਸੀਂ ਸਮਝਦੇ ਬਾਹਰ ਬੈਠੇ ਕਿ ਬਹੁਤ ਪਵਿੱਤਰ ਹੈ, ਸੈਂਟਰ ਸਾਡਾ ਕੇਂਦਰੀ ਸਥਾਨ ਹੈ, ਸਾਡੇ ਪਾਤਸ਼ਾਹ ਨੇ ਬਣਾਇਆ, ਤਾਂ ਬੜਾ ਪਵਿੱਤਰ ਹੈ। ਅਸੀਂ ਸਮਝਦੇ, ਭਾਈ ਨਹੀਂ ਸਮਝਦਾ, ਸ਼ਰਾਬ ਪੀਂਦਾ। ਤੇ ਇੱਥੇ ਪਾਪ ਨਹੀਂ ਕਰਨੇ, ਨਹੀਂ ਉਹ ਪਾਪ ਹੀ ਕਰਦਾ, ਡੱਡੀਆਂ ਖਾਂਦਾ। ਮਨਮੁਖ ਵੀ ਇਸੇ ਤਰ੍ਹਾਂ ਹੀ ਹੈ ਭਾਈ। ਤੋ ਪ੍ਰਿਥੀ ਚੰਦ ਵੀ ਗੁਰੂ ਘਰ ਨਾਲ ਹੀ ਧਰੋਹ ਕੀਤਾ ਸੀ, ਤੋ ਬਗਲੇ ਨੇ ਪਵਿੱਤਰਤਾ ਨੂੰ ਨਾ ਸਮਝਿਆ। ਤੇ ਅੱਜ ਅਸੀਂ ਵੀ ਧਰੋਹ ਹੀ ਕਰ ਰਹੇ ਹਾਂ ਗੁਰੂ ਘਰ ਨਾਲ, ਹੋਰ ਕੀ ਕਰ ਰਹੇ ਹਾਂ? ਅਸੀਂ ਵੀ ਧਰੋਹ ਹੀ ਕਰ ਰਹੇ ਹਾਂ। ਸਾਡੇ ਕੋਲ ਕਿਹੜਾ ਹੈ? ਤੋ ਲਵੇ ਬਬੀਹਾ ਵਰਸ ਦੇ, ਜਲ ਪਾਏ ਨਾ ਪੀਣਾ। ਲਵੇ ਵਸਦੇ ਮੀਂਹ ਵਿੱਚ ਬਬੀਹਾ ਬੋਲਦਾ ਹੈ, ਪਰ ਜਲ ਨੂੰ ਪੀਂਦਾ ਨਹੀਂ। ਬੋਲਦਾ ਹੈ, ਜਲ ਨੂੰ ਪੀਂਦਾ ਨਹੀਂ ਹੈ। ਜਲ ਦਾ ਪੰਛੀ ਜਲਦਾ ਹੀ ਹੈ। ਤੋ ਵਾਸ ਸੁਗੰਧ ਨਾ ਹੋਵੀ ਪਰਮਲ ਸੰਗ ਲੀਣਾ। ਤੋ ਵਾਸ ਸੁਗੰਧ ਭਾਵੇਂ ਚੰਦਨ ਕੋਲ ਹੀ ਵਸਦਾ ਹੈ, ਵਾਂਸ ਵਿੱਚ ਖੁਸ਼ਬੂ ਨਹੀਂ ਆਉਂਦੀ ਹੈ। ਸਾਰੇ ਭਾਈ ਵਾਂਸ ਹੋਏ ਨਾ, ਇਹ ਸਾਰੇ ਪੰਡਤ ਵਾਂਸ ਹੋਏ ਨਾ, ਹੋਏ ਨਾ ਵਾਂਸ, ਪੁਜਾਰੀ ਸਾਰੇ ਵਾਂਸ ਹੋਏ ਨਾ। ਚੰਦਨ ਕੋਲ ਹੈ, ਚੰਦਨ ਤੇ ਚੰਦਨ ਭਾਵੇਂ ਵਾਂਸ। ਇਹਨਾਂ ਨੂੰ ਘੁੱਗੂ ਸੁੱਝਣਾ ਸੁੱਝੀ ਕਰਮਾਂ ਦਾ ਹੀਣਾ। ਸੋ ਕਰਮਹੀਨ ਹੈ ਪ੍ਰਿਥੀਆ,
ਸੋ ਦੇਖ ਲਓ, ਤੋ ਉੱਲੂ ਨੂੰ ਸੂਰਜ ਦਾ ਚਾਨਣ ਹੀ ਨਹੀਂ ਦਿਸਦਾ। ਕਰਮਾਂ ਦਾ ਹੀ ਨਾ, ਉਹਦੇ ਕਰਮ ਹੀ ਭੈੜੇ ਆ। ਉਹ ਭਾਈ ਉੱਲੂ ਨੂੰ ਸੂਰਜ ਨਹੀਂ, ਹੁਣ ਕਹੋ ਸੂਰਜ ਹੀ ਹੈ ਨਹੀਂ, ਸੂਰਜ ਹੈਗਾ ਹੈ। ਕਰਮਾਂ ਦੇ ਹੀਣੇ ਨੂੰ, ਮਾਰੇ ਹੋਏ ਨੂੰ, ਕਰਮਹੀਨ ਨੂੰ ਉੱਲੂ ਸੂਰਜ ਨਹੀਂ ਆਉਂਦਾ। ਤੋ ਨਾਭ ਕਥੂਰੀ ਮਿਰਗ ਦੇ ਵਰਤੇ ਉਡੀਨਾ, ਵੱਤੇ ਉਡੀਨਾ, ਵੱਤੇ ਉਡੀਨਾ। ਤੋ ਮਿਰਗ ਦੀ ਧੂਣੀ ਵਿੱਚ ਕਸਤੂਰੀ ਹੁੰਦੀ, ਹਾਂ ਹੁੰਦੀ ਹੈ, ਪਰ ਉਦਾਸ ਹੋ ਕੇ ਝਾੜੀਆਂ ਸੁੰਘਦਾ ਫਿਰਦਾ। ਵੱਤੇ ਉਡੀਨਾ, ਉਦਾਸ ਹੋ ਕੇ ਵੱਤੇ ਸੁੰਘਦਾ ਫਿਰਦਾ, ਝਾੜੀਆਂ ਉੱਧਰ ਜਾਂਦਾ ਹੀ ਉੱਧਰ। ਪ੍ਰਿਥੀ ਚੰਦ ਵੀ ਜਾਣ ਨਹੀਂ ਸਕਿਆ ਮੇਰਾ ਭਰਾ ਕੌਣ ਹੈ, ਮੇਰਾ ਭਰਾ ਵਾਹਿਗੁਰੂ। ਸਤਿਗੁਰੂ ਅੱਗੇ ਲਿਖਿਆ ਦੇਖੋ, ਸਤਿਗੁਰੂ ਸੱਚਾ ਪਾਤਸ਼ਾਹ, ਓਏ ਸਤਿਗੁਰੂ, ਓਏ ਸਤਿਗੁਰੂ ਸੱਚਾ ਵਾਹਿਗੁਰੂ, ਓਏ ਗੁਰੂ ਨਾਨਕ ਸੱਚਾ ਵਾਹਿਗੁਰੂ। ਓਏ ਇੱਕ ਗੱਲ ਹੋਰ ਯਾਦ ਰੱਖੋ, 10 ਗੁਰੂਆਂ ਵਿੱਚ ਗੁਰੂ ਨਾਨਕ ਸੀ, 10 ਗੁਰੂਆਂ ਵਿੱਚ ਗੁਰੂ ਨਾਨਕ ਸੀ। ਤੋ ਗੁਰੂ ਨਾਨਕ ਸੱਚਾ ਵਾਹਿਗੁਰੂ ਉਹ ਰੱਬ ਹੈ। ਤੋ ਮੀਣੇ ਦਾ ਨਰਕਾਂ ਵਿੱਚ ਮੂੰਹ ਕਾਲਾ ਹੁੰਦਾ। ਅੱਜ ਵੀ ਪ੍ਰਿਥੀ ਆ ਨਰਕਾਂ ਵਿੱਚ ਮੂੰਹ ਕਾਲਾ ਨੰਗਾ ਦੇਖ ਲਓ। ਨਰਕਾਂ ਵਿੱਚ ਜਦੋਂ ਮਰਜੀ ਚਾਹੋ ਮੂੰਹ ਕਾਲਾ ਨੰਗਾ ਖੜਾ ਰੋ ਰਿਹਾ, ਮੈਂ ਕੀ ਕਰ ਬੈਠਾ। ਸੁਰਤ ਲਾ ਕੇ ਦੇਖੋ ਨਾ, ਹੁਣ ਵੀ ਦੇਖ ਸਕਦੇ ਹੋ, ਮੀਣਾ ਦੇਖ ਲਓ ਜਾ ਕੇ। ਸੋ ਇਹ ਪੱਖ ਹੈ ਸਾਡੇ ਭਾਈਆਂ ਦਾ ਵੀ। ਪੌੜੀ ਦੂਜੀ ਮੀਨੇ ਦਾ, ਸਾਰੀ ਪੌੜੀ ਮੀਨੇ ਦੀ ਹੈ। ਮੀਨੇ ਦਾ ਝੂਠਾ ਪਾਜ ਉਗੜ ਜਾਏਗਾ। ਮੀਣੇ ਪਖੰਡੀ ਧਰੋਈ ਨੂੰ ਦਰਗਾਹ ਮਾਰ ਪੈਂਦੀ ਆ। ਦੇਖੋ ਕਹਿੰਦੇ ਲੀਲਾਰੀ ਦੇ ਮੱਠ ਵਿੱਚ, ਉਹ ਲਲਾਰੀ ਹੁੰਦੇ ਰੰਗ ਕਾਲੇ, ਉਹਨੂੰ ਕਹਿੰਦੇ ਆ ਨੀਲਾਰੀ, ਲਿਖੇ ਆਪਾਂ ਲਲਾਰੀ ਕਹਿੰਦੇ ਆ। ਤੋ ਨੀਲਾਰੀ ਦੇ ਮੱਠ ਵਿੱਚ ਪੈ ਗਿੱਦੜ ਰੱਤਾ। ਕੀ ਹੋ ਗਿਆ? ਇੱਕ ਗਿੱਦੜ ਲਲਾਰੀ ਦੇ ਮਟਕੇ ਵਿੱਚ ਪੈ ਗਿਆ ਤੇ ਰੰਗਿਆ ਗਿਆ। ਉਹ ਰੰਗ ਹੋ ਗਿਆ। ਮਟਕਾ ਹੁੰਦਾ ਵੱਡਾ, ਉਹਦੇ ਚ ਬੜਾ, ਉਹਦੇ ਚ ਡਿੱਗ ਪਿਆ ਤੇ ਉਹਨੇ ਕੱਢਤਾ ਲਲਾਰੀ ਨੇ, ਪਰ ਉਹ ਰੰਗਿਆ ਗਿਆ। ਜੰਗਲ ਲੰਗਦਰ ਜਾਏ ਕੇ ਪੈਖੰਡ ਕਮੱਤਾ। ਉਹ ਜੰਗਲ ਵਿੱਚ ਜਾ ਕੇ ਉਸਨੇ ਪਖੰਡ ਕਰਨਾ ਸ਼ੁਰੂ ਕਰਤਾ ਕਿ ਮੈਂ ਜੰਗਲ ਦਾ ਰਾਜਾ ਹਾਂ। ਰੰਗਿਆ ਜਾ ਗਿਆ ਹੀ ਸੀ। ਦਰ ਸੇਵੇ ਮਿਰਗਾਵਲੀ ਹੋਏ ਬਹੇ ਅਵੱਤਾ, ਬਹੇ ਅਵੱਤਾ। ਤੋ ਮਿਰਗਾਵਲੀ ਦੀ ਡਾਰ ਉਸਦੇ ਚਾਰ ਦਰ ਤੇ ਖਲੋ ਕੇ ਉਸਦੀ ਸੇਵਾ ਕਰਨ ਲੱਗੀ ਤੇ ਉਹ ਆਕੜ ਕੇ ਬੈਠਣ ਲੱਗਾ, ਹੰਕਾਰੀ ਹੋ ਕੇ ਘੂਰਨ ਲੱਗਾ। ਬਹੇ ਅਵੱਤਾ ਤੋ ਕਰੇ ਹਕੂਮਤ ਅਗਲੀ ਕੂੜੇ ਮਦਮੱਤਾ। ਤੋ ਕੜੇ ਹਕੂਮਤ, ਤੋ ਉਹ ਝੂਠ ਦੀ ਸ਼ਰਾਬ ਵਿੱਚ ਮਸਤ ਹੋਇਆ, ਸਭ ਤੇ ਹਕੂਮਤ ਕਰਨ ਲੱਗ ਪਿਆ। ਮੈਂ ਹੀ ਰਾਜਾ। ਬੋਲਣ ਪਾਗ ਉਜਾੜਿਆ ਜੋ ਮੂਲੀ ਪੱਤਾ। ਤੋ ਬੋਲਣ ਪਾਗ ਬੋਲ ਕੇ ਤੋ ਪਰ ਇੱਕ ਦਿਨ ਕੀ ਹੋਇਆ, ਆਪਣੇ ਸਾਥੀ ਗਿੱਦੜਾਂ ਦੀ ਆਵਾਜ਼ ਸੁਣ ਕੇ ਉਹ ਵੀ ਬੋਲਣ ਲੱਗ ਪਿਆ ਤੇ ਉਸਦਾ ਪਾਜ ਉਗੜ ਗਿਆ। ਤੋ ਜਿਵੇਂ ਮੂਲੀ ਦਾ ਡਕਾਰ ਪਾਜ ਖੋਲ ਦਿੰਦਾ, ਇਹਨੇ ਮੂਲੀ ਖਾਧੀ ਤਾਂ ਸਾਰੇ ਜੰਗਲੀ ਜਾਨਵਰ ਨੇ ਮਾਰ ਮਾਰ ਭਜਾਤਾ ਉੱਥੋਂ। ਕਿਉਂ ਦਰਗੇ ਮੀਣਾ ਮਾਰੀਏ ਕਰਕੂੜ ਕੁਪੱਤਾ। ਕਿਉਂ ਦਰਗੇ ਮੀਣਾ ਮਾਰੀਏ ਕਰਕੂੜ ਕੁਪੱਤਾ। ਦੇਖ ਲਿਆ ਜੇ। ਠੀਕ ਇਸੇ ਤਰ੍ਹਾਂ ਨਰਕਾਂ ਵਿੱਚ ਪਖੰਡੀ ਮੀਣੇ ਨੂੰ, ਝੂਠੇ ਨੂੰ, ਕੁਪੱਤੇ ਨੂੰ ਹੋਣ ਕਰਕੇ ਮਾਰ ਪੈਂਦੀ ਏ ਪ੍ਰਿਥੀ ਚੰਦ। ਮੈਂ ਕਹਿੰਦਾ ਸਾਰੀ ਪੌੜੀ ਪ੍ਰਿਥੀ ਚੰਦ ਦੀ। ਸੋ ਗਿੱਦੜ ਰਾਜਾ ਬਣ ਬੈਠਾ, ਤੋ ਪ੍ਰਿਥੀ ਚੰਦ ਵੀ ਰਾਜਾ ਬਣ ਬੈਠਾ, ਮੈਂ ਹੀ ਗੁਰੂ ਹਾਂ। ਥੋੜੇ ਦਿਨ ਰਾਜ ਤਾਂ ਕੀਤਾ, ਥੋੜੇ ਦਿਨ ਤਾਂ ਪ੍ਰਿਥੀ ਚੰਦ ਨੇ ਬੜੀ ਸਾਰੀ ਸੰਗਤ ਖਤਮ ਕਰਤੀ ਸੀ, ਰਾਹ 'ਚ ਹੀ ਰੋਕ ਲੈਂਦਾ ਸੀ। ਮੈਂ ਹੀ ਰਾਜਾ, ਮੈਂ ਵੱਡਾ ਭਰਾ ਆ, ਮੈਨੂੰ ਗੱਦੀ ਮਿਲੀ ਆ। ਸੋ ਗਿੱਦੜ ਰਾਜਾ ਬਣ ਬੈਠਾ, ਪ੍ਰਿਥੀ ਚੰਦ ਵੀ ਗੁਰੂ ਬਣ ਬੈਠਾ। ਥੋੜੇ ਦਿਨ ਰਾਜ ਕੀਤਾ, ਪ੍ਰਿਥੀ ਚੰਦ ਨੇ ਵੀ ਕੀਤਾ। ਤੋ ਸਾਰਿਆਂ ਨੂੰ ਜਦੋਂ ਪਤਾ ਲੱਗ ਗਿਆ ਕਿ ਗਿੱਦੜ ਮੀਣਾ ਹੈ, ਤੇ ਮਾਰ ਮੁਕਾਇਆ, ਮਾਰ ਭਜਾਇਆ। ਇਸੇ ਤਰ੍ਹਾਂ ਸੰਗਤ ਨੂੰ ਪਤਾ ਲੱਗ ਗਿਆ ਮੀਣਾ ਹੈ, ਪਖੰਡੀ ਗਿੱਦੜ, ਰੰਗਿਆ ਹੋਇਆ ਗਿੱਦੜ। ਖਤਮ ਹੋ ਗਿਆ, ਕਹਾਣੀ ਖਤਮ ਹੋ ਗਈ। ਪੌੜੀ ਤੀਜੀ, ਮੀਣਾ ਸੱਚੀ ਸੰਗਤ ਵਿੱਚ ਨਹੀਂ ਬਣਾ ਸਕਦਾ। ਸੋ ਚੋਰ ਕਰੇ ਨਿਤ ਚੋਰੀਆਂ, ਓੜਕ ਦੁੱਖ ਭਾਰੀ। ਓੜਕ ਅੰਤ ਨੂੰ ਨਰਕਾਂ ਵਿੱਚ ਚੋਰ ਹਮੇਸ਼ਾ ਚੋਰੀਆਂ ਕਰਦਾ ਹੈ, ਅੰਤ ਨੂੰ ਬਹੁਤ ਦੁੱਖ ਭੋਗਣਾ ਪੈਂਦਾ ਹੈ। ਪੁਲਿਸ ਨੇ ਫੜ ਲਿਆ ਤਾਂ ਵੀ ਮਾਰ ਪੈਂਦੀ ਹੈ, ਤੋ ਨਰਕਾਂ ਵਿੱਚ ਤਾਂ ਕਰੋੜ ਗੁਣਾ ਜ਼ਿਆਦਾ ਮਾਰ ਪੈਂਦੀ ਹੈ। ਹਾਂ, ਨੱਕ ਕੰਨ ਫੜ ਵੱਢੀਏ ਭਾਵੇਂ ਰਾਵੇ ਪਰ ਨਾਰੀ। ਅੱਗੇ ਇਹ ਹੁੰਦਾ ਸੀ ਨੱਕ ਕੰਨ ਵੱਢ ਦਿੰਦੇ ਸੀ, ਮੁਸਲਮਾਨ ਨੱਕ ਕੰਨ ਵੱਢ ਦਿੰਦੇ ਸੀ। ਤੋ ਨੱਕ ਕੰਨ ਫੜ ਵੱਢੀਏ ਰਾਵੇ ਪਰ ਨਾਰੀ। ਮੁਸਲਮਾਨਾਂ ਦੇ ਰਾਜ ਵਿੱਚ ਇਹ ਸਜ਼ਾ ਦਿੱਤੀ ਜਾਂਦੀ ਸੀ, ਪਰਾਈ ਔਰਤ ਨੂੰ ਭੋਗਣ ਵਾਲੇ ਨੂੰ ਕੰਨ ਤੇ ਨੱਕ ਵੱਢ ਦਿੱਤੇ ਜਾਂਦੇ ਸਨ। ਸੋ ਨਰਕਾਂ ਵਿੱਚ ਵੀ ਇਹੀ ਸਜ਼ਾ ਹੈ। ਅੱਜ ਵੀ ਨੱਕ ਤੇ ਕੰਨ ਵੱਢ ਦਿੱਤੇ ਜਾਂਦੇ, ਅੱਜ ਵੀ ਜਾ ਕੇ ਦੇਖ ਲਓ। ਅਵਸਰ ਰੁੱਧੇ ਮਿਰਗ ਜਿਉਂ ਵਿਤ ਹਾਰ ਜੁਵਾਰੀ। ਸੋ ਔਖੇ
ਪਹਾੜੀ ਰਸਤੇ ਵਿੱਚ ਜਿਵੇਂ ਮਿਰਗ ਜਾਲ ਵਿੱਚ ਫਸ ਜਾਂਦਾ, ਜਾਲ ਵਿੱਚ ਫਸ ਜਾਂਦਾ, ਜਾਨ ਗਵਾ ਬੈਠਦਾ। ਜੁਆਰੀ ਜਿਵੇਂ ਜੂਏ ਵਿੱਚ ਸਾਰਾ ਧਨ ਹਾਰ ਦਿੰਦਾ। ਔਖਤ ਰੁੱਧੇ ਮਿਰਗ ਜਿਉਂ ਵਿਤ ਹਾਰ ਜੁਆਰੀ। ਤੋ ਲੰਗੀ ਕੋਹਲ ਨਾ ਆਵੀ ਪਰ ਵੇਲ ਪਿਆਰੀ। ਤੋ ਜਿਵੇਂ ਲੰਗੀ ਨੂੰ ਸੋਹਣੀ ਚਾਲ ਚੱਲਣੀ ਨਹੀਂ ਆਉਂਦੀ, ਇਸੇ ਤਰ੍ਹਾਂ ਵਿਭਚਾਰੀ ਪੁਰਸ਼ ਨੂੰ ਪਰਾਈ ਇਸਤਰੀ ਹੀ ਚੰਗੀ ਲੱਗਦੀ। ਇਸ ਤਰ੍ਹਾਂ ਵਿਭਚਾਰੀ ਨੂੰ ਪਰਾਈ ਇਸਤਰੀ ਚੰਗੀ ਲੱਗਦੀ। ਦੇਖ ਲਓ, ਵੱਗ ਨਾ ਹੋਵਣ ਕੁੱਤੀਆਂ ਮੀਣੇ ਮੁਰਦਾਰੀ। ਉਹ ਭਾਈ ਕਦੀ ਕੁੱਤੀਆਂ ਦੇ ਵੱਗ ਨਹੀਂ ਹੁੰਦੇ, ਵੱਗ ਹਮੇਸ਼ਾ ਗਊਆਂ ਦੇ ਮੱਝਾਂ ਦੇ ਹੁੰਦੇ ਆ। ਮੀਣੇ ਪ੍ਰਿਥੀ ਚੰਦ ਵਰਗੇ ਮੁਰਦੇ ਖਾਣੇ ਹੁੰਦੇ ਹਨ। ਤੋ ਸਾਰੀ ਵਾਰ ਮੀਣੇ ਪ੍ਰਿਥੀ ਚੰਦ ਤੇ ਲਿਖੀ ਹੈ, ਉਤਲੇ ਸਾਰੇ ਔਗਣ ਪ੍ਰਿਥੀ ਚੰਦ ਵਿੱਚ ਸਨ। ਮੀਣੇ ਮੁਰਦਾਰੀ, ਮੁਰਦਾਰ ਖਾਣ ਵਾਲੇ। ਪਾਪੋਂ ਮੂਲ ਨਾ ਤੱਗੀਏ ਹੋਏ ਅੰਤ ਖੁਆਰੀ। ਪਾਪੋਂ ਮੂਲ ਨਾ ਤੱਗੀਏ, ਤੇ ਪਾਪ ਕਰਨ ਨਾਲ ਕਦੀ ਵੀ ਨਰਕਾਂ ਤੋਂ ਬਚਾਓ ਨਹੀਂ ਹੋ ਸਕਦਾ। ਨਹੀਂ, ਅੰਤ ਨੂੰ ਨਰਕਾਂ ਵਿੱਚ ਬਹੁਤ ਖੱਜਲਕਾਰੀ ਮਿਲਦੀ ਹੈ। ਮੀਣਾ ਪੌੜੀ ਚੌਥੀ। ਮੀਣਾ ਜੰਪਰੀ ਨਰਕਾਂ ਵਿੱਚ ਜਾਏਗਾ। ਚਾਨਣ ਚੰਦ ਨ ਪੁੱਜੀ ਚਮਕੇ ਟਟਾਣ ਟਨਾਣ ਤੋ ਟਟੈਣਾ। ਰਾਤ ਨੂੰ ਭਾਵੇਂ ਜਿੰਨਾ ਮਰਜ਼ੀ ਚਮਕ ਲਵੇ, ਪਰ ਚੰਦਰਮਾ ਦੀ ਚਾਨਣੀ ਦੀ ਬਰਾਬਰੀ ਨਹੀਂ ਕਰ ਸਕਦਾ। ਟਟੈਣੇ ਨਾਲ ਕੀ ਕਰਨੇ, ਟਟੈਣਾ ਕਰ ਸਕਦਾ। ਤੋ ਸਾਇਰ ਬੂੰਦ ਬਰਾਬਰੀ ਕਿਉਂ ਆਖ ਬਖਾਣਾ। ਪਾਣੀ ਦੀ ਬੂੰਦ ਇੱਕ ਸਮੁੰਦਰ ਦੀ ਬਰਾਬਰੀ ਕਿਵੇਂ ਕਰ ਸਕਦਾ ਜੀ? ਪਾਣੀ ਦੀ ਬੂੰਦ ਕਰ ਸਕਦੀ ਇੱਕ ਸਮੁੰਦਰ ਦੀ ਬਰਾਬਰੀ? ਨਹੀਂ। ਪਾਣੀ ਸਮੁੰਦਰ ਆਪਾਂ ਕਈਆਂ ਨੇ ਦੇਖਿਆ ਨਹੀਂ ਨਾ, ਸਮੁੰਦਰ ਦੇਖਾਂਗੇ ਤਾਂ ਪਤਾ ਲੱਗਦਾ। ਕੀੜੀ ਇਬ ਨਾ ਪੜੇ ਕੂੜਾ ਤੇ ਸਮਾਣਾ। ਕੀੜੀ ਹਾਥੀ ਦੀ ਬਰਾਬਰੀ ਕਰੇ ਤਾਂ ਉਸਦਾ ਇਹ ਮਾਨ ਝੂਠਾ ਹੀ ਆ ਨਾ। ਸੋ ਨਾਨੇ ਹਾਲ ਵਖਾਣ ਦਾ ਮਾਂ ਪਾਸ ਈਣ। ਤੇ ਜੇ ਬੱਚਾ ਮਾਂ ਕੋਲ ਆ ਕੇ ਨਾਨਕਿਆਂ ਦਾ ਹਾਲ ਸੁਣਾਵੇ ਤੇ ਮਾਂ ਨਾਲੋਂ ਜ਼ਿਆਦਾ ਜਾਣਦਾ। ਨਾਨਕਿਆਂ ਦਾ ਹਾਲ ਮਾਂ ਨਾਲੋਂ ਜ਼ਿਆਦਾ ਜਾਣਦਾ ਹੈ। ਜਿਨ ਤੂੰ ਸਾਜ ਨਿਵਾਜਿਆ ਦੇ ਪਿੰਡ ਪ੍ਰਾਣਾ। ਇਸੇ ਤਰ੍ਹਾਂ ਹੀ ਜਿਸ ਗੁਰੂ ਨੇ ਤੈਨੂੰ ਸਰੀਰ ਤੇ ਪ੍ਰਾਣ ਦੇ ਕੇ ਸਾਜਿਆ ਸੀ, ਦੇਖ ਲਓ, ਜਿਸ ਗੁਰੂ ਨੇ ਤੈਨੂੰ ਪ੍ਰਾਣ ਦੇ ਕੇ ਸਰੀਰ ਦੇ ਕੇ ਸਾਜਿਆ ਤੇ ਨਿਵਾਜਿਆ, ਤੂੰ ਉਸਦੇ ਪਰਪਕਾਰ ਨੂੰ ਨਾ ਜਾਣਿਆ। ਪ੍ਰਿਥੀ ਚੰਦ ਜੀ ਦੀ ਤਰ੍ਹਾਂ ਆਪਣੇ ਸਿਰਜਣਹਾਰ ਨੂੰ ਕਤਲ ਕਰਨ ਲਈ ਸੁਲੇਹ ਖਾਂ ਨੂੰ ਬੁਲਾ ਲਿਆ। ਸੱਚ ਤੇ ਭਲਾਈ ਸਿਮਰਨ ਦੇ ਰਸਤਿਆਂ ਭੁੱਲ ਗਿਆ ਨਾ। ਜਿਨ ਤੂੰ ਸਾਜ ਸਵਾਰਿਆ ਦੇ ਪਿੰਡ ਪ੍ਰਾਣਾ। ਮੁੱਢੋਂ ਕੁੱਥੇ ਮੀਣਿਆ ਤੁਧ ਜੰਪੁਰ ਜਾਣਾ। ਇਹ ਰੱਬ ਤੋਂ, ਮੁੱਢ ਤੋਂ ਹੀ ਰੱਬ ਤੋਂ ਭੁੱਲੇ ਹੋਏ, ਸਿਮਰਨ ਤੋਂ ਭੁੱਲੇ ਹੋਏ ਤੂੰ ਜੰਪੁਰੀ ਨਰਕਾਂ ਵਿੱਚ ਜਾਏਗਾ। ਨਰਕਾਂ ਵਿੱਚ ਹੀ ਜਾਣਾ, ਕਰੋੜਾਂ ਸਾਲ ਦਾ ਭੁਗਤਾਨ ਹੈ, ਜੰਪੁਰੀ ਜਾਏਗਾ। ਪਰ ਦੇਖਿਆ ਜੇ, ਸੋ ਮੀਣਿਆਂ ਦੀ ਸੰਗਤ ਦੁਖਦਾਈ ਹੁੰਦੀ ਹੈ। ਮੀਣਿਆਂ ਦੀ ਕਹਿਹਾਂ ਦਿਸੇ ਉਜਲਾ ਬੜਾ ਮਸ ਅੰਦਰ ਚਿੱਤੇ। ਤੂੰ ਕਹਿਹਾਂ ਬਾਹਰੋਂ ਬੜਾ ਚੌਂ। ਅੱਜ ਕੱਲ੍ਹ ਕਹੇ ਦਾ ਭਾਂਡਾ ਨਹੀਂ ਹੈਗਾ, ਜੇ ਹੋਵੇ ਨਾ ਤੇ ਤੁਸੀਂ ਦੇਖੋ ਕਹਿਹਾਂ ਬੜਾ ਲਿਸ਼ਕਦਾ ਹੁੰਦਾ। ਤੂੰ ਕਹਿਹਾਂ ਬਾਹਰੋਂ ਬੜਾ ਲਿਸ਼ਕਦਾ, ਚਮਕਦਾ, ਉਜਲਾ ਦਿਸਦਾ, ਪਰ ਅੰਦਰ ਤੋਂ ਉਸਦੇ ਕਾਲਖ ਹੁੰਦੀ ਹੈ। ਦੇਖਿਆ ਜੀ, ਹਰਿਆ ਤਿਲ ਬੁਆੜ ਜਿਉਂ ਫਲ ਕੰਮ ਨਾ ਕਿਤੇ। ਜਿਵੇਂ ਹਰਿਆ ਬੁਆੜ ਤਾਂ ਬੂਟਾ ਤਿਲਾਂ ਦਾ ਖੇਤ ਵਿੱਚ ਹੁੰਦਾ, ਬੜਾ ਵੱਡਾ ਹੁੰਦਾ, ਪਰ ਉਸਦਾ ਫਲ ਕਿਸੇ ਕੰਮ ਨਹੀਂ ਆਉਂਦਾ, ਨਿਕੰਮਾ ਹੀ ਹੁੰਦਾ, ਮੀਣਾ ਹੁੰਦਾ, ਮੀਣਾ। ਤੋ ਜੇ ਹੀ ਕਲੀ ਕਨੇਰ ਦੀ ਮਨ ਤਨ ਦੋ ਪਿੱਤੇ। ਤੋ ਜਿਵੇਂ ਕਲੇਰ ਦੀ ਕਲੀ ਹੁੰਦੀ, ਕੌੜੀ ਜ਼ਹਿਰ ਹੁੰਦੀ ਹੈ, ਤੇ ਉੱਤੋਂ ਤਨ ਤੋਂ ਬਹੁਤ ਸੋਹਣੀ ਹੁੰਦੀ ਹੈ, ਬੜੀ ਰੰਗ ਬਿਰੰਗੀ, ਤੇ ਮਨ ਵਿੱਚੋਂ ਬੜੀ ਜ਼ਹਿਰੀਲੀ ਹੁੰਦੀ। ਮੀਣਾ ਤੋ ਪੇਂਜੂ ਦਿਸਣ ਰੰਗਲੇ ਮਰੀਏ ਅਗਲੇਤੇ। ਪੇਂਜੂ ਤੋ ਕਰੀ ਦਾ ਫਲ, ਪੇਂਜੂ ਬੜੇ ਸੋਹਣੇ ਲਾਲ ਹੁੰਦੇ ਹਨ, ਪਰ ਬਹੁਤੇ ਖਾਣ ਨਾਲ ਮਰ ਜਾਈਦਾ। ਅੰਦਰੋਂ ਹੋਰ ਤੇ ਬਾਹਰੋਂ ਹੋਰ ਆ ਭਾਈ ਓਏ। ਤੋ ਖਰੀ ਸਵਾਲਿਓ ਵੇਸਵਾ ਜੀ ਬੱਧਾ ਇੱਤੇ। ਖਰੀ ਸਵਾਲਿਓ ਕੰਜਰੀ ਬੜੀ ਸੋਹਣੀ, ਬਾਤ ਸੋਹਣੀ ਦਿਸਦੀ ਹੈ, ਤੇ ਅੰਦਰੋਂ ਵਿਕਾਰਾਂ ਨਾਲ, ਜ਼ਹਿਰ ਨਾਲ ਭਰੀ ਹੁੰਦੀ ਹੈ। ਸੋ ਜਿਹੜਾ ਭੋਗੇਗਾ ਮਰੇਗਾ, ਨਰਕਾਂ ਵਿੱਚ ਜਾਏਗਾ। ਮੀਣੀ ਹੈ, ਏੜ ਤੋਂ ਜਾਣੀ। ਖੋਟੀ ਸੰਗਤ ਮੀਣਿਆ ਦੁੱਖ ਦਿੰਦੀ ਮਿੱਤੇ।
ਤੋ ਮੀਣਿਆਂ ਦੀ ਸੰਗਤ ਖੋਟੀ ਹੁੰਦੀ ਹੈ, ਸਾਰੇ ਨਰਕਾਂ ਵਿੱਚ ਜਾਂਦੇ ਹਨ ਤੇ ਸਾਰੇ ਮਿੱਤਰਾਂ ਨੂੰ ਵੀ ਦੁੱਖ ਦਿੰਦੀ ਹੈ। ਪ੍ਰਿਥੀ ਚੰਦ ਨੇ ਸਾਰੇ ਸਾਥੀ ਨਰਕਾਂ ਵਿੱਚ ਤੇ ਦੁੱਖ ਦਿੱਤਾ। ਪੌੜੀ 6ਵੀਂ। ਬੱਧਕ ਮੀਣੇ ਦਾ ਪੰਥ ਨਰਕ ਨੂੰ ਲਿਜਾਂਦਾ ਹੈ, ਮੀਣੇ ਦਾ ਰਾਹ। ਸੋ ਮੀਣਾ ਨੱਕ ਕੱਟਾ, ਮੀਣਾ ਨਰਕਾਂ ਵਿੱਚ ਹੀ ਜਾਂਦਾ ਹੈ। ਉਹ ਬੱਧਕ ਨਾਦ ਸੁਣਾਏ ਕਿ ਜੋ ਮਿਰਗ ਵਿਨਾ ਨੇ, ਜੋ ਮਿਰਗ ਵਿਨਾ ਹੈ ਬੱਧਕ। ਤੋ ਜਿਵੇਂ ਸ਼ਿਕਾਰੀ ਘੰਡੇ ਹੇੜੇ ਦਾ ਨਾਦ ਸੁਣਾ ਕੇ ਹਰਨ ਨੂੰ ਮਾਰਦਾ ਹੈ, ਮੀਣੇ ਮੀਣੇ। ਸੋ ਝੀਵਰ ਕੁੰਡੀ ਮਾਸ ਲਾਏ ਜੋ ਮੱਛੀ ਫਾਹੇ। ਸੋ ਜਿਵੇਂ ਝੀਵਰ ਕੁੰਡੀ ਦਾ ਮਾਸ ਲਾ ਕੇ ਮੱਛੀ ਨੂੰ ਫਸਾ ਲੈਂਦਾ ਹੈ, ਮੀਣੇ। ਉਤੋਂ ਹੋਰ ਤੇ ਅੰਦਰੋਂ ਹੋਰ ਹੈ। ਕਬਲ ਦਿਖਾਲੇ ਮੂੰਹ ਖੜਾਏ ਭਵਰੇ ਵੇਸਾ ਹੈ। ਸੋ ਜਿਵੇਂ ਕਬਲ ਦਾ ਫੁੱਲ ਆਪਣਾ ਮੂੰਹ ਖੜਾ ਕੇ ਦੱਸਦਾ, ਉਹ ਭੈੜਾ ਉਸ ਉੱਤੇ ਵਿਸ਼ਵਾਸ ਕਰ ਲੈਂਦਾ, ਭੌਰਾ ਉਸ ਤੇ ਵਿਸ਼ਵਾਸ ਕਰ ਲੈਂਦਾ, ਤੋ ਸਾਰੀ ਰਾਤ ਉਸ ਵਿੱਚ ਫਸ ਕੇ ਹੀ ਮਰ ਜਾਂਦਾ। ਦੀਪਕ ਜੋਤ ਪਤੰਗ ਨੂੰ ਦਰਜਨ ਜੋ ਦਾਹੇ। ਸੋ ਦੀਪਕ ਦੀਵੇ ਦੀ ਲਾਟ ਵੈਰੀ ਵਾਂਗੂ ਭੰਬਟ ਨੂੰ ਸਾੜ ਦਿੰਦੀ ਹੈ। ਦੁਰਜਨ ਜਿਉਂ ਦਾਹ ਹੈ, ਦੁਰਜਨ ਵੈਰੀਆਂ ਵਾਂਗੂ ਸਾੜ ਕੇ ਮਾਰ ਦਿੰਦੀ ਹੈ, ਫਿਰ ਵੀ ਭੌਰਾ ਹੁੰਦਾ। ਤੋ ਕਲਾ ਰੂਪ ਹੋਏ ਹਸਤਨੀ ਮੈਗਲ ਉਮਾ ਹੈ। ਸੋ ਕਲਬੂਤ ਦੀ ਹਸਤਨੀ ਹੋ ਕੇ ਹਾਥੀ ਨੂੰ ਭੋਗਣ ਦੀ ਖੁਸ਼ੀ ਦਿੰਦੀ ਹੈ, ਹਾਥੀ ਕੈਦ ਹੋ ਜਾਂਦਾ ਹੈ। ਕਿਉਂ ਨਕਟ ਪੰਥ ਹੈ ਮੀਣਿਆਂ ਮਿਲ ਨਰਕ ਨਿਭਾਹੇ। ਇਸੇ ਤਰ੍ਹਾਂ ਨਿਰਲੱਜਿਆਂ ਦਾ, ਨੱਕ ਕੱਟਿਆਂ ਦਾ, ਮੀਣਿਆਂ ਦਾ ਪੰਥ ਹੈ। ਤੋ ਇਹਨਾਂ ਦੀ ਸੰਗਤ ਕਰਨ ਵਾਲਾ ਇਹਨਾਂ ਦਾ ਸਾਥ ਨਰਕਾਂ ਤੱਕ ਨਿਭਾਉਂਦਾ ਹੈ। ਭਾਈ ਸਾਰੇ ਨਰਕਾਂ ਵਿੱਚ ਜਾਣਗੇ, ਸਾਰੇ ਨਰਕਾਂ ਵਿੱਚ ਜਾਣਗੇ। ਮੀਣੇ ਦੀ ਸੰਗਤ ਨਿਰਾਸ਼ ਕਰਦੀ ਹੈ। ਕਿਵੇਂ? ਹਰ ਚੌਧਰੀ ਦੇਖ ਕੇ ਕਰਦੇ ਪ੍ਰਭਾਸਾ। ਹਰ ਚੌਧਰੀ ਆਕਾਸ਼ ਨਗਰੀ, ਉੱਥੇ ਜਿਹੜੇ ਆਕਾਸ਼ ਵਿੱਚ ਝੂਠੀ ਗੰਧਰਪ ਨਗਰੀ ਦੇਖ ਕੇ ਵਿਸ਼ਵਾਸ ਕਰਦੇ ਹਨ, ਮਰਦੇ ਹਨ। ਤੋ ਥਲ ਵਿੱਚ ਤਪਨ ਭੱਠੀਆਂ ਕਿਉਂ ਲਹੇ ਪਿਆਸਾ। ਤੋ ਜਿਵੇਂ ਮਾਰੂ ਥਲ ਵਿੱਚ ਕਹਿਰ ਦੀ ਧੁੱਪ ਨਾਲ ਭੱਠੀਆਂ ਵਾਂਗੂ ਰੇਤ ਤਪਦੀ ਹੈ, ਤੋ ਜਲ ਦਾ ਭੁਲੇਖਾ ਪੈਂਦਾ ਹੈ ਨਾ, ਪਰ ਉਹ ਮਿਰਗ ਤ੍ਰਿਸ਼ਨਾ ਨਾਲ ਪਿਆਸ ਕਿਵੇਂ ਹਟੇਗੀ। ਸੋਹਣੇ ਰਾਜ ਕਮਾਈਏ ਕਰ ਭੋਗ ਬਿਲਾਸਾ। ਤੋ ਸੁਪਨਾ ਸੋਹਣਾ ਹੁੰਦਾ, ਸੁਪਨਾ। ਤੋ ਸੁਪਨੇ ਵਿੱਚ ਰਾਜ ਕਮਾਈਏ ਤੇ ਭੋਗ ਬਿਲਾਸ ਕਰੀਏ, ਤੋ ਜਾਗਣ ਤੇ ਕੀ ਮਿਲਦਾ? ਨਿਰਾਸ਼ਤਾ। ਸੋ ਛਾਇਆ ਬਿਰਖ ਨਾ ਰਹੇ ਫਿਰ ਪੁਜੇ ਕਿਉਂ ਆਸਾ। ਤੋ ਬਿਰਛ ਦੀ ਛਾਂ ਇੱਕ ਥਾਂ ਟਿਕ ਕੇ ਨਹੀਂ ਰਹਿੰਦੀ, ਫਿਰ ਉਸ ਤੋਂ ਕੋਈ ਆਸ ਕਿਵੇਂ ਪੂਰੀ ਹੋਵੇ। ਬਾਜੀਗਰ ਦੀ ਖੇਡ ਜਿਉਂ ਸਭ ਕੂੜ ਤਮਾਸ਼ਾ। ਉਹ ਭਾਈ ਜਿਵੇਂ ਬਾਜੀਗਰ ਦੀ ਖੇਡ ਹੈ, ਇਸੇ ਤਰ੍ਹਾਂ ਇਹ ਸਾਰਾ ਸ੍ਰਿਸ਼ਟੀ ਦਾ ਤਮਾਸ਼ਾ ਵੀ ਝੂਠਾ ਹੈ, ਝੂਠਾ ਹੈ, ਥੋੜੇ ਦਿਨ ਦਾ ਹੀ ਹੈ ਭਾਈ। ਤੋ ਰਲੇ ਜੋ ਸੰਗਤ ਮੀਣਿਆਂ ਉੱਠ ਚਲੇ ਨਿਰਾਸ਼ਾ। ਜਿਹੜਾ ਬੰਦਾ ਮੀਣਿਆਂ ਦੀ ਸੰਗਤ ਵਿੱਚ ਜਾ ਬੈਠਦਾ ਹੈ, ਉਹ ਮਰਨ ਵੇਲੇ ਨਿਰਾਸ਼ ਉੱਠ ਕੇ ਤੁਰਦਾ ਹੈ। ਨਰਕਾਂ ਵਿੱਚ ਜਮਦੂਤ ਲੈਣ ਆਉਂਦਾ ਹੈ, ਤਾਂ ਸਾਰਾ ਪਾਰ ਖੁੱਲ ਜਾਂਦਾ ਹੈ। ਜਿਵੇਂ ਮੀਣੇ ਪ੍ਰਿਥੀ ਚੰਦ ਨਾਲ ਕਾਫੀ ਸੰਗਤ ਮਿਲ ਗਈ ਸੀ, ਸਾਰੇ ਨਰਕਾਂ ਵਿੱਚ ਗਏ, ਗੁਰੂ ਸਾਹਿਬ ਨੂੰ ਛੱਡ ਗਏ ਸਨ, ਸਭ ਨਰਕਾਂ ਵਿੱਚ ਗਏ ਭਾਈ। ਮੀਣੇ ਗੁਰ ਫਿਟਕੇ ਹਨ, ਮੀਣੇ ਦੇਖ ਲਓ ਗੁਰ ਫਿਟਕੇ ਹਨ, ਗੁਰ ਫਿਟਕੇ। 8ਵੀਂ ਪੌੜੀ। ਕਹਿੰਦਾ ਕੋਇਲ ਕਾਉ ਰਲਾਈਏ ਕਿਉਂ ਹੂਮਨ ਇੱਕੇ। ਕਿਉਂ ਹੂਮਨ ਇੱਕੇ। ਕੋਇਲ ਤੇ ਕਾਂ ਇਕੱਠੇ ਕਰ ਦਈਏ ਤਾਂ ਕੀ ਇੱਕ ਹੋ ਸਕਦੇ ਹਨ? ਉਹ ਪ੍ਰਿਥੀ ਚੰਦ ਤੇ ਗੁਰੂ ਪਾਤਸ਼ਾਹ ਇਕੱਠੇ ਹੋ ਸਕਦੇ ਹਨ, ਉਹ ਇਕੱਠੇ ਕਿਵੇਂ ਬਰਾਬਰੀ ਕਰ ਸਕਦਾ ਹੈ? ਅੱਗੇ ਉੱਤਰ ਹੈ ਕਿਉਂ ਨਿੰਦਕ ਜਗ ਜਾਣੀਏ ਬੋਲਣ ਫਿੱਕੇ। ਦੇਖਿਆ ਜੇ ਐਸੇ ਤਰ੍ਹਾਂ ਜਿਵੇਂ ਪ੍ਰਿਥੀ ਚੰਦ ਵਰਗੇ ਨਿੰਦਕ ਜਗਤ ਵਿੱਚ ਜਾਣੇ ਜਾਂਦੇ ਹਨ, ਕਿਉਂ? ਉਹਨਾਂ ਦੇ ਕੌੜੇ ਬੋਲ ਹਨ ਕਾਂ ਵਾਂਗੂ, ਤੇ ਗੁਰੂ ਪਾਤਸ਼ਾਹ ਦੇ ਬਹੁਤ ਨਿੰਦਾ ਕੀਤੀ। ਗੁਰੂ ਪਾਤਸ਼ਾਹ ਦੇ ਬੋਲ ਬਹੁਤ ਮਿੱਠੇ ਆ। ਤੋ ਬਗਲੇ ਹੰਸ ਬਰਾਬਰੀ ਕਿਉਂ ਮਿੱਕਣ ਮਿੱਕੇ। ਉਹ ਬਗਲਾ ਹੰਸ ਦੀ ਬਰਾਬਰੀ ਕਰ ਸਕਦਾ? ਹੰਸਾਂ ਦੀ ਮਿਲਾਉਣੀ ਵਿੱਚ ਕਿਵੇਂ ਰਲ ਸਕਦਾ? ਉਹ ਪ੍ਰਿਥੀ ਚੰਦ ਬਗਲਾ ਡੱਡੀਆਂ ਖਾਣਾ, ਗੁਰੂ ਪਾਤਸ਼ਾਹ ਹੰਸ ਦੀ ਕਿਵੇਂ ਬਰਾਬਰੀ ਕਰ ਸਕਦਾ ਸੀ? ਨਹੀਂ ਨਾ ਕਰ ਸਕਦਾ। ਤਿਸ ਬੇਮੁਖ ਚੁਣ ਕੱਢੀ ਹੈ, ਤਿਸ ਬੇਮੁਖ ਚੁਣ ਕੱਢੀਨ ਮੂੰਹ ਕਾਲੇ ਟਿੱਕੇ, ਮੂੰਹ ਕਾਲੇ ਟਿੱਕੇ। ਤੇ ਇਸੇ ਤਰ੍ਹਾਂ ਮਨਮੁਖ ਪ੍ਰਿਥੀ ਚੰਦ ਵਰਗੇ ਚੁਣ ਕੇ ਬਾਹਰ ਕੱਢ ਦਿੱਤੇ ਜਾਂਦੇ ਹਨ ਤੇ ਉਹਨਾਂ ਦੇ ਮੂੰਹ ਤੇ ਕਾਲੇ ਕਰ ਦਿੱਤੇ ਜਾਂਦੇ ਹਨ। ਤੇ ਜਮਦੂਤ ਪਹਿਲਾਂ ਮੂੰਹ ਕਾਲਾ ਕਰ ਦਿੰਦਾ, ਫਿਰ ਨੰਗਾ ਕਰਦਾ। ਕਿਆ ਨਿਸ਼ਾਨੀ ਮੀਣੀਏ ਖੋਟ ਸਾਲੀ ਸਿੱਕੇ। ਮੀਣਿਆਂ ਦੀ ਕੀ ਨਿਸ਼ਾਨੀ ਹੈ? ਜਿਵੇਂ ਖੋਟੀ ਟਕਸਾਲ ਦੇ ਖੋਟੇ ਹੀ ਸਿੱਕੇ ਹੁੰਦੇ ਹਨ, ਜਿਵੇਂ
ਕੰਜਰੀ ਪੁੱਤਰ ਦੇ ਪਿਤਾ ਦੇ ਨਾਂ ਨਹੀਂ ਹੁੰਦਾ, ਹਰਾਮੀ ਹੁੰਦੇ ਹਨ, ਅੰਦਰੋਂ ਹੋਰ ਤੇ ਬਾਹਰੋਂ ਹੋਰ। ਜੋ ਸਾਲੀ ਸਿੱਕੇ ਸਿਰ ਸਿਰ ਪਾਹਨੀ ਮਾਰੀਆਂ, ਉਹ ਪੀਰ ਫਟਿੱਕੇ। ਉਹ ਸਿਰ, ਉਹਨਾਂ ਦੇ ਸਿਰ ਤੇ ਜੁੱਤੀਆਂ ਪੈਂਦੀਆਂ, ਪਾਹਨੀ ਮਾਰੀਆਂ ਤੋਂ ਨਰਕਾਂ ਵਿੱਚ ਬਹੁਤ ਦੁੱਖ ਭੋਗਦੇ ਹਨ। ਮੀਨਾ ਪਾਤਸ਼ਾਹ ਵੱਲੋਂ ਵੀ ਫਟਕਾਰਿਆ ਹੈ। ਉਹ ਪੀਰ ਫਟਿੱਕੇ ਉਹ ਪਾਤਸ਼ਾਹ ਵੱਲੋਂ ਫਟਕਾਰਿਆ ਹੁੰਦਾ। ਪੌੜੀ 9ਵੀਂ। ਗੁਣਹੀਨ ਦੇਹ ਧਾਰੀ ਗੁਰੂ ਆਲਸੀ ਢੱਗੇ ਹਨ, ਆਲਸੀ ਢੱਗੇ। 9ਵੀਂ। ਰਾਤੀ ਨੀਗਰ ਖੋਲਦੇ ਸਭ ਹੋਏ ਇਕੱਠੇ। ਨੀਗਰ ਹੁੰਦਾ ਬਾਲਕ, ਨੀਗਰ। ਰਾਤ ਨੂੰ ਸਾਰੇ ਬਾਲਕ ਇਕੱਠੇ ਹੋ ਕੇ ਖੇਡਦੇ ਹਨ। ਠੀਕ ਹੈ। ਰਾਜਾ ਪਰਜਾ ਹੋਮ ਦੇ ਕਰ ਸਾਂਗੂ ਪੱਠੇ। ਉਹ ਰਾਜਾ ਤੇ ਪਰਜਾ ਬਣ ਕੇ ਉਲਟੇ ਪੁਲਟੇ ਕਈ ਸਾਂਗ ਬਣਾ ਲੈਂਦੇ ਹਨ। ਇੱਕ ਲਸ਼ਕਰ ਲੈ ਧਾਮਦੇ, ਇੱਕ ਫਿਰਦੇ ਨੱਠੇ। ਤੇ ਉਹ ਇੱਕ ਫੌਜ ਬਣਾ ਕੇ ਚੜ੍ਹਾਈ ਕਰ ਲੈਂਦੇ ਹਨ ਤੇ ਇੱਕ ਅੱਗੇ ਨੱਠੇ ਫਿਰਦੇ ਹਨ। ਤੇ ਠੀਕਰੀਆਂ ਹਾਲੇ ਭਰਨ ਉਹ ਖਰੇ ਅਸੱਠੇ। ਤੇ ਉਹ ਠੀਕਰੀਆਂ ਦੇ ਰੁਪਈਏ ਬਣਾ ਕੇ ਮਾਮਲੇ ਤਰਦੇ ਹਨ। ਤੇ ਇੱਕ ਬੜੇ ਸਿਆਣੇ ਬਣ ਕੇ ਮਾਮਲੇ ਲੈਣ ਵਾਲੇ ਬੈਠਦੇ ਹਨ। ਧੋਖਿਨ ਵਿੱਚ ਖੇਡ ਉਜਾੜੀਆਂ ਘਰ ਘਰ ਤੁੱਠੇ। ਫਿਰ ਥੋੜੀ ਜਿਹੀ ਦੇਰ ਬਾਅਦ ਉਹ ਬਾਲਕ ਸਾਰੀ ਖੇਡ ਉਜਾੜ ਕੇ ਆਪੋ ਆਪਣੇ ਘਰਾਂ ਵਿੱਚ ਚਲੇ ਜਾਂਦੇ ਹਨ। ਵਿਨ ਗੁਣ ਗੁਰੂ ਸਦਾਇਂਦੇ ਉਹ ਖੋਟੇ ਮੱਠੇ। ਤੋ ਸਾਰੇ ਦੇਹ ਧਾਰੀ ਗੁਰੂ ਨਾਨਕ ਵਰਗੇ ਗੁਣ ਹੋਣ ਤੋਂ ਬਗੈਰ, ਦੈਵੀ ਗੁਣ ਹੋਣ ਤੋਂ ਬਗੈਰ ਗੁਰੂ ਸਦਾਉਂਦੇ ਹਨ। ਉਹ ਮਨ ਦੇ ਖੋਟੇ ਤੇ ਆਲਸੀ ਢੱਗੇ ਹਨ, ਆਲਸੀ ਢੱਗੇ, ਖੋਟੇ ਮੱਠੇ। ਪੌੜੀ 10ਵਾਂ। ਗੁਣਹੀਣੇ ਦੇਹ ਧਾਰੀ ਗੁਰੂ ਦੇ ਚੇਲੇ ਨਿਵਾਸ ਹੋ ਕੇ ਨਰਕਾਂ ਵਿੱਚ ਹੀ ਜਾਂਦੇ, ਨਿਰਾਸ਼ ਹੋ ਕੇ। ਉੱਚਾ ਲੰਮਾ ਝਾਟੁਲਾ, ਉੱਚਾ ਲੰਮਾ ਝਾਟੁਲਾ ਵਿੱਚ ਬਾਗ ਦਸੰਦਾ। ਉੱਚਾ ਲੰਮਾ ਬਹੁਤ, ਉਹ ਸਿੰਬਲ ਦਾ ਉੱਚਾ ਲੰਮਾ ਤੇ ਸੰਘਣਾ ਬਿਰਸ਼ ਬਾਗ ਵਿੱਚ ਦਿਸਦਾ ਹੈ। ਮੋਟਾ ਮੁੱਢ ਪਤਾਲ ਜੜ, ਬਹੁ ਗਰਭ ਕਰਨ ਦਾ। ਉਸਦਾ ਮੁੱਢ ਮੋਟਾ ਹੁੰਦਾ ਹੈ ਤੇ ਪਤਾਲ ਤੱਕ ਉਸ ਦੀਆਂ ਡੂੰਘੀਆਂ ਜੜ੍ਹਾਂ ਹੁੰਦੀਆਂ ਹਨ। ਤੇ ਬੜਾ ਹੰਕਾਰ ਕਰਦਾ ਹੈ ਕਿ ਮੇਰੇ ਵਰਗਾ ਵੱਡਾ ਬਿਰਸ਼ ਕੋਈ ਨਹੀਂ। ਤੋ ਪੱਤ ਸੁਪੱਤਰ ਸੋਹਣੇ ਵਿਸਥਾਰ ਬਣਨ ਦਾ। ਤੇ ਉਸਦੇ ਪੱਤਰ ਬੜੇ ਸੋਹਣੇ ਤੇ ਹਰੇ ਹੁੰਦੇ ਹਨ ਤੇ ਉਹ ਬੜੇ ਫੈਲਾਅ ਵਿੱਚ ਪਸਰਿਆ ਹੁੰਦਾ ਹੈ। ਰੁੱਤ ਫੁੱਲ ਰੱਤੇ, ਫਲ ਬਕ ਬਕਵੇ। ਉਹ ਅਫਲ ਫਲੰਦਾ ਤੇ ਉਸਦੇ ਫੁੱਲ ਬੜੇ ਲਾਲ ਰੰਗ ਦੇ ਹੁੰਦੇ ਹਨ ਪਰ ਫਲ ਬਕ ਬਕੇ ਹੁੰਦੇ ਹਨ। ਉਹ ਫਲਦਾ ਹੋਇਆ ਵੀ ਨੇਫਲ ਹੈ, ਕੰਮ ਨਹੀਂ ਆਉਂਦਾ, ਕੋਈ ਗੁਣ ਨਹੀਂ। ਤੋ ਸਾਵਾ ਤੋਤਾ ਚੋਹ ਚੋਹਾ ਤਿਸ ਦੇਖ ਭੁਲੰਦਾ। ਤੋ ਉਹ ਸਿੰਬਲ ਦੇ ਰੁੱਖ ਨੂੰ ਦੇਖ ਕੇ ਸੋਹਣਾ ਤੇ ਹਰੇ ਰੰਗ ਦਾ ਤੋਤਾ ਭੁੱਲ ਜਾਂਦਾ ਹੈ। ਮੈਂ ਸ਼ਾਇਦ ਏਡੇ ਵੱਡੇ ਰੁੱਖ ਤੋਂ ਕੁਝ ਖਾਵਾਂਗਾ ਤੇ ਉਸਦੇ ਪੱਤੇ ਫਲ ਫੁੱਲ ਕਿਸੇ ਕੰਮ ਦੇ ਨਹੀਂ। ਤੋਤਾ ਖਾਲੀ ਉੱਥੋਂ ਉੱਡ ਜਾਂਦਾ। ਠੀਕ ਇਸੇ ਤਰ੍ਹਾਂ ਦੇਹ ਧਾਰੀ ਗੁਰੂ ਸਿੰਬਲ ਨੂੰ ਦੇਖ ਕੇ ਸੋਹਣਾ ਹੈ, ਲੰਬਾ ਉੱਚਾ ਹੈ, ਸੋਹਣੀ ਦਾੜੀ ਦੇਖ ਕੇ ਤੋਤਾ ਜੀਵ ਚਲਾ ਜਾਂਦਾ ਹੈ। ਮਿਲਦਾ ਕੁਛ ਨਹੀਂ, ਪ੍ਰਾਪਤੀ ਕੁਛ ਨਹੀਂ। 100% ਨਰਕਾਂ ਵਿੱਚ ਜਾਣ ਦੇ ਸੰਸਕਾਰ ਬਣ ਜਾਂਦੇ ਨੇ, ਕੋਈ ਬਚਾ ਨਹੀਂ ਸਕਦਾ। ਪਿੱਛੋਂ ਦੇ ਪਛਤਾਇਂਦਾ ਉਹ ਫਲ ਨਾ ਲਹਾਂਦਾ। ਬਸ ਦੇਹ ਧਾਰੀ ਕੋਲ ਗਿਆ ਹੋਇਆ ਜੀਵ, ਕੋਈ ਫਲ ਦੀ ਪ੍ਰਾਪਤੀ ਨਹੀਂ ਹੁੰਦੀ, ਮਗਰੋਂ ਬਹੁਤ ਪਛਤਾਉਂਦਾ ਹੈ ਤੇ ਜਾਂਦਾ ਵੀ ਨਰਕਾਂ ਵਿੱਚ ਹੈ। ਕਰੋੜਾਂ ਸਾਲ ਦਾ ਭੁਗਤਾਨ। ਸਿੱਖਾਂ ਦੀ ਤਾਂ ਮੱਤ ਮਾਰੀ ਹੋਈ ਹੈ। ਮੂਰਖੋ, ਗੁਰੂ ਨਾਨਕ ਤੋਂ ਕਿਹੜਾ ਵੱਡਾ ਗੁਰੂ ਆ ਗਿਆ? ਉਹ ਗਿਆਨੀਓ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੌਣ ਵੱਡਾ ਹੈ, ਜਿਸ ਨੂੰ ਵਾਹਿਗੁਰੂ ਵੀ ਮੱਥਾ ਟੇਕਦਾ? ਕਿਉਂ ਤੁਹਾਡੀ ਮੱਤ ਮਾਰੀ ਹੋਈ ਆ? ਪੌੜੀ 11। ਦੈਵੀ ਗੁਣਾ ਤੋਂ ਬਗੈਰ ਦੇਹ ਧਾਰੀ ਗੁਰੂ ਨਿਕੰਮਾ ਤੇ ਹੀਜੜਾ ਹੈ। ਪਹਿਨੇ ਪੰਜੇ ਕੱਪੜੇ ਪੁਰਸਾਵਾ ਵੇਸ। ਪੰਜੇ ਕੱਪੜੇ ਚਾਦਰ, ਪੱਗ, ਅੰਗ ਰੱਖਾ, ਅੰਗੋਛਾ, ਦੁਪੱਟਾ, ਕਮਰ ਕੱਸੇ ਵਾਲਾ, ਪਰਸਾਵਾ ਮਰਦਾਵਾਂ ਪੁਰਸ਼ਾਂ ਵਾਲਾ ਵੇਸ ਲਿਬਾਸ। ਸੋ ਭਾਈ ਦੇਹ ਧਾਰੀ ਗੁਰੂ ਬਾਰੇ ਜਿਵੇਂ ਪ੍ਰਿਥੀ ਚੰਦ ਗੁਰੂ ਬਣ ਕੇ ਬੈਠਾ ਸੀ, ਦੇਹ ਧਾਰੇ ਗੁਰੂ ਜਿਹੜਾ ਪੁਰਸ਼ਾਂ ਵਾਲਾ ਸਾਰਾ ਵੇਸ ਕਰੇ, ਪੰਜੇ ਕੱਪੜੇ ਵੀ ਪਹਿਨ ਲਵੇ। ਲਿਬਾਸ ਪੰਜੀ ਪ੍ਰਵੇਸ਼ ਹੈ ਕਹਿੰਦੇ। ਪਹਿਨੇ ਪੰਜੇ ਕੱਪੜੇ ਪੁਰਸ਼ਾਵਾਂ ਵੇਸ, ਪੁਰਸ਼ਾਂ ਵਾਲਾ ਵੇਸ। ਵੇ ਮੈਂ ਗੁਰੂ ਹਾਂ, ਪੁਰਸ਼ਾਂ ਵਾਲਾ ਵੇਸ, ਮੈਂ ਗੁਰੂਆਂ ਵਰਗਾ, ਗੁਰੂਆਂ ਵਰਗਾ। ਹਾਂ, ਪੁਰਸ਼ਾਂ ਵਾਲਾ ਵੇਸ। ਸਿਆਣਾ, ਮੈਂ ਸਿਆਣਾ।
ਮੁੱਛਾਂ ਦਾੜੀ ਸੋਹਣੀ ਬਹੁਤ ਦੁਰਲਭ ਵੇਸ, ਤੇ ਉਸ ਦੀਆਂ ਮੁੱਛਾਂ ਤੇ ਦਾੜੀ ਵੀ ਸੋਹਣੀ ਹੈ ਤੇ ਬੜਾ ਸੋਹਣਾ ਬਾਂਕਾ ਸਰੂਪ ਹੋਵੇ। ਮੈਂ ਹਥਿਆਰੀ ਸੂਰਮਾ ਪੰਛੀ ਪਰਵੇਸ਼। ਉਹ ਭਾਈ ਉਹ ਸਾਰੇ ਹਥਿਆਰ ਲਾਉਣ ਵਾਲਾ ਸੂਰਮਾ ਹੋਵੇ ਤੇ ਪੰਜਾਂ ਵਿੱਚ ਵੀ ਸ਼ਾਮਲ ਹੋਵੇ। ਤੇ ਮਾਹਰ ਦੜ ਦੀਵਾਨ ਵਿੱਚ ਜਾਣੇ ਸਭ ਦੇਸ਼, ਦਰਬਾਰ ਸਭਾ ਵਿੱਚ ਉਹ ਮੁਖੀਆ ਹੋਵੇ ਤੇ ਸਾਰਾ ਦੇਸ਼ ਉਸ ਨੂੰ ਜਾਣਦਾ ਹੋਵੇ। ਪੁਰਖ ਨਾ ਗਨ ਪੁਰਖਤਵ ਵਿਨ ਕਾਮਨ ਕੇ ਕ੍ਰੇਸ, ਪਰ ਜੇ ਇੰਨੇ ਗੁਣ ਦੇ ਹੁੰਦਿਆਂ ਉਹ ਹੀਜੜਾ ਹੋਵੇ, ਪੁਰਖ ਨਾ ਗਨ, ਤੇ ਉਸ ਨੂੰ ਮਰਦ ਨਹੀਂ ਗਿਣਿਆ ਜਾਂਦਾ। ਤੇ ਉਸ ਦੀ ਇਸਤਰੀ ਉਸ ਨੂੰ ਕੀ ਕਰੇਗੀ? ਵਿਨ ਕਾਮਨ ਕੇ ਕ੍ਰੇਸ, ਤੇ ਉਸ ਦੀ ਇਸਤਰੀ ਦੇਹ ਧਾਰੀ ਗੁਰੂ ਬਣ ਬੈਠਦਾ ਹੈ, ਉਸ ਵਿੱਚ ਰੱਬ ਵਾਲਾ ਕੋਈ ਗੁਣ ਨਹੀਂ, तो जीव स्त्री की करेगी। देखे ना, जग में पुरख एक है और सगली नार सबाई, ते असी सारियां ओदियां नारियां इस्त्रियां बहुटियां, असी की करांगे जो ही जड़ा है? तां दसो, ਉਹਦਾ ਹੀ ਜਿਹੜਾ ਜਨਾਨੀ ਉਹਦੇ ਕੋਲ ਜਾ ਕੇ ਕੀ ਕਰੂਗੀ, ਤੇ ਅਸੀਂ ਉਹਦੇ ਕੋਲ ਜਾ ਕੇ ਕੀ ਕਰਾਂਗੇ? ਨਰਕਾਂ ਵਿੱਚ ਜਾਏਗੀ, ਉਹ ਗੁਰੂ ਵੀ ਜਾਏਗਾ। ਸਰੀਰ ਵਿੱਚ ਗੁਣ ਹੀ ਕੋਈ ਨਹੀਂ, ਉਹ ਗੁਣ ਤਾਂ ਗੁਰੂ ਨਾਨਕ ਵਾਹਿਗੁਰੂ ਨੇ ਪਾਉਣੇ ਹਨ। ਤੂੰ ਤਾਂ ਹੀ ਜਿਹੜਾ ਹੋਏ ਗੁਰੂ ਬਣ ਬੈਠਾ। ਵਿਨ ਗੁਰ ਪੂਰੇ ਸਦਾਏ ਦੇ ਕੌਣ ਕਰੇ ਆਦੇਸ਼, ਦੇ ਤਾਰੇ ਗੁਰੂ ਪ੍ਰਿਥੀ ਚੰਦ ਵਰਗੇ, ਬਾਬੇ ਨਾਨਕ ਵਰਗੇ ਗੁਣਾ ਤੋਂ ਬਗੈਰ ਗੁਰੂ ਸਦਾਉਂਦੇ ਹਨ। ਕੌਣ ਮੱਥਾ ਟੇਕੇ? ਉਹ ਜਿਹੜੇ ਟੇਕਦੇ ਹਨ ਨਰਕਾਂ ਵਿੱਚ ਜਾਂਦੇ। ਕੌਣ ਮੱਥਾ ਟੇਕਦਾ ਇਹਨਾਂ ਨੂੰ? ਰੱਬ ਸਿਮਰਨ ਕਰਨ ਨਾਲ ਮਿਲਦਾ ਭਾਈਓ। ਗੱਲੀ ਜੇ ਸੌ ਪਾਈਏ ਤੋਤਾ ਕਿਉਂ ਫਾਸੇ। ਉਹ ਜੇ ਗੱਲਾਂ ਨਾਲ ਹੀ ਰੱਬ ਮਿਲੇ ਤਾਂ ਬਹੁਤੀਆਂ ਗੱਲਾਂ ਕਰਨ ਵਾਲਾ ਤੋਤਾ ਕਿਉਂ ਫਸਦਾ? ਗੱਲਾਂ ਕਰਨ ਨਾਲ ਨਹੀਂ ਮਿਲਦਾ। ਸੋ ਗੱਲੀ ਜੇ ਸੌ ਪਾਈਏ ਤੋਤਾ ਕਿਉਂ ਫਾਸੇ। ਗੱਲੀ ਗੱਲਾਂ ਨਾਲ, ਸੋ ਜੇ ਗੱਲਾਂ ਕਰਨ ਨਾਲ ਰੱਬ ਮਿਲੇ